ਲਓ ਜੀ, ਬਾਪੂ ਕਹਿੰਦਾ ਵੀ ਈਡੀ ਨੇ ਕਿਉਂ ਛਾਪਾ ਮਾਰਿਆ ਵੀ ਊੜਾ ਤੇ ਐੜਾ ਕਿੱਧਰ ਗਏ ਸੀ। ਹੁਣ ਗੱਲ ਤੇ ਸਹੀ ਆ ਵੀ ਊੜੇ ਤੇ ਐੜੇ ਨੂੰ ਛੱਡ ਕੇ ਈਡੀ ਨੇ ਕਿਉਂ ਛਾਪਾ ਮਾਰਿਆ, ਪਰ ਇਹ ਹੁਣ ਬਾਪੂ ਨੂੰ ਸਮਝਾਵੇ ਕਿਹੜਾ ਵੀ ਬਾਪੂ ਜੀ ਇਹ ਊੜੇ ਐੜੀ ਈਡੀ ਵਾਲੀ ਗੱਲ ਨਹੀਂ ਹੈਗੀ, ਇਹ ਈਡੀ ਈ ਤੇ ਡੀ ਵਾਲਾ। ਸੋ ਇਹ ਕਹਾਣੀ ਕਿੱਥੋਂ ਆਈ ਕਿੱਧਰੋਂ ਆਈ ਇਹਦੇ 'ਤੇ ਆਪਾਂ ਬਾਅਦ 'ਚ ਆਵਾਂਗੇ, ਪਰ ਇਹ ਚਰਚਾ ਬਹੁਤ ਹੈ ਭਾਈ ਸਾਹਿਬ ਵੀ ਪਹਿਲਾਂ ਉਹਨਾਂ ਨੇ ਛਾਪੇ ਮਾਰੇ ਅਤੇ ਹੁਣ ਉਹ ਕਹਿੰਦੇ ਵੀ ਅਸੀਂ ਵੱਟ ਕੱਢਾਂਗੇ, ਫਿਰ ਜਿਨ੍ਹਾਂ ਦਾ ਨਾਂ ਲੱਗਦਾ ਉਹ ਕਹਿੰਦੇ ਸਾਡਾ ਹੱਥ ਕੋਈ ਨਹੀਂ। ਅਤੇ ਦੂਸਰੇ ਪਾਸੇ ਜਿਨ੍ਹਾਂ 'ਤੇ ਛਾਪੇ ਵੱਜੇ ਉਹਨਾਂ ਨੇ ਕਿਤੇ ਹੋਰ ਜਾ ਕੇ ਸ਼ਿਕਾਇਤ ਕਰਤੀ ਵੀ ਜਿਹੜੇ ਬੰਦਿਆਂ ਨੇ ਛਾਪੇ ਮਾਰੇ ਇਹਨਾਂ ਨੂੰ ਫੜ ਲਓ ਭਾਈ ਸਾਹਿਬ। ਗੱਲਾਂ ਬਾਤਾਂ ਸਾਰੀਆਂ ਕਰਨੀਆਂ ਨੇ। ਪ੍ਰੋਗਰਾਮ ਉਹੀ ਆ, ਪ੍ਰਾਈਮ ਫੋਕਸ, ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੁਸੀਂ ਦੇਖਦੇ ਹੋ, ਨਾਲ ਵੀ ਬੰਦਾ ਉਹੀ ਪਰਮਵੀਰ ਬਾਠ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੁਣਾਓ ਸਿਹਤਾਂ ਠੀਕ ਨੇ ਸੰਧਾਲੀਆ ਸਾਹਿਬ? ਆਮ ਹੀ ਸੁਣਦੇ ਹੁੰਦੇ ਆਪਾਂ ਸੱਤਾ ਦੇ ਗਲਿਆਰਿਆਂ ਦੇ ਵਿੱਚੋਂ ਤੁਹਾਡੇ ਮੂੰਹੋਂ। ਅੱਛਾ, ਮੈਂ ਅੱਜ ਕੱਲ੍ਹ ਸੱਤਾ ਵਾਲਿਆਂ ਪਾਸੇ? ਨਹੀਂ, ਹਮੇਸ਼ਾ ਹੀ ਰਹੇ ਹੋ ਤੁਸੀਂ। ਉਹਦੇ ਵਿੱਚ ਨਾ ਇੱਕ ਐਸੀ ਕਲਾਸ ਹੁੰਦੀ ਹੈ ਜਿਨ੍ਹਾਂ ਦਾ ਨਾਂ ਕਿਸੇ ਰਜਿਸਟਰ 'ਤੇ ਨਹੀਂ ਹੁੰਦਾ। ਨੋਰਮਲੀ ਜੇ ਕਿਸੇ ਦੇ ਪਰਿਵਾਰ ਦਾ ਬੰਦਾ, ਕੋਈ ਰਿਸ਼ਤੇਦਾਰ, ਕੋਈ ਸੱਜਣ ਮਿੱਤਰ ਜਿਹਦੀ ਪਹੁੰਚ ਹੈਗੀ ਆ, ਜੇ ਉਹਨੂੰ ਪੁੱਛੋ ਨਾ ਕਿ ਕੰਮ ਕਰਾਉਣਾ ਯਾਰ, ਬਦਲੀ ਕਰਾਉਣੀ ਆ, ਕੁਛ ਜਾਣੀ ਵੀ ਆਹ ਕੰਮ ਆ ਜਾਂ ਕੁਛ ਵੀ, ਊੜਾ ਆੜਾ ਈੜੀ, ਫੇਰ ਈਡੀ। ਹਾਂ, ਈੜੀ ਤੋਂ ਮੁੱਕਦਾ ਕੰਮ ਉੱਥੋਂ ਸ਼ੁਰੂ ਹੋਇਆ ਸੀ। ਉਹ ਕਹਿੰਦੇ ਹੁੰਦੇ ਆ ਮੰਤਰੀ ਸਾਹਿਬ ਤਾਂ ਕੋਈ ਨਹੀਂ, ਉਹਨਾਂ ਦਾ ਖਾਸ ਬੰਦਾ ਇੱਕ ਜਿਹੜਾ ਸਾਰੇ ਕੰਮ ਕਰ ਉਹੀ ਕਰਦਾ, ਜਿੱਦਾਂ ਉਹਨਾਂ ਨੇ ਕਿਹਾ ਉਹਦੀ। ਮੰਤਰੀ ਸਾਹਿਬ ਨੂੰ ਤਾਂ ਬਹੁਤਾ ਨਹੀਂ ਪਤਾ, ਜਿੱਦਾਂ ਉਹਨੇ ਕਹਿ ਦੇਣਾ ਅਫਸਰਾਂ ਨੂੰ ਵੀ ਟੈਲੀਫੋਨ ਉਹਨੇ ਹੀ ਕਰਨੇ ਆ, ਮੰਤਰੀ ਸਾਹਿਬ ਨੂੰ ਵੀ ਕਹਿਤਾ ਤਾਂ ਉਹਨਾਂ ਨੇ ਵੀ ਉਹਨੂੰ ਹੀ ਕਹਿਣਾ। ਉਹ ਬੰਦੇ ਦਾ ਕਾਗਜ਼ਾਂ ਪੱਤਰਾਂ ਦੇ ਵਿੱਚ ਕਿਤੇ ਕੋ ਨਾਂ ਨਹੀਂ ਹੁੰਦਾ, ਉਹਨੂੰ ਕੋਈ ਸਰਕਾਰੀ ਤਨਖਾਹ ਨਹੀਂ ਮਿਲਦੀ ਹੁੰਦੀ, ਉਹ ਕੋਈ ਸੰਵਿਧਾਨ ਨੇ ਅਹੁਦਾ ਨਹੀਂ ਸਿਰਜਿਆ ਹੁੰਦਾ, ਪਰ ਉਹ ਸਭ ਤੋਂ ਵੱਧ ਤਾਕਤਵਰ ਅਹੁਦਾ ਹੁੰਦਾ ਹੈ। ਹੁਣ ਕਈ ਵਾਰੀ ਤਾਂ ਉਹਨਾਂ ਬੰਦਿਆਂ ਦੀ ਚੜ੍ਹਾਈ 5 ਸਾਲ 10 ਸਾਲ 15 ਸਾਲ ਰਹਿੰਦੀ ਹੈ, ਪਰ ਜਦੋਂ ਊੜਾ ਤੇ ਐੜਾ ਪਿਛਾਂਹ ਹਟ ਜਾਵੇ, ਸਿੱਧੀ ਈਡੀ ਆ ਜਾਵੇ, ਉਦੋਂ ਫਿਰ ਕਹਿੰਦੇ ਜਿਹਨਾਂ ਦਾ ਨਾਂ ਰਜਿਸਟਰਾਂ 'ਤੇ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹ ਚੱਕ ਹੋ ਜਾਂਦੇ ਆ। ਮਤਲਬ ਈਡੀ ਦਾ ਧਿਆਨ ਈਡੀ 'ਤੇ ਹੋ ਜਾਂਦਾ। ਹਾਂ, ਸਿੱਧਾ ਹੀ। ਹਾਂ, ਨਹੀਂ ਇਹ ਗੱਲ ਤਾਂ ਹੈਗੀ ਆ। ਬਾਕੀ ਇੰਨਾ ਵੀ ਇਹ ਊੜਾ ਐੜਾ ਈਡੀ ਜਿਸ ਹਿਸਾਬ ਨਾਲ ਚਲੋ ਇਸ ਵਕਤ ਬਾਬੇ ਕਿਉਂਕਿ ਉਹ ਪੁੱਛਣ ਲੱਗ ਪਏ, ਕਿਉਂਕਿ ਨਵੀਆਂ ਏਜੰਸੀਆਂ ਬਣਨ ਲੱਗ ਪਈਆਂ। ਹੁਣ ਇੱਧਰ ਪੁਰਾਣੇ ਬਾਬੇ ਆਏ, ਉਹ ਕਹਿੰਦੇ ਵੀ ਯਾਰ ਸਾਡੇ ਟਾਈਮ 'ਤੇ ਹੁੰਦੇ ਨਹੀਂ, ਇੱਕ ਉਹ CID ਸੁਣਿਆ ਸੀ। ਉਹ ਤਾਂ ਵਿਚਾਰੀ ਬਹੁਤ ਪਛਾਣ ਰਹਿ ਗਈ। ਚਲੋ ਨਹੀਂ, ਉਹਦੇ ਪਿੱਛੇ ਕਾਰਨ ਹੈ ਸੰਧਾਲੀਆ ਸਾਹਿਬ। ਦੇਖੋ, ਜਦੋਂ CID ਹੁੰਦੀ ਸੀ ਨਾ, ਉਦੋਂ ਮਾੜੇ ਮੋਟੇ ਕੋ 2 ਨੰਬਰ ਦੇ ਕੰਮ ਹੁੰਦੇ ਸੀ। ਉਦੋਂ ਤਾਂ ਜਦੋਂ ਇਕੱਲੀ CID ਸੀ, ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਰੇਤਾ 'ਚੋਂ ਵੀ ਪੈਸੇ ਨਿਕਲਦੇ ਆ। ਹਾਂ, ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪਹਾੜਾਂ ਦੀਆਂ ਜੜ੍ਹਾਂ ਦੇ ਵਿੱਚੋਂ ਵੀ ਪੈਸੇ ਨਿਕਲਦੇ ਆ। ਸਹੀ। ਉਦੋਂ ਕਦੇ ਵੀ ਕਿਸੇ ਬੰਦੇ ਨੇ ਇਹ ਗੱਲ ਸੋਚੀ ਨਹੀਂ ਹੋਣੀ ਕਿ ਭਾਈ ਇੱਦਾਂ ਕਰਕੇ ਇੱਕ ਥਾਂ ਜਿਹੜਾ ਜਾਇਜ਼ ਨਹੀਂ ਹੁੰਦਾ, ਉੱਥੇ ਪਲਾਟ ਪਲੂਟ ਕੱਟ ਕੇ ਵੇਚ ਕੇ ਛੱਡ ਕੇ ਭੱਜ ਜੋ, ਉੱਥੋਂ ਵੀ ਪੈਸੇ ਨਿਕਲਦੇ ਆ। ਯਾਨੀ ਉਹ ਤੋਂ ਬਾਅਦ ਜਦੋਂ ਫਿਰ ਇਹਨਾਂ ਚੀਜ਼ਾਂ 'ਚੋਂ, ਰੇਤਾ 'ਚੋਂ ਵੀ ਪੈਸੇ ਨਿਕਲਣ ਲੱਗ ਪਏ, ਫਿਰ ਇਕੱਲੇ CID ਦੇ ਵੱਸ ਦੀ ਗੱਲ ਥੋੜ੍ਹੀ ਰਹਿਣੀ। ਨਹੀਂ, ਅਸਲ 'ਚ ਨਾ ਮੈਨੂੰ ਲੱਗਦਾ ਵੀ ਚਲੋ ਜੇ ਤੁਸੀਂ ਇਹ ਗੱਲ ਛੇੜ ਹੀ ਲਈ ਆ, ਇਹ ਗੱਲ ਮੇਰਾ ਖਿਆਲ ਉਹਦੇ 'ਤੇ ਕੋਈ ਨਹੀਂ ਆਉਂਦਾ, ਪਰ ਆਉਣਾ ਚਾਹੀਦਾ ਹੈ। ਕਿ ਮੇਰਾ ਖਿਆਲ ਮੈਨੀਫੈਸਟੋ ਦੇ ਵਿੱਚ ਹੀ ਕੋਈ ਪਾ ਲੈਣ ਇਹ ਚੀਜ਼, ਕਿਉਂਕਿ ਸੰਵਿਧਾਨ ਦੇ ਮੁਤਾਬਕ ਤੇ ਉਹ ਚੀਜ਼ਾਂ ਹੈਗੀਆਂ ਨੇ, ਪਰ ਉਹਨਾਂ ਨੂੰ ਕੋਈ ਛੇੜ ਕੇ ਰਾਜ਼ੀ ਵੀ ਨਾ ਇਹ ਸਧਾਰਾ ਨੇ ਗਾਂਹ ਜਾ ਕੇ ਅੱਗੇ ਸਾਡਾ ਰਸਤਾ ਕੱਟਣਾ, ਇਹਨੂੰ ਨਹੀਂ ਛੇੜਨਾ, ਇਹਨੂੰ ਰਹਿਣ ਦਿਓ ਇੱਦਾਂ ਹੀ। ਮੋਨੋਪਲੀ ਹੁੰਦੀ ਹੈ ਬਿਜ਼ਨਸ ਦੇ ਵਿੱਚ ਵੀ ਤੁਸੀਂ ਕਿਸੇ ਦੀ ਮੋਨੋਪਲੀ ਨਹੀਂ ਹੋਣ ਦੇ ਏਕਾਧਿਕਾਰ, ਹੈ ਨਾ, ਏਕਾਧਿਕਾਰ ਨਹੀਂ ਹੋ ਸਕਦਾ। ਦੂਜੀ ਗੱਲ ਇਹ ਕਿ ਜਿਹੜੇ ਤੁਹਾਡੇ ਰਾਹ ਨੇ ਉਹ ਆਪਸ 'ਚ ਕੱਟਦੇ ਨਹੀਂ ਹੋਣੇ ਚਾਹੀਦੇ। ਮੰਨ ਲਓ ਵੀ ਇੱਕ ਬੰਦਾ ਰਾਜਨੇਤਾ ਵੀ ਆ ਅਤੇ ਉਹ ਬੰਦਾ ਕਾਰੋਬਾਰੀ ਵੀ ਹੈ, ਜਾਂ ਤਾਂ ਉਹ ਰਾਜਨੇਤਾ ਹੋ ਸਕਦਾ ਜਾਂ ਉਹ ਕਾਰੋਬਾਰੀ ਹੋ ਸਕਦਾ। ਇੱਥੇ ਉਹ ਆਉਂਦੇ ਵੀ ਨਾ ਇਹਨੂੰ ਥੋੜ੍ਹਾ ਐਂ ਘੁਮਾ ਕੇ ਨਾ ਇੱਦਾਂ ਕਰ ਲਓ, ਫਿਰ ਗੱਡੀ ਸਿੱਧੀ ਚੱਲਦੀ ਵੀ ਨਾਲੇ ਰਾਜਨੇਤਾ ਅਤੇ ਨਾਲੇ ਬਿਜ਼ਨਸਮੈਨ। ਹੁਣ ਇਹ ਜਿਹੜਾ ਕੰਮ ਚੱਲ ਪਿਆ, ਕਿਉਂਕਿ ਇਹ ਰੇਤਾ ਤੋਂ ਨਹੀਂ ਪੈਸੇ ਬਣਦੇ, ਮਿੱਟੀ ਤੋਂ ਨਹੀਂ ਬਣਦੇ, ਇਹ ਉਦੋਂ ਦੀਆਂ ਗੱਲਾਂ ਜਦੋਂ ਨਹੀਂ ਹੀ ਬਣਦੇ। ਫਿਰ ਕਹਿੰਦੇ ਰੇਤਾ ਤੋਂ ਪੈਸੇ ਕਿੱਥੇ ਬਣਨਗੇ? ਉਹ ਕਹਿੰਦੇ ਬਣਾਵਾਂਗੇ, ਪਾਲਿਸੀ ਬਣਾਉਣੀ, ਮਿੱਟੀ ਤੋਂ ਵੀ ਬਣਾਉਣੇ ਆ, ਇਹਦੇ ਤੋਂ ਵੀ ਬਣਾਉਣੇ। ਉਹ ਜਿਹੜਾ ਕੰਮ ਚੱਲ ਪਿਆ ਨਾ ਕਿ ਵੀ ਜਿਹੜੇ ਕਾਰੋਬਾਰ ਦੇ ਉੱਪਰ ਕਬਜ਼ਾ ਕਰਨਾ, ਉਹਨੂੰ ਥੋੜ੍ਹਾ ਜਿਹਾ ਸੱਜਿਓ ਖੱਬਿਓਂ ਕਰਕੇ ਉਹ ਜਿਹੜੇ ਰਾਹ ਇੱਦਾਂ ਕੱਟਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਐਂ ਕਰ ਲਓ ਅਤੇ ਉਸ ਤੋਂ ਬਾਅਦ ਚੱਕ ਦਿਓ ਕੰਮ। ਕਿਉਂਕਿ ਕਾਰਨ ਹੈ ਨਾ ਵੀ ਕਰਨਾ ਤਾਂ ਇੱਕ ਨਹੀਂ ਹੁੰਦਾ, ਉਦੋਂ ਬਾਅਦ ਦੂਜੇ ਨੂੰ ਆਪੇ ਪਾ ਲੈਂਦਾ ਵੀ ਇਹਨਾਂ ਨੇ ਰਾਹ ਕੱਢ ਲਏ, ਹੁਣ ਚੱਲਣ ਦਿਓ, ਫਿਰ ਆਪਾਂ ਹੀ ਮਗਰ ਹੀ। ਨਹੀਂ ਸੰਧਾਲੀਆ ਸਾਹਿਬ, ਦੇਖੋ ਇਹ ਤਾਂ ਗੱਲ ਹੈਗੀ ਆ ਕਿ ਉਹਨਾਂ ਨੂੰ ਢੰਗ ਆ ਗਿਆ। ਦੇਖੋ ਪਿੱਛੇ ਜਿਹੇ ਨਾ ਸ਼ਰਾਬ ਦੀ ਇੱਕ ਵਾਰੀ ਗੱਲ ਚੱਲੀ ਸੀ, ਕਿੰਨਾ ਵਧੀਆ ਅੱਗੇ ਹੁੰਦਾ ਸੀ ਜੀ, ਉਹ ਬਦਲੀਆਂ ਦਾ 5000 ਲੈਂਦਾ ਜੀ, ਉਹਨੇ 7000 ਉੱਤੋਂ ਆਹ ਲੈ ਲਿਆ। ਹੁਣ ਕਹਿੰਦੇ ਨਾ ਛੋਟੀਆਂ ਖੇਡਾਂ ਅਸੀਂ ਇਹਨਾਂ ਦੇ ਮਗਰ ਨਹੀਂ ਤੁਰਨਾ, ਫੁੱਲਿਆਂ ਦੇ ਮਗਰ ਜਿਹੜੇ ਆ ਮੱਕੀ ਦੇ ਦਾਣੇ ਭਨਾ ਕੇ ਦਾਣੇ ਚੱਬ ਲਏ, ਇਹਨਾਂ ਦੀ ਗੱਲ ਹੀ ਕੋਈ ਨਹੀਂ। ਤੁਸੀਂ ਇਹ ਦੇਖੋ ਕਿ ਕਿੱਦਾਂ ਦਾ ਸਿਸਟਮ ਚੱਲਿਆ ਸੀ ਕਿ ਕਿਸੇ ਬੰਦੇ ਦੀ ਫੈਕਟਰੀ ਹੈ ਸ਼ਰਾਬ ਦੀ, ਉਹਨੇ ਫੈਕਟਰੀ ਲਾਈ, ਉਹਨੇ ਕੱਚਾ ਮਾਲ ਲਿਆਂਦਾ, ਉਹਨੇ ਸ਼ਰਾਬ ਤਿਆਰ ਕੀਤੀ। ਥੱਲੜੇ ਪਾਸੇ ਕਿਸੇ ਨੇ ਠੇਕੇ ਖੋਲ੍ਹੇ, ਉਹਨੇ 24 ਘੰਟੇ ਠੇਕਾ ਖੋਲ੍ਹਣਾ, ਉਹਨੇ ਵੇਚਣੀ। ਯਾਨੀ ਇੱਕ ਐਸੀ ਕਲਾਸ ਉਹਨਾਂ ਦੇ ਵਿਚਾਲੇ ਪੈਦਾ ਕਰਤੀ, ਅੱਗੇ ਉਹ ਠੇਕੇ ਵਾਲੇ ਸਿੱਧੀ ਖਰੀਦ ਲੈਂਦੇ, ਇੱਕ ਵਿਚਾਲੇ ਕਲਾਸ ਪੈਦਾ ਕਰਤੀ ਕਿ ਨਾ ਤੁਸੀਂ ਸ਼ਰਾਬ ਬਣਾਉਣੀ ਆ, ਕੋਈ ਇਨਵੈਸਟਮੈਂਟ ਨਹੀਂ ਕਰਨੀ, ਨਾ ਤੁਸੀਂ ਲੋਕਾਂ ਨੂੰ ਵੇਚਣੀ ਆ, ਤੁਸੀਂ ਇੱਥੇ ਬੈਠੇ ਆ, ਤੁਸੀਂ ਬਸ ਫੈਕਟਰੀ 'ਚੋਂ ਚੱਕ ਕੇ ਇਹਨੂੰ ਦੇਣੀ ਆ, ਤਾਂ ਰੁਪਈਏ ਸਭ ਤੋਂ ਬਾਅਦ ਤੁਹਾਡੇ ਵੱਟੇ ਜਾਣਗੇ। ਵਾਹ,
ਇਹ ਜਿਹੜਾ ਚੱਕ ਕੇ ਦੂਜੇ ਥਾਂ ਖੜਨ ਵਾਲਾ ਕੰਮ ਹੈ, ਇਹਦੇ 'ਚ ਸਭ ਤੋਂ ਵੱਧ ਝੋਲ ਆ ਤੇ ਸਭ ਤੋਂ ਵੱਧ ਜੇ ਕਰਪਸ਼ਨ ਜਿਹਦੇ ਵਿੱਚ ਸਿਆਸੀ ਲੋਕਾਂ ਦਾ ਨਾਂ ਲੱਗਦਾ ਜੀ, ਉਹ ਇਹੋ ਜਿਹੇ ਕੰਮਾਂ 'ਚ ਹੋਈ। ਇੱਕ ਆਪਾਂ ਦੇਸੀ ਤਰੀਕਾ ਜਿਹੜਾ ਹੁਣੇ ਅਜੇ ਸਾਹਮਣੇ ਆਇਆ ਸੀ, ਉਹ ਵੀ ਚਲੋ ਸ਼ੁਕਰ ਕਰੀਏ ਕਿਸਾਨ ਅੰਦੋਲਨ ਦਾ ਵੀ ਉਹ ਚੱਲਿਆ ਤੇ ਫਿਰ ਉਹ ਗੱਲ ਸਾਹਮਣੇ ਆਈ, ਕਿਉਂਕਿ ਚੱਲਦਾ ਤੇ ਕਹਿੰਦੇ ਪਹਿਲਾਂ ਦਾ ਸੀਗਾ ਵੀ ਝੋਨਾ ਯੂਪੀ ਪੈਦਾ ਹੋਇਆ ਜਾਂ ਬਿਹਾਰ 'ਚ ਪੈਦਾ ਹੋਇਆ, ਉੱਥੋਂ ਸਿਰਫ ਚੁੱਕਣਾ, ਬੀਜਿਆ ਵੀ ਨਹੀਂ, ਪਤਾ ਵੀ ਨਹੀਂ ਕਿੱਥੇ ਆ ਕੀ ਨਹੀਂ ਹੈ, ਉੱਥੋਂ ਸਿਰਫ ਚੁੱਕਣਾ ਤੇ ਚੁੱਕ ਕੇ ਲਿਆਣ ਕੇ ਤੇ ਪੰਜਾਬ ਦੀ ਮੰਡੀ 'ਚ ਢੇਰੀ ਕਰ ਦੇਣਾ। ਨਾ ਉੱਥੋਂ ਕਿਸੇ ਨੂੰ ਲੱਦਣਾ, ਨਾ ਲਦਾਉਣਾ, ਨਾ ਟਰੱਕ ਚਲਾਉਣਾ, ਨਾ ਲਾਉਣਾ, ਨਾ ਛਾਨਣਾ, ਨਾ ਛਨਾਉਣਾ, ਬਸ ਉੱਤੋਂ ਬਸ ਮਲਾਈ ਲਾ ਕੇ ਤੇ ਅੰਦਰ ਪਾ ਲੈਣੀ। ਉੱਥੋਂ 800 ਦਾ, ਇੱਥੇ 1800 ਨੂੰ। ਬੰਦੇ ਲੀਡਰ ਨੂੰ ਝੋਲ ਰੱਖ ਜਾਂਦੇ ਹੋ, ਉੱਥੋਂ ਚੱਕਣਾ ਹੀ, ਮੰਡੀ ਥੋੜੀ ਲਿਆਉਣਾ ਹੀ, ਸਿੱਧਾ ਗਡਾਊਨ 'ਚ ਲਿਆਣਾ, ਕਿਸੇ ਦੇ ਨਾਂ ਪਾਉਣਾ ਹੀ। ਅੱਗੇ ਹੁਣ ਤੁਸੀਂ ਦੇਖੋ ਫਰਕ ਕਿੰਨਾ ਪੈ ਗਿਆ, ਕਹਿੰਦੇ ਕਿਸੇ ਦੇ ਨਾਂ ਕੇਸ ਪਾਤਾ, ਹੁਣ ਕਹਿੰਦੇ ਤੁਹਾਡੇ ਕੀ ਹੋਇਆ, ਸਾਡੇ ਨਾਲ ਜੀ ਝੋਨਾ ਪਾਤਾ। ਆਹੋ ਅਸੀਂ ਤੇ ਵੇਚਿਆ ਨਹੀਂ, ਪਾਪਾ ਗਿਆ ਉਹਦੇ ਜੇ ਫਾਰਮ ਲੈਣ, ਉਹ ਕਹਿੰਦਾ ਤੂੰ ਇੰਨਾ ਵੇਚਿਆ, ਉਹ ਕਹਿੰਦਾ ਮੈਂ ਤਾਂ ਵੇਚ, ਉਹ ਯਾਰ ਕੋਈ ਨਹੀਂ ਫਿਰ ਕੀ ਆ, ਤੂੰ ਚੈੱਕ ਤੇ ਜੀ ਜਿਹੜਾ ਜੇ ਸਾਡੇ ਖੇਤਾਂ 'ਚ ਇੰਨਾ ਝੋਨਾ ਪਾਪੇ ਨੂੰ ਕਸ਼ੀ ਪੈ ਜਾਣੀ। ਹੁਣ ਇਹ ਜਿਹੜੇ ਤਰੀਕੇ ਆ ਇਹ ਕਿੰਨੇ ਕੱਢੇ? ਇਹ ਆਮ ਬੰਦੇ ਨੇ ਤਾਂ ਕੱਢੇ ਨਹੀਂ। ਆਮ ਬੰਦੇ ਨੂੰ ਤਾਂ ਸਮਝ ਨਹੀਂ ਲੱਗਦੀ ਵੀ ਹਾਂਜੀ ਭਾਈ ਸਾਹਿਬ ਕਿਹੜੀ ਪਾਲਿਸੀ ਦੇ ਹਿਸਾਬ ਨਾਲ ਆਪਾਂ ਕਿਹੜੀ ਚੀਜ਼ ਕਿੱਥੇ ਕਰ ਸਕਦੇ, ਕਿੱਥੇ ਨਹੀਂ ਕਰ ਸਕਦੇ। ਹੁਣ ਇਹ ਜਿਹੜੇ ਰਾਹ ਕੱਢ ਲਏ ਗਏ ਆ, ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ ਕਿ ਜੇ ਕਿਸੇ ਨੇ ਚੋਣ ਮੈਨੀਫੈਸਟੋ ਹੁਣ ਬਣਾਉਣਾ ਜਾਂ ਕੋਈ ਬਣਾ ਰਿਹਾ, ਤੇ ਘੱਟੋ ਘੱਟ ਇਹ ਗੱਲਾਂ ਵੀ ਲਿਖ ਲਓ ਉਹਦੇ ਵਿੱਚ ਵੀ ਯਾਰ ਜਿਹੜਾ ਬੰਦਾ ਸਿਆਸਤ 'ਚ ਆਊਗਾ ਉਹ ਬੰਦਾ ਆਪਣੇ ਕੰਮ ਕਾਰੋਬਾਰ ਨਾ ਤੇ ਆਪ ਕਰੂ, ਨਾ ਉਹਦਾ ਕੋਈ ਨੇੜਲਾ ਇੰਗੜੀ ਪੜਿੰਗੜੀ। ਪਿਛਲੇ ਦਿਨੀ ਤੇ ਇਹ ਵੀ ਚਰਚਾ ਚੱਲ ਪਈ ਸੀ, ਕਹਿੰਦੇ ਵੀ ਕੋਈ ਖਾਨਸਾਮਾ ਲਿਆਂਦਾ ਉਹ ਨੇਪਾਲ ਵਾਲੇ ਪਾਸਿਓਂ, ਉਹਦੇ ਨਾਂ ਤੇ ਰੇਤ ਦੀਆਂ ਖੱਡਾਂ ਚੱਲ ਪਈਆਂ। ਮਤਲਬ ਇੱਥੋਂ ਤੱਕ ਵੀ ਨਹੀਂ ਕੰਮ ਚੱਲੂਗਾ। ਇੰਨਾ ਕੁ ਜ਼ਰੂਰ ਕਰ ਲਓ ਵੀ ਜਿਹੜੇ ਬੰਦੇ ਨੇ ਰਾਜਨੀਤੀ ਕਰਨੀ ਵੀ ਯਾਰ ਮੈਨੂੰ ਸਿਰਫ ਨਜ਼ਾਰੇ ਆਉਣੇ ਆ, ਵੀ ਮੈਂ ਹੁਕਮ ਦੇਣਾ, ਤੁਸੀਂ ਉਹ 'ਚ ਸਵਾਦ ਲਓ। ਇਹ ਨਹੀਂ ਵੀ ਹੁਕਮ ਵੀ ਮੈਂ ਦਿਆਂ, ਬੱਤੀ ਵਾਲੀ ਕਾਰ ਵੀ ਮੇਰੇ ਕੋਲੇ, ਉਦੋਂ ਬਾਅਦ ਮਾਇਆ ਵੀ ਮੇਰੇ ਕੋਲੇ, ਸਾਰਾ ਕੁਝ ਹੀ ਮੇਰੇ ਕੋਲੇ, ਤੇ ਫਿਰ ਲੋਕਾਂ ਨੂੰ ਵੈਸੇ ਦੇਸਣ ਕਾਲਾ ਦੇ ਦਿਓ। ਚਲੋ ਤੁਸੀਂ ਤਾਂ ਗੱਲ ਕੀਤੀ ਆ ਤੇ ਸਿਆਸਤਦਾਨਾਂ ਨੇ ਮੰਨਣੀ ਨਹੀਂ, ਕਿਉਂਕਿ ਅੱਗੇ ਕਿਹੜਾ ਮੰਨਦੇ ਆ। ਪਰ ਇੱਕ ਧਿਰ ਹੈਗੀ ਆ ਜਿਹੜੀ 1947 ਤੋਂ ਲੈ ਕੇ 2022 ਆ ਗਿਆ ਤੇ ਪਹਿਲੀ ਵਾਰੀ ਉਹਨਾਂ ਨੇ ਇਹ ਕੰਮ ਲਿਖਤੀ ਕਰ ਦਿੱਤਾ, ਤੇ ਉਹ ਜੂਝਦਾ ਪੰਜਾਬ ਵਾਲੇ ਆ। ਹੁਣ ਅਮਿਤੋਜ ਮਾਨ ਹੋਰੀ, ਬੱਬੂ ਮਾਨ ਹੋਰੀ, ਬਹੁਤ ਸਾਰੇ ਵੱਖ-ਵੱਖ ਖੇਤਰਾਂ ਦੇ ਮਾਹਿਰ ਬੰਦੇ ਜਿਹੜੇ ਆ ਉਹਦੇ ਨਾਲ ਜੁੜੇ ਆ। ਮੈਂ ਮੂਹਰਲੇ ਬੰਦਿਆਂ ਦੇ ਨਾਂ ਤਾਂ ਲਏ ਕਿ ਉਹਨਾਂ ਨੇ ਚੱਕਿਆ। ਉਹ ਕਹਿੰਦੇ ਜੀ ਸਾਨੂੰ 8-10 ਮਹੀਨੇ ਹੋ ਗਏ, ਉਹਨਾਂ ਨੇ ਇੱਕ ਮੰਗ ਰੱਖੀ ਹੈ, ਚੋਣਾਂ ਉਹਨਾਂ ਨੇ ਲੜਨੀਆਂ ਨਹੀਂ, ਸਾਰੀਆਂ ਸਿਆਸੀ ਪਾਰਟੀਆਂ ਤੋਂ ਇੱਕ ਮੰਗ ਰੱਖੀ ਹੈ ਕਿ ਤੁਸੀਂ ਸਾਡੇ ਏਜੰਡੇ ਦੇ ਨਾਲ ਸਹਿਮਤ ਹੋਵੋ। ਇੱਕ ਮੰਗ ਬਹੁਤ ਸਾਰੀਆਂ ਮੰਗਾਂ ਦੇ ਵਿੱਚੋਂ ਕੀ ਹੈ ਕਿ ਜਿਹਦੀ ਮਰਜ਼ੀ ਸਰਕਾਰ ਆਵੇ, ਪਿਛਲੇ 20 ਸਾਲ 2001 ਤੋਂ ਲੈ ਕੇ, ਕਿਉਂਕਿ 22 ਤਾਂ ਜੇ ਸ਼ੁਰੂ ਹੋਇਆ ਨਾ, 2001 ਤੋਂ ਲੈ ਕੇ ਹੁਣ ਤੱਕ ਜਿੰਨੇ ਪੰਜਾਬ ਦੇ ਮੁੱਖ ਮੰਤਰੀ, ਜਿੰਨੇ ਪੰਜਾਬ ਦੇ ਕੈਬਨਿਟ ਮੰਤਰੀ, ਜਿੰਨੇ ਪੰਜਾਬ ਦੇ ਰਾਜ ਮੰਤਰੀ, ਜਿੰਨੇ ਪੰਜਾਬ ਦੇ ਵਿਧਾਇਕ ਤੇ ਵੱਡੇ ਅਫਸਰ, ਉਹਨਾਂ ਸਾਰਿਆਂ ਦੀ ਪਿਛਲੇ 20 ਸਾਲਾਂ ਦੀ ਪ੍ਰਾਪਰਟੀ ਦੀ ਜਾਂਚ ਕਰਾਉਣੀ ਹੈ, ਚੱਲ ਤੇ ਅਚਲ, ਕਿ ਜਦੋਂ 2001 ਸੀ ਤਾਂ ਉਹਨਾਂ ਦੇ ਕੋਲੇ ਕਿੰਨੇ ਕਾਰੋਬਾਰ ਸੀ, ਕੀ ਰੁਪਈਏ ਧੇਲੇ ਸੀ, ਕਿੰਨੇ ਗਹਿਣੇ ਸੀ, ਕਿੰਨੀ ਉਹਨਾਂ ਦੇ ਰਿਸ਼ਤੇਦਾਰਾਂ ਦੀ ਪ੍ਰਾਪਰਟੀ ਸੀ, ਸਾਰਾ ਕੁਝ, ਕਿ ਪਿਛਲੇ 20 ਸਾਲਾਂ ਦੇ ਵਿੱਚ। ਉਹ ਕਹਿੰਦੇ ਜੇ ਜਾਂਚ ਪੜਤਾਲ ਕਰਾਈਏ ਤੇ ਆਪਣੇ ਆਪ ਸਾਹਮਣੇ ਆ ਜਾਊਗਾ ਕਿ ਭਾਈ ਉਸ ਸਾਲ ਉਸ ਬੰਦੇ ਦੀ ਮੰਨ ਲਓ ਲੱਖ ਦੀ ਪ੍ਰਾਪਰਟੀ ਸੀ, ਅਗਲੇ ਸਾਲ 90 ਲੱਖ ਦੀ ਹੋ ਗਈ, ਫਿਰ 3 ਕਰੋੜ ਦੀ ਹੋ ਗਈ। ਬਹੁਤ ਸਾਰੇ ਲੋਕ ਇਹਦੇ ਵਿੱਚ ਵੀ ਸਵਾਲ ਕਰਦੇ ਜੀ ਆਪਣੇ ਨਾਂ ਨਹੀਂ ਉਹ ਰੱਖਦੇ ਹੁੰਦੇ, ਨਹੀਂ ਰੱਖਦੇ ਹੋਣੇ। ਮੈਂ ਕਹਿੰਦਾ ਸੰਧਾਲੀਆ ਸਾਹਿਬ ਇਹਨਾਂ ਦੇ ਘਰਾਂ 'ਚ ਹੀ ਛਾਪੇ ਪੈ ਜਾਣ, ਇਹਨਾਂ ਬੰਦਿਆਂ ਦੇ ਘਰਾਂ 'ਚ ਹੀ ਜੇ ਛਾਪੇ ਪੈ ਜਾਣ, ਇਹਨਾਂ ਦੇ ਫਰਨੀਚਰ ਦੀ ਕਾਸਟ, ਇਹਨਾਂ ਦੇ ਘਰਾਂ ਦੇ ਵਿੱਚ ਪਏ ਕੱਪੜੇ, ਇਹਨਾਂ ਦੇ ਘਰਾਂ 'ਚ ਪਈਆਂ ਘੜੀਆਂ, ਇਹਨਾਂ ਦੇ ਘਰਾਂ 'ਚ ਪਏ ਭਾਂਡੇ, ਇਹਨਾਂ ਦੇ ਘਰਾਂ ਦੇ ਵਿੱਚ ਪਿਆ ਵਿਦੇਸ਼ੀ ਦੇਸੀ ਜਿਹੜਾ ਸਮਾਨ ਬ੍ਰਾਂਡਡ ਹੈਗਾ, ਉਹਦੀ ਕਾਸਟ ਹੀ ਲਾ ਲਈ ਜਾਵੇ ਤੇ ਇਹਨਾਂ ਤੋਂ ਹਿਸਾਬ ਨਹੀਂ ਦੇਣਗੇ। ਇਹ ਗੱਲ ਇਹ ਠੀਕ ਆ, ਮੰਗ ਉਹਨਾਂ ਦੀ ਜਾਇਜ਼ ਆ, ਲਿਖਤੀ ਆ, ਇਹਦੀ ਲਿਖਤੀ ਆ, ਪਰ ਇਹਦੇ 'ਚ ਇੱਕ ਝੋਲ ਆ ਕੀ ਉਹਦਾ ਇਲਾਜ ਪਤਾ ਨਹੀਂ ਚਾਈਨਾ ਤੋਂ ਕਰਾ ਲੈਣ ਜਾਂ ਅਮਰੀਕਾ ਤੋਂ ਕਰਾ ਲੈਣ ਜਾਂ ਕਿਸੇ ਹੋਰ ਸਾਇੰਸਦਾਨ ਨੂੰ ਕਹਿਣ, ਉਹਦੇ ਕੋਲੋਂ ਬਣਾਉਣ ਟੀਕਾ। ਉਹ ਟੀਕਾ ਜਿਹੜਾ ਉਹ ਇਮਾਨਦਾਰੀ ਦਾ ਹੋਵੇ, ਕਿਉਂਕਿ ਜਿਹੜੇ ਬੰਦੇ ਕੋਲੋਂ ਜਾਂਚ ਕਰਾਉਣੀ ਪਹਿਲਾਂ ਉਹਨੂੰ ਲਾਉਣਾ ਪੈਣਾ। ਇੱਕ ਜਿਹੜਾ ਪੁਰਜਾ ਵੈਸੇ ਤਾਂ ਅੱਜਕੱਲ੍ਹ ਬਹੁਤ ਘੱਟ ਲੱਭਦਾ, ਜੇ ਹੋਵੇ ਤਾਂ ਸ਼ਾਇਦ ਪੰਜਾਬ ਦੇ ਆਹ ਹਾਲਾਤ ਨਾ ਹੁਣ, ਉਹਨੂੰ ਕਹਿੰਦੇ ਜ਼ਮੀਰ। ਉਹ ਜੇ ਪਹਿਲਾਂ ਚੈੱਕ ਕਰਾਉਣਾ ਪੈਣਾ ਵੀ ਅੰਦਰ ਹੈਗਾ, ਜੇ ਨਹੀਂ ਹੈਗਾ ਤਾਂ ਫਿੱਟ ਕਰਾਉਣਾ ਪੈਣਾ ਜਿਹੜੇ ਬੰਦੇ ਨੇ ਵੀ ਜਾਂਚ ਕਰਨੀ ਹੈ। ਕਿਉਂਕਿ ਮੁਸ਼ਕਿਲ ਇਹ ਹੈ ਨਾ ਵੀ ਜਿੱਦਾਂ ਹੁਣ 2001 ਤੋਂ ਲੈ ਕੇ ਤੁਸੀਂ ਕਹਿੰਦੇ ਸਿਆਸਤਦਾਨ ਤੇ ਵੱਡੇ ਅਫਸਰਾਨ ਜਾਂ ਹੋਰ ਵੀ ਜਿਹੜੇ ਬੰਦੇ ਕੋਲੇ ਹਰਾ ਪੈਨ ਹੈਗਾ ਜਾਂ ਰਿਹਾ ਕਿਤੇ, ਉਹਦੀ ਜਾਂਚ ਕਰਾਓ। ਹੁਣ ਜਿਹੜੇ ਬੰਦਿਆਂ ਨੇ ਕਰਨਾ ਹੈ ਵੀਰ ਜੀ, ਅਗਲਾ ਵੀ ਤੇ ਉੱਥੋਂ ਹੀ ਲੰਘਿਆ ਜਾਂ ਅਗਲਾ ਕਹਿੰਦਾ ਵੀ ਅੱਛਾ ਇਦਾਂ ਹੀ ਹੋਣੀ, ਫਿਰ ਹੁਣ ਤੂੰ ਆਏਗਾ ਜਾਂਚ ਕਰਨ। ਸੰਧਾਲੀਆ ਸਾਹਿਬ 2 ਕਰੋੜ ਤੇ 12 ਲੱਖ ਵੋਟ ਨੇ ਪੰਜਾਬ 'ਚ, ਵੱਧ ਤੋਂ ਵੱਧ 2 ਲੱਖ ਬੰਦੇ ਨੇ ਜਿਹੜੇ ਸੱਤਾ 'ਚ ਨੇ। 2 ਲੱਖ ਮੈਂ ਇਸ ਕਰਕੇ ਕਹਿਤਾ, ਉਹਨਾਂ ਦੇ ਵਿੱਚ MLA, MP, ਵੱਡੇ ਅਫਸਰ, ਸੇਵਾ ਮੁਕਤ ਅਫਸਰ, ਸੇਵਾ ਮੁਕਤ ਸਿਆਸਤਦਾਨ, ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਬਣਨ ਵਾਲੇ ਸਿਆਸਤਦਾਨ ਤੇ ਬਣਨ ਵਾਲੇ ਅਫਸਰ। 2 ਲੱਖ ਤੋਂ ਵੱਧ ਬੰਦਾ ਨਹੀਂ ਹੋਣਾ। ਬਾਕੀ 2 ਕਰੋੜ 10 ਲੱਖ ਬੰਦਾ ਆਮ ਹੈ।
ਬੜਾ ਕੁਝ ਹੁੰਦਾ। ਜਾਣੀ ਆਮ ਲੋਕ ਜੇ ਸਿੱਧੇ ਹੋ ਗਏ, ਜੇ ਆਮ ਲੋਕ ਸਿੱਧੇ ਹੋ ਗਏ ਤਾਂ ਇਹਨਾਂ ਦੇ ਵਿੱਚੋਂ ਜ਼ਮੀਰ ਵਾਲਾ ਪੁਰਜਾ ਜਿਹੜਾ ਇਹਨਾਂ ਨੇ ਪਾਸੇ ਕਰਕੇ ਰੱਖਿਆ, ਇਹਨਾਂ ਨੂੰ ਪਾਉਣਾ ਪੈਣਾ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਵੇਰੀਏਸ਼ਨ ਬੜਾ ਹੈ, ਉਹਨਾਂ ਦੇ ਵਿੱਚ ਲਚਕੀਲਾਪਣ ਬੜਾ ਹੈ। ਹੁਣ ਭਗਵੰਤ ਮਾਨ ਹੋਰਾਂ ਦਾ ਨਾਮ ਅਨਾਉਂਸ ਹੋਇਆ ਧੂਰੀ ਤੋਂ, ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਕਿ ਉੱਥੋਂ ਕੀ ਹੋਊਗਾ। ਮੈਂ ਜਸਟ ਧੂਰੀ ਵਿਧਾਨ ਸਭਾ ਹਲਕੇ ਦੀ ਉਦਾਹਰਣ ਦਿੰਨਾ ਕਿ ਜਦੋਂ ਕੋਈ ਬੰਦਾ ਕਹਿੰਦਾ ਹੁੰਦਾ ਪੰਜਾਬ 'ਚ ਨਹੀਂ ਕੁਝ ਹੋ ਸਕਦਾ, ਪੰਜਾਬ ਦੇ ਵਿੱਚ ਸੰਭਵ ਨਹੀਂ, ਲੋਕ ਇੱਥੇ ਇਦਾਂ ਦੇ ਹੀ ਹੈ, ਕਿਉਂਕਿ ਧੂਰੀ ਹਲਕਾ ਚਰਚਾ ਦੇ ਵਿੱਚ ਬੜਾ ਹੈ। ਮੈਂ ਇਸ ਕਰਕੇ ਉਹਦੀ ਐਗਜ਼ਾਮਪਲ ਦੇ ਦੇਣਾ। 1972 'ਚ ਧੂਰੀ ਵਿਧਾਨ ਸਭਾ ਹਲਕੇ ਤੋਂ ਕਾਮਰੇਡਾਂ ਦਾ ਐਮਐਲਏ ਬਣਿਆ, ਖੱਬੇ ਪੱਖੀਆਂ ਦਾ, ਕਮਿਊਨਿਸਟ ਪਾਰਟੀ ਦਾ ਬੰਦਾ ਹੈ। ਉਹਦੇ ਤੋਂ ਬਾਅਦ ਵੱਖਰੇ ਵੱਖਰੇ ਬਣਦੇ ਰਹੇ। 85 'ਚ ਅਕਾਲੀ ਬਣ ਗਿਆ, 2002 ਦੇ ਵਿੱਚ ਫਿਰ ਅਕਾਲੀ ਦਲ ਵਾਲੇ ਬਣ ਗਏ, 2 ਵਾਰੀ ਉੱਥੇ ਆਜ਼ਾਦ ਬੰਦਾ ਜਿੱਤ ਗਿਆ। ਇਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਪਿਛਲੀ ਚੋਣ ਜਿਹੜੀ ਹੈ 2012 ਵਾਲੀ ਦੀ ਗੱਲ ਕਰਦਾ ਹੈ, ਉਦੋਂ ਜਿਹੜੇ ਬੰਦੇ ਉੱਥੋਂ ਜਿੱਤੇ ਉਹ ਅੱਜ ਕੱਲ੍ਹ ਖੰਨਾ ਸਾਹਿਬ, ਅਰਵਿੰਦ ਖੰਨਾ ਸਾਹਿਬ, ਉਹ ਭਾਰਤੀ ਜਨਤਾ ਪਾਰਟੀ 'ਚ ਨੇ। ਜਾਣੀ ਕਿ ਜੇ ਉਹ ਕਾਂਗਰਸੀਆਂ ਨੂੰ ਜਿਤਾਉਂਦੇ ਰਹੇ, ਉਹਨਾਂ ਨੇ ਅਕਾਲੀਆਂ ਨੂੰ ਵੀ ਜਿਤਾ ਕੇ ਦੇਖਿਆ, 2 ਵਾਰੀ ਆਜ਼ਾਦ ਵੀ ਜਿਤਾਤਾ, ਉਹਨਾਂ ਨੇ ਕਾਮਰੇਡ ਬੰਦਾ ਵੀ ਜਿਤਾਤਾ, ਤੇ 2017 ਦੇ ਵਿੱਚ ਸਿਆਸੀ ਪਿਛੋਕੜ ਮੈਨੂੰ ਨਹੀਂ ਲੱਗਦਾ ਕਿ ਦਲਬੀਰ ਸਿੰਘ ਗੋਲਡੀ ਦਾ ਕੋਈ ਹੈਗਾ। ਵਿਦਿਆਰਥੀ ਸਿਆਸਤ ਵਿੱਚ ਜ਼ਰੂਰ ਸੀ, ਕਿੱਦਾਂ ਦਾ ਕੰਮ ਕੀਤਾ ਕਿੱਦਾਂ ਦਾ ਨਹੀਂ ਉਹ ਗੱਲ ਵੱਖਰੀ ਹੈ। ਪਰ ਜੇ ਆਪਾਂ ਧੂਰੀ ਨੂੰ ਹੀ ਦੇਖ ਲਈਏ ਕਿ ਧੂਰੀ ਦੇ ਲੋਕ ਤਬਦੀਲੀ ਚਾਹੁੰਦੇ ਰਹਿੰਦੇ ਆ, ਇਸੇ ਕਰਕੇ ਉਹਨਾਂ ਨੇ ਕਿਸੇ ਇੱਕ ਬੰਦੇ ਦੇ ਅੰਨੇ ਭਗਤ ਬਣ ਕੇ ਨਹੀਂ ਦੇਖਿਆ। ਕਾਮਰੇਡਾਂ ਨੂੰ ਵੀ ਮੌਕਾ ਦਿੱਤਾ, ਅਕਾਲੀਆਂ ਨੂੰ ਵੀ ਦਿੱਤਾ, ਕਾਂਗਰਸੀਆਂ ਨੂੰ ਵੀ ਦਿੱਤਾ, ਪੁਰਾਣਿਆਂ ਨੂੰ ਵੀ ਦਿੱਤਾ, ਨਵਿਆਂ ਨੂੰ ਵੀ ਦਿੱਤਾ, 2 ਵਾਰੀ ਆਜ਼ਾਦ ਵੀ ਜਿਤਾਤੇ। ਇਸ ਕਰਕੇ ਲੋਕਾਂ ਨੂੰ ਸਮਝ ਆਉਣ ਲੱਗ ਪਈ ਕਿ ਭਾਈ ਕਹਾਣੀ ਕਿਤੇ ਹੋਰ ਹੈ, ਇਹ ਅਮੀਰ ਹੋਈ ਜਾਂਦੇ ਆ, ਪੰਜਾਬ ਸੂਬਾ ਡੁੱਬਦਾ ਜਾਂਦਾ। ਜੇ ਲੋਕ ਸਿੱਧੇ ਹੋ ਗਏ, 27 28 ਦਿਨ ਅਜੇ ਹੈਗੇ ਤੇ ਲੋਕ ਸਿੱਧੇ ਹੋਣ ਲੱਗ ਪਏ ਆ, ਜ਼ਮੀਰ ਵਾਲਾ ਪੁਰਜਾ ਵੀ ਆ ਜਾਣਾ। ਇਮਾਨਦਾਰੀ ਵਿੱਚ ਟੀਕਾ ਚੀਨ ਤੋਂ ਲਾਉਣ ਦੀ ਲੋੜ ਨਹੀਂ, ਓੜ ਪੁੜ ਫਿਰ ਪੱਥਰ ਝੱਟ ਦਾ ਪੱਤਾ ਰੱਖ ਕੇ ਲੋਕੀ ਪੰਛੀ ਕਰ ਦਿੰਦੇ ਹੁੰਦੇ ਆ। ਮੈਂ ਤਾਂ ਕਹਿਣ ਡਿਆ, ਅੱਕ ਲਿਆਉਣ ਇੱਕ ਅੱਕ ਦਾ ਪਤਾ ਹੈ, ਤੱਤਾ ਕਰਕੇ ਉਹ ਬੰਨਣ ਫੋੜੇ ਤੇ ਮਾੜਾ ਜਿਹਾ ਰੌਲਾ ਪਾਉਣਾ, ਬੰਦਾ ਫੜ ਲੈਣਾ ਹੀ ਹੋਵੇ। ਉਦੋਂ ਬਾਅਦ ਉਹ ਵਗੇ, ਉਦੋਂ ਬਾਅਦ ਨਿਕਲੇ ਵਿੱਚੋਂ ਸਾਰਾ ਇੱਕਰਾਂ ਦੇ ਫੇਰ ਆ ਕੇ ਵੀ ਲੈ ਹੁਣ ਲੱਤ ਠੀਕ ਹੋ ਜਾਣੀ, ਹੁਣ ਤੁਰਨ ਲੱਗ ਪੈਣਾ ਇਹਨੇ, ਜਿਹੜਾ ਪੰਜਾਬ ਇੰਨੇ ਚਿਰ ਦਾ ਮੰਜੇ ਤੇ ਖਿੱਚ ਜੀ ਪਈ ਸੀ ਹਟ ਗਈ ਹੁਣ। ਇਹ ਹੋ ਜਵੇ ਤੇ ਚੰਗੀ ਗੱਲ ਹੈ, ਪਰ ਚਲੋ ਤੁਰੇ ਆ ਬੰਦੇ ਲੱਗੇ ਆਪੋ ਆਪਣੇ ਕੰਮ ਤੇ, ਆਪਾਂ ਨੂੰ ਜਿਹੜੇ ਕੰਮ ਲਿਖਿਆ ਆਪਾਂ ਉਹ ਵੀ ਕਰ ਲਈਏ ਕਿ ਨਹੀਂ। ਰੱਖਿਆ ਹੀ ਕਿਸੇ ਨੇ ਆਪਾਂ ਨੂੰ। ਲੈ ਦੱਸੋ, ਕਮਾਲ ਕਰਦੇ, ਮਾਲਕ ਵੀ ਵੇਂਦੇ ਹੋਣੇ, ਕਹਿੰਦੇ ਕਾਕਾ ਹੈਲੋ ਬਾਠ ਜਰਾ ਤਿੱਖਾ, ਘੱਟ ਤਿੱਖਾ ਹੈ ਨਾ, ਠੰਡਾ ਰੱਖਣਾ ਹੀ ਕੰਮ। ਅੱਛਾ ਗੱਲ ਹੈ ਵਾਟ ਸਾਹਿਬ ਕਿ ਵੀ ਖਬਰਾਂ ਦੀ ਗੱਲ ਕਰੀਏ ਤੇ ਚਲੋ ਈਡੀ ਤੇ ਆ ਜਾਂਦੇ ਆ। ਈਡੀ ਵਾਲੇ ਜਿਹੜੇ ਛਾਪੇ ਵੱਜੇ ਉੱਤੇ ਹੁਣ ਬੀਜੇਪੀ ਵਾਲਿਆਂ ਦਾ ਆਪਣਾ ਪ੍ਰਤੀਕਰਮ ਆਇਆ। ਉਹ ਕਹਿੰਦੇ ਯਾਰ ਐਵੇਂ ਵੇਖੋ, ਸਾਡੇ ਵੱਲ ਉਂਗਲਾਂ ਕਰਨ ਦੀ ਲੋੜ ਕੋਈ ਨਹੀਂ, ਸਾਡਾ ਕੰਮ ਹੈ ਸਿਆਸਤ ਕਰਨਾ, ਸਾਡੀ ਇੱਕ ਸਿਆਸੀ ਪਾਰਟੀ, ਅਸੀਂ ਆਪਣਾ ਕੰਮ ਕਰਦੇ ਹਾਂ। ਜਿਹੜੀ ਇੱਕ ਏਜੰਸੀ ਉਹ ਦੇਸ਼ ਦੀ ਏਜੰਸੀ ਆ, ਏਜੰਸੀ ਨੂੰ ਕੁਝ ਲੱਗਾ, ਉਹਦੇ ਏਜੰਸੀ ਨੇ ਜਾ ਕੇ ਛਾਪਾ ਮਾਰ ਲਿਆ। ਉਹ ਕਹਿੰਦੇ ਵੀ ਸਾਨੂੰ ਜੋ ਆਣ ਕੇ ਆਖੀ ਜਾਂਦੇ ਤੁਸੀਂ ਛਾਪਾ ਮਰਾਦਾ, ਤੁਸੀਂ ਛਾਪਾ ਮਰਾਦਾ, ਉਹਦੇ ਨਾਲੋਂ ਚੰਗਾ ਏਜੰਸੀ ਵਾਲਿਆਂ ਨੂੰ ਦੱਸੋ ਵੀ ਇਹ ਪੈਸੇ ਆਏ ਕਿੱਥੋਂ, ਇਹ ਵੀਰ ਜੀ ਘੜੀਆਂ 12-12 ਲੱਖ ਦੀਆਂ ਕਿੱਥੋਂ ਆਈਆਂ, ਕੋਈ ਸਾਨੂੰ ਵੀ ਦੱਸ ਦਿਓ ਵੀ ਕਿਹੜੀ ਹੱਟੀ ਆ, ਅਸੀਂ ਵੀ ਪਾ ਲੈਂਦੇ ਹਾਂ, ਕੀ ਫਰਕ ਪੈਂਦਾ। ਉਹ ਤੇ ਆਪਣਾ ਪੱਲਾ ਛਡਾ ਕੇ ਨਿਕਲ ਗਏ। ਦੂਜੇ ਪਾਸੇ ਜੇ ਆਪਾਂ ਬਾਕੀਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੁਣ ਕਾਂਗਰਸ ਪਾਰਟੀ ਵਾਲੇ ਦੂਜੇ ਲੀਡਰ ਸਾਹਿਬਾਨ ਉਹ ਸਿੱਧੇ ਇਲੈਕਸ਼ਨ ਕਮਿਸ਼ਨ ਕੋਲ ਜਾ ਵੜੇ। ਉਹ ਕਹਿੰਦੇ ਆਹ ਦੇਖੋ ਮਹਾਰਾਜ, ਹੁਣ ਤੇ ਕਲੀਅਰ ਹੋ ਗਿਆ ਤੁਹਾਡੇ ਸਾਹਮਣੇ ਹਜ਼ੂਰ, ਇਹ ਤੇ ਸਾਨੂੰ ਠੋਕਣ ਤੇ ਹੋਏ, ਇਹਨਾਂ ਨੂੰ ਲੱਗਦਾ ਵੀ ਆਪਾਂ ਭਾਈ ਸਾਹਿਬ ਇਹ ਬੰਦਾ ਚੁੱਕ ਕੇ ਅੰਦਰ ਕਰ ਦੇਣਾ, ਮੁੱਖ ਮੰਤਰੀ ਦਾ ਇਹ ਚਿਹਰਾ ਇਹਨਾਂ ਦਾ, ਇਹ ਇਲੈਕਸ਼ਨ ਨਹੀਂ ਲੜ ਸਕੂਗਾ। ਤੇ ਕਾਂਗਰਸ ਪਾਰਟੀ ਗਈ, ਸਾਡਾ ਕੁਛ ਸੋਚੋ ਮਹਾਰਾਜ, ਅਸੀਂ ਰਗੜੇ ਜਾਣਾ। ਦੇਖੋ ਸੰਧਾਲੀਆ ਸਾਹਿਬ, ਤੁਸੀਂ ਜਿੱਧਰੋਂ ਸ਼ੁਰੂ ਕੀਤਾ ਮੈਂ ਦੂਸਰੇ ਪਾਸਿਓਂ ਸਾਰੇ ਪਾਸੇ ਘੇਰਾ ਵੜ ਲਓ, ਘੇਰਾ ਵੜ ਲਓ, ਕਣਕ ਵੱਢਣੀ ਦੀ ਕਹਿੰਦੇ ਤੁਸੀਂ ਉਧਰ ਆਪਾਂ ਨਾਲੇ ਪਤਾ ਲੱਗ ਜੂ ਕਿੰਨੇ ਕਿੰਨੀ ਵੱਡੀ ਆ। ਬੀਬੀ ਹਰਸਿਮਰਤ ਕੌਰ ਬਾਦਲ ਬੋਲੇ, ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਚਰਚਾ ਛੇੜੀ। ਬੀਬੀ ਬਾਦਲ ਕਹਿੰਦੀ ਕਿ ਅਸਲ 'ਚ ਪਹਿਲਾਂ ਪਤਾ ਲੱਗ ਗਿਆ ਸੀ ਇਹਨਾਂ ਨੂੰ ਥੋੜ੍ਹਾ ਜਿਹਾ, ਬਹੁਤੇ ਪੈਸੇ ਤਾਂ ਚੰਨੀ ਸਾਹਿਬ ਨੇ ਆਪਣੇ ਸਰਕਾਰੀ ਘਰ 'ਚ ਹੀ ਰੱਖ ਲਏ ਆ, ਉਹ ਤਾਂ ਜਿੰਨੇ ਕੁ ਉੱਥੇ ਇੱਧਰ ਉੱਧਰ ਪੈ ਕੇ ਤੇ ਖੂੰਜੇ ਖਾਂਜੇ 'ਚ ਰਹਿ ਗਿਆ ਸੀ, ਅਜੇ ਤਾਂ ਉਹੀ ਕਾਬੂ ਆਏ ਆ। ਚੰਨੀ ਸਾਹਿਬ ਨੇ ਪੰਜਾਬ ਲੁੱਟ ਕੇ ਖਾ ਲਿਆ। ਇਹ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਕਹਿਣਾ ਹੈ। ਇੱਦਾਂ ਹੀ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਆਖਿਆ ਹੈ। ਹੁਣ ਜਦੋਂ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਸਰਕਾਰੀ ਰਿਹਾਇਸ਼ 'ਚ ਪੈਸੇ ਰੱਖੇ ਆ, ਬਈ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਟਾਈਮ ਨਾਲ ਕਿ ਭਾਈ ਕਿਹੜੇ ਟਰੱਕ ਦੇ ਵਿੱਚ ਲੱਦ ਕੇ ਉਹ ਲੈ ਕੇ ਗਏ ਆ। ਦੂਸਰੀ ਗੱਲ ਜਿਹੜੀ ਤੁਸੀਂ ਭਾਜਪਾ ਵਾਲਿਆਂ ਦੀ ਆਖੀ ਆ, ਅਵਿਨਾਸ਼ ਰਾਏ ਖੰਨਾ ਉਹਨਾਂ ਦੇ ਵੱਡੇ ਲੀਡਰ ਨੇ। ਹੁਣ ਅਵਿਨਾਸ਼ ਰਾਏ ਖੰਨਾ ਹੋਰੀ ਕੈਬਨਿਟ ਮਿਨਿਸਟਰ ਵੀ ਰਹੇ ਆ, ਰਾਜ ਸਭਾ ਦੇ ਮੈਂਬਰ ਵੀ ਰਹੇ ਆ। ਜਿਹੜੇ ਗੜਸ਼ੰਕਰ ਹਲਕੇ ਦਾ ਅੱਜ ਕੱਲ੍ਹ ਬਹੁਤ ਰੌਲਾ, ਉੱਥੋਂ ਵਿਧਾਇਕ ਬਣੇ ਸੀ, ਉਹ ਵੀ ਹਲਕਾ ਕਿਸੇ ਕਦੇ ਕਾਮਰੇਡਾਂ ਦਾ ਸੀ, ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ, ਕਿਸੇ ਵੇਲੇ ਅਕਾਲੀ ਵੀ ਜਿੱਤਿਆ। ਮੈਂ ਬਾਰ-ਬਾਰ ਇਹ ਸਾਰੀ ਐਗਜ਼ਾਮਪਲ ਤਾਂ ਦਿੰਦਾ ਉਦਾਹਰਣ ਕਿ ਕਿਸੇ ਨੂੰ ਇਸ ਗੱਲ ਦਾ ਸ਼ੱਕ ਨਾ ਰਹੇ ਕਿ ਪੰਜਾਬ ਖਰੇ ਉਹਨਾਂ ਦੀ ਸਿਆਸੀ ਤੌਰ ਤੇ ਜਗੀਰ ਆ। ਇੱਕ ਹਲਕੇ ਦੇ ਵਿੱਚ 4-4 5-5 ਪਾਰਟੀਆਂ ਨੂੰ ਪੰਜਾਬ ਦੇ ਲੋਕ ਮੌਕਾ ਦਿੰਦੇ ਰਹੇ, ਇਸ ਕਰਕੇ ਕਿਸੇ ਨੇ ਕੀਲੇ ਨਾਲ ਨਹੀਂ ਬੰਨਿਆ ਪੰਜਾਬ। ਕੋਈ ਪਤਾ ਨਹੀਂ ਲੋਕਾਂ ਦਾ ਕਿ ਉਹਨਾਂ ਨੇ ਕਿੱਧਰਲੇ ਪਾਸੇ ਨੂੰ ਤੁਰ ਜਾਣਾ।
ਖੰਨਾ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਐਵੇਂ ਸਾਡੇ ਤੇ ਤੂੜਾ ਨਾ ਝਾੜੀ ਜਾਓ, ਨਾਲੇ ਤੁਸੀਂ ਕਹਿੰਦੇ ਹੋ ਕਿ ਭਾਜਪਾ ਮੁਕਾਬਲੇ 'ਚ ਨਹੀਂ, ਨਾਲੇ ਤੁਸੀਂ ਕਹੀ ਜਾਂਦੇ ਹੋ ਕਿ ਭਾਜਪਾ ਦੇ ਪੱਲੇ ਕੱਖ ਨਹੀਂ, ਫਿਰ ਸਾਡੇ ਤੇ ਇਲਜ਼ਾਮ ਬਿਲਕੁਲ ਲਾਉਣ ਦੀ ਲੋੜ ਨਹੀਂ। ਜੇ ਤੁਸੀਂ ਦੁੱਧ ਧੋਤੇ ਹੋ ਅਦਾਲਤ 'ਚ ਜਾਓ ਜਾਂ ਕੀੜੀ ਦੇ ਕੇਸ ਕਰ ਦਿਓ, ਕਹਿੰਦੇ ਗੱਲ ਕੀਤਾ ਆ ਵੀ ਉਧਰ ਕੋ ਜੋ। ਅੱਛਾ, ਇੱਕ ਘੇਰਾ ਹੋਰ ਰਹਿ ਗਿਆ, ਉਹ ਆਮ ਆਦਮੀ ਪਾਰਟੀ ਵਾਲਾ ਰਾਘਵ ਚੱਡਾ ਸਾਹਿਬ, ਪਤਾ ਨਹੀਂ ਅੱਜ ਵੀ ਲੋਈ ਲੈ ਕੇ ਬੈਠੇ ਜਾਂ ਤੇ ਚੰਨੀ ਸਾਹਿਬ ਦਾ ਕਿਤੇ ਪਰਛਾਵਾਂ ਤਾਂ ਨਹੀਂ ਆ ਗਿਆ ਉਧਰਲੇ ਪਾਸੇ, ਲੋਈ ਲੈ ਕੇ ਬੈਠੇ। ਤੇ ਬਾਕੀ ਇੱਕ ਤਾਂ ਉਹਨੇ ਅਨਾਊਂਸ ਕੀਤਾ ਵੀ ਸਾਡੇ ਵੀ ਸੀਐਮ ਚਿਹਰਾ ਮਾਨ ਸਾਹਿਬ ਧੂਰੀਓਂ ਲੜਨਗੇ, ਆਪਾਂ ਉੱਥੇ ਆਉਂਦੇ ਹਾਂ। ਦੂਜੀ ਗੱਲ ਕਹਿੰਦੇ ਵੀ ਯਾਰ ਮੈਨੂੰ ਆਖੀਆਂ ਦੇ ਰਾਘਵ ਚੱਡੇ ਦੇ ਦੋਸ਼ ਲਾਉਂਦਾ, ਰਾਘਵ ਚੱਡਾ ਦੋਸ਼, ਕਹਿੰਦੇ ਯਾਰ ਰਾਘਵ ਚੱਡਾ ਕਿਤੇ ਉਹਦੇ ਘਰੇ 10 ਕਰੋੜ ਰੱਖਿਆ, ਦੱਸ ਵੀ ਮੈਂ ਥੋੜਾ ਪੈਸਾ ਰੱਖਿਆ ਉੱਥੇ, ਜਾਂ ਮੈਂ ਥੋੜਾ ਵੀ ਉੱਥੇ ਕਾਰਾਂ ਡਾਕਾਂ ਆ। ਹੁਣ ਉਹ ਕਹਿੰਦੇ ਵੀ ਭਾਈ ਸਾਹਿਬ ਇਹਦਾ ਦਿਓ ਜਵਾਬ। ਇੱਕ ਜਿਹੜੀ ਚਰਚਾ ਘੁੰਮਦੀ ਫਿਰਦੀ ਬੀਜੇਪੀ ਵਾਲੇ ਪਾਸੋਂ ਹੀ ਆਉਂਦੀ ਆ, ਵੈਸੇ ਉਹ ਪਤਾ ਨਹੀਂ ਵੀ ਰਿਸ਼ਤਾ ਸਹੀ ਹੈ ਕਿ ਨਹੀਂ, ਪਰ ਉਹ ਕਹਿੰਦੇ ਮਾਸਟਰ ਜੀ ਲੱਗਦੇ ਆ ਚੰਨੀ ਸਾਹਿਬ ਉਹਨਾਂ ਦੇ। ਉਹ ਕਹਿੰਦੇ ਵੀ ਉਹ ਜਿੰਨੇ ਕੁ ਪੈਸੇ ਲੱਭੇ ਆ ਨਾ, ਉਹਨਾਂ ਪੈਸਿਆਂ ਦਾ ਸ਼ਾਇਦ ਮਾਸਟਰ ਜੀ ਨੂੰ ਨਹੀਂ ਪਤਾ ਵੀ ਯਾਰ ਆਹ ਦੇ ਉੱਤੋਂ ਹੀ ਬਚਾਅ ਚੋਂ ਲੈ ਕੇ ਦੇ। ਉਹ ਪਤਾ ਨਹੀਂ ਗੱਲ ਸੱਚੀ ਝੂਠੀ। ਜੇ ਇਹਦੇ ਉੱਤੋਂ ਬਚੇ ਆ, ਜਦੋਂ ਤੁਸੀਂ ਅੱਗੇ ਗੱਲ ਕੀਤੀ ਵੀ ਹਰਸਿਮਰਤ ਬਾਦਲ ਹੋਰਾਂ ਨੇ ਕਿਹਾ ਵੀ ਉਹ ਤਾਂ ਜਿੱਦਾਂ ਹੁੰਦਾ ਨਾ ਵੀ ਅੱਛਾ ਵੀ ਕੋਠਾ ਖਾਲੀ ਕੀਤਾ ਤੇ ਜਿਹੜੀ ਥੱਲੇ ਥੋੜ੍ਹੀ ਬਹੁਤ ਤੂੜੀ ਰਹਿ ਜਾਂਦੀ, ਚੱਲ ਇਹ ਹੁਣ ਮਾੜੀ ਇਹ ਰਹਿਣ ਦੇ ਉੱਪਰਾਂ ਰੂੜੀ ਤੇ ਸੁੱਟ ਦਾਂਗੇ, ਡੰਗਰਾਂ ਨੂੰ ਨਾ ਪਾਇਓ, ਉਹ ਉਨੀ ਕੁ ਤੂੜੀ ਬਚੀ ਕਿਤੇ ਲੱਭੀ ਉਹਨਾਂ ਨੂੰ। ਜਦੋਂ ਨਾ ਪੀਪੇ ਦੇ ਵਿੱਚ ਪੀਪੇ ਕਿਸੇ ਨੂੰ ਮਿਣ ਕੇ ਦੇਣੇ, ਹੁਣ ਤਾਂ ਇਦਾਂ ਪੀਪਾ ਭਰਦੇ ਆ ਉਹਦੇ ਉੱਪਰ ਬੀਬੀਆਂ ਇਦਾਂ ਹੱਥ ਫੇਰਦੀਆਂ ਹੁੰਦੀਆਂ, ਥੋੜ੍ਹਾ ਜਿਹਾ ਦਾਣੇ ਦਾ ਪਰੇ ਕਰਦੀਆਂ, ਐਨ ਬਰੋਬਰ ਕਰਨਾ। ਹੋ ਸਕਦਾ ਕਿ ਉਸ ਓਨੇ ਕੀ ਦਾਣੇ ਹੁਣ ਪੀਪੇ ਤੋਂ ਪਰੇ ਕੀਤੇ, ਕਹਿੰਦੇ, ਅਸੀਂ ਨਹੀਂ ਕਹਿੰਦੇ, ਉਹ ਕਹਿੰਦੇ ਆ। ਹਾਂ, ਰੌਲਾ ਪੈ ਗਿਆ। ਦੇਖੋ ਜਿਹੜੇ ਹਾਈ ਕਮਾਂਡ ਦੇ ਬੰਦੇ ਗਏ ਆ, ਅਭਿਸ਼ੇਕ ਮਨੂ ਸਿੰਘ ਵੀ ਗਏ ਆ, ਰਣਦੀਪ ਸੂਰਜੇਵਾਲਾ ਸਾਹਿਬ ਗਏ ਆ, ਉਹਨਾਂ ਨੇ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ, ਤੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਇੱਥੇ ਚਰਚਾ ਕਰਦੇ ਹਾਂ। ਉਹਨਾਂ ਨੇ ਸੁਣਵਾਈ ਵੀ ਸ਼ੁਰੂ ਕੀਤੀ ਹੈ। ਪਰ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਮੰਨਣੀ ਪਊਗੀ ਨਾ, ਕਿ ਜਾਂ ਤਾਂ 111 ਦਿਨਾਂ ਦੇ ਵਿੱਚ ਰੇਤੇ ਵਾਲਾ ਕੰਮ ਜਿਹੜਾ ਉਹ ਮੁਕਾ ਦਿੰਦੇ। ਹੁਣ ਜੇ ਨਹੀਂ ਮੁੱਕਿਆ, ਅਗਲਿਆਂ ਨੇ ਰੇਡ ਕਰਾਤੀ ਆ, ਤੇ ਪਤਾ ਇਹ ਵੀ ਲੱਗਿਆ ਕਿ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਹੈਰਾਨ ਨਾ ਹੋਣ ਜੇ ਈਡੀ ਵਾਲਿਆਂ ਨੇ 5-7 ਬੰਦਿਆਂ ਨੂੰ ਵੱਡਿਆਂ ਨੂੰ ਸੰਮਨ ਭੇਜ ਦਿੱਤੇ। ਬਿਲਕੁਲ ਹੈਰਾਨ ਨਾ ਹੋਣ ਕਿ ਜੇ ਪੰਜਾਬ ਦੇ ਕਹਿੰਦੇ ਕਹਾਉਂਦੇ ਰਾਠ ਸਰਦਾਰ, ਸਿਆਸਤ ਦੇ ਵਿੱਚ ਮੁਹਾਰਤ ਹਾਸਲ ਕਰ ਚੁੱਕੇ ਕਈ ਵਾਰ ਦੇ ਐਮਐਲਏ ਵਿਧਾਇਕ ਬੰਦੇ ਈਡੀ ਦੇ ਦਫ਼ਤਰ ਮੂਹਰੇ ਖੜੇ ਹੋਣ ਤੇ ਉਹਨਾਂ ਦੇ ਸਮਰਥਕ ਬਾਹਰ ਉਡੀਕਦੇ ਹੋਣ, ਨੇਤਾ ਜੀ ਅਜੇ ਆਏ ਨਹੀਂ। ਹਾਂ, ਤੇ ਮਤਲਬ ਅਸੀਂ ਇੱਕ ਬੇਨਤੀ ਕਰਦੇ ਹਾਂ, 2 ਤਰ੍ਹਾਂ ਦਾ ਪਾਣੀ ਨਾਲ ਗੱਡੀ ਚਾਹੀਦਾ, ਇੱਕ ਠੰਡਾ ਤੇ ਇੱਕ ਕੋਸਾ। ਪਤਾ ਨਹੀਂ ਅਗਲੇ ਨੇ ਬਾਹਰ ਆ ਕੇ ਕਿਹੜਾ ਮੰਗਣਾ ਹੈ। ਹਾਂ, ਕਿਸੇ ਵੇਲੇ ਵੀ ਕੋਸਾ ਜਾ ਵੀ ਜਾਂ ਖੂਸ ਹੋਇਆ ਜਾਂ ਛਿੱਟੇ ਮਾਰਨ ਨੂੰ ਚਾਹੀਦਾ ਹੁੰਦਾ ਅੱਖਾਂ ਦੇ, ਯਾਰ ਥੋੜਾ ਜਿਹਾ ਇੱਕ ਮਿੰਟ ਸਾਹ ਲਓ, ਆਪਾਂ ਫੇਰ ਗੱਲ ਕਰਦੇ ਹਾਂ। ਇਹ ਹੋ ਸਕਦਾ ਆਉਣ ਵਾਲੇ 2-4 ਦਿਨਾਂ ਦੇ ਵਿੱਚ। ਇਹ ਉਦਾਂ ਹੀ ਜਿੱਦਾਂ ਮੌਸਮ ਵਿਭਾਗ ਨਹੀਂ ਥੋੜੀ ਜਿਹੀ ਭਵਿੱਖਬਾਣੀ ਕਰ ਦਿੰਦਾ ਵੀ ਥੋੜੇ ਜਿਹੇ ਬੱਦਲ ਲਾਜਾਪਦੇ ਆ, ਮੀਂਹ ਪੈ ਸਕਦਾ। ਹੁਣ ਗਰਜ ਚਮਕ ਨਾਲ ਛਿੱਟੇ ਪੈ ਸਕਦੇ, ਕਿੱਧਰ ਪੈਣ ਇਹ ਪਤਾ ਨਹੀਂ ਜੀ, ਜਦੋਂ ਪੈਣਗੇ ਆਪਾਂ ਉਦੋਂ ਗੱਲ ਕਰ ਲਾਂਗੇ। ਪਰ ਇੱਕ ਗੱਲ ਹੋਰ ਹੈ ਬਾਟ ਸਾਹਿਬ, ਇਹ ਸਾਰੇ ਕੁਛ 'ਚ ਇੱਕ ਜਿਹੜਾ ਨਾ ਟਵਿੱਟਰ ਦੇ ਉੱਪਰ, ਉਹ ਰਾਹੁਲ ਗਾਂਧੀ ਸਾਹਿਬ ਦੇ ਬੜੇ ਨੇੜਲੇ ਬੰਦੇ ਆ, ਨਿਖਲ ਉਹਨਾਂ ਦਾ ਨਾਮ ਆ, ਉਹਨਾਂ ਨੇ ਟਵਿੱਟਰ ਦੇ ਉੱਪਰ ਇੱਕ ਪੋਸਟ ਪਾਈ ਸੀ ਕਿ ਵੀ ਅਸੀਂ ਨਾ ਇੱਕ ਸਰਵੇ ਕਰਵਾਉਣਾ, ਕਿਉਂਕਿ ਅਚਾਨਕ ਹੁਣੇ ਆਮ ਆਦਮੀ ਪਾਰਟੀ ਵਾਲਿਆਂ ਕਰਾਇਆ, ਉਹ ਕਹਿੰਦੇ ਵੀ ਅਸੀਂ ਵੀ ਕਰਾ ਲੈਂਦੇ ਹਾਂ। ਸਰਵੇ ਸੀਗਾ ਕਿ ਵੀ ਆਮ ਆਦਮੀ ਜਿਹੜੀ ਕਾਂਗਰਸ ਪਾਰਟੀ ਹੈ ਜੀ, ਉਹਨੂੰ ਮੁੱਖ ਮੰਤਰੀ ਦੇ ਚਿਹਰੇ ਨਾਲ ਉਤਰਨਾ ਚਾਹੀਦਾ। ਪਹਿਲੀ ਆਪਸ਼ਨ ਚੰਨੀ ਸਾਹਿਬ, ਦੂਜੀ ਆਪਸ਼ਨ ਸਿੱਧੂ ਸਾਹਿਬ, ਤੀਜੀ ਆਪਸ਼ਨ ਜਾਖੜ ਸਾਹਿਬ, ਤੇ ਚੌਥੀ ਸੀ ਵੀ ਨਹੀਂ, ਚਿਹਰੇ ਤੋਂ ਬਿਨਾਂ ਹੀ ਲੜੋ। ਉਹਦੇ ਵਿੱਚ 70% ਅਪਰੋਕਸੀਮੇਟਲੀ 69% ਦੇ ਕਰੀਬ ਵੋਟਾਂ ਚੰਨੀ ਸਾਹਿਬ ਨੂੰ ਪਈਆਂ, 12% ਸਿੱਧੂ ਸਾਹਿਬ ਨੂੰ, 9% ਜਾਖੜ ਸਾਹਿਬ ਨੂੰ, ਤੇ ਬਾਕੀ ਰਹਿੰਦੀਆਂ ਵੀ ਨਹੀਂ ਚਿਹਰੇ ਤੋਂ ਬਿਨਾਂ ਲੜੋ। ਹੁਣ ਇਹ ਬੜਾ ਇਸ ਚੀਜ਼ ਦਾ ਰੌਲਾ ਪੈ ਗਿਆ ਵੀ ਆਹ ਦੇਖੋ ਮਹਾਰਾਜ 69% ਲੋਕ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਚੰਨੀ ਸਾਹਿਬ ਮੁੱਖ ਮੰਤਰੀ ਹੋਣੇ ਚਾਹੀਦੇ। ਉਹਦੇ ਵਿੱਚ ਝੋਲ ਇਹ ਆ ਵੀ ਉਹ ਟੋਟਲ ਜਿਹੜੀਆਂ ਵੋਟਾਂ ਪਈਆਂ ਸਰਵੇ 'ਚ ਉਹ 1283 ਹੈ। 1283 ਕੀ ਹੈ? ਹੌਕਾ ਜਾਂ ਨਹੀਂ ਹੌਕਾ ਜਾਂ ਨਹੀਂ ਲਿਆ। ਮੈਨੂੰ ਤਾਂ ਇਹ ਸੀਗਾ ਵੀ ਪਹਿਲੀ ਗੱਲ ਹੈ ਕਿ ਉਹ ਜਿਹੜੇ ਨਿਖਲ ਅਲਵਾ ਉਹਨਾਂ ਦਾ ਨਾਮ, ਉਹਨਾਂ ਦੀ ਮਾਤਾ ਬਹੁਤ ਵੱਡੀ ਲੀਡਰ ਰਹੀ, ਮਾਰਗਰੇਟ ਅਲਵਾ, ਵੱਡੇ ਅਹੁਦਿਆਂ ਦੇ ਉੱਤੇ ਕਾਂਗਰਸ ਪਾਰਟੀ ਦੇ ਵਿੱਚ, ਗਾਂਧੀ ਪਰਿਵਾਰ ਦੇ ਬੜੀ ਨੇੜੇ। ਤੇ ਨਿਖਲ ਅਲਵਾ ਹੋਰੀ ਰਾਹੁਲ ਗਾਂਧੀ ਦੀ ਜਿਹੜੀ ਕਿਚਨ ਕੈਬਨਿਟ ਹੁੰਦੀ ਹੈ, ਕਿ ਜਿਨ੍ਹਾਂ ਦੇ ਨਾਲ ਸਲਾਹ ਮਸ਼ਵਰਾ ਬਹੁਤ ਨੇੜੇ ਦੀਆਂ ਸਾਰੀਆਂ ਗੱਲਾਂ ਪਤਾ ਹੁੰਦੀਆਂ, ਉਹ ਪਹਿਲਾਂ ਉਹਨਾਂ ਦਾ ਸੋਸ਼ਲ ਮੀਡੀਆ ਸਾਂਭਦੇ ਸੀ, ਪਹਿਲਾਂ ਸਧਾਰਨ ਮੀਡੀਆ ਟੀਮ ਦੇ ਵਿੱਚ ਸੀ, ਤੇ ਅੱਜ ਕੱਲ੍ਹ ਉਹਨਾਂ ਦਾ ਸਾਰਾ ਜਿਹੜਾ ਮੀਡੀਆ ਕੰਟੈਂਟ ਹੈ ਉਹਨੂੰ ਹੈਂਡਲ ਕਰਦੇ ਆ, ਉਹਨਾਂ ਦੇ ਦਫ਼ਤਰ ਦੇ ਵਿੱਚ ਹੀ ਕੰਮ ਕਰਦੇ ਆ ਰਾਹੁਲ ਗਾਂਧੀ ਹੋਰਾਂ ਦੇ। ਮਤਲਬ ਇਸੇ ਲਈ ਮੰਨਿਆ ਜਾ ਰਿਹਾ ਵੀ ਇਹ ਸ਼ਾਇਦ ਉਹਨਾਂ ਦੀ ਸਹਿਮਤੀ ਨਾਲ ਹੀ ਆ ਪੋਸਟ ਪਈ। ਹਾਂ, ਪਰ ਇਹ ਮੈਨੂੰ ਐਂ ਲੱਗਦਾ ਕਿ ਉਹਨਾਂ ਦੀ ਸਹਿਮਤੀ ਨਾਲ ਨਹੀਂ। ਉਹਦਾ ਕਾਰਨ ਕੀ ਦੱਸਣ ਲੱਗਿਆ, ਕਿਉਂਕਿ ਰਾਹੁਲ ਗਾਂਧੀ ਪੰਜਾਬ ਦੀ ਚੋਣ 'ਚ ਕਿਤੇ ਵੀ ਨਹੀਂ ਹੈਗੇ। ਰਾਹੁਲ ਗਾਂਧੀ ਤਾਂ ਇੱਥੇ ਆਏ ਨਹੀਂ, ਰਾਹੁਲ ਗਾਂਧੀ ਨੇ ਤਾਂ ਇੱਕ ਵੀ ਮੀਟਿੰਗ ਨੂੰ ਸੰਬੋਧਨ ਹੀ ਨਹੀਂ ਕੀਤਾ। ਜਦੋਂ ਦੀਆਂ 2-3-4 ਕਮੇਟੀਆਂ ਬਣੀਆਂ, ਰਾਹੁਲ ਗਾਂਧੀ ਤਾਂ ਯੂਪੀ 'ਚ ਵੀ ਨਜ਼ਰ ਨਹੀਂ ਆਏ, ਜਿੱਥੋਂ ਕਈ ਵਾਰ ਉਹ ਐਮਪੀ ਬਣੇ ਤੇ ਪਿਛਲੀ ਵਾਰੀ ਚੋਣ ਹਾਰ ਗਏ ਸੀ। ਸੋ ਰਾਹੁਲ ਗਾਂਧੀ ਦੀ ਦਫ਼ਤਰ ਦਾ ਇੱਕ ਬੰਦਾ
ਜੇ ਇਹ ਪੂਲ ਪਾਵੇ ਕਿ ਆ ਦੱਸੋ ਜੀ ਤੇ 5-7 ਘੰਟਿਆਂ ਬਾਅਦ ਉਹਨੂੰ ਸਮਾਪਤ ਕਰ ਦੇਵੇ ਕਿ 1200 ਬੰਦੇ ਨੇ ਆਹ ਕਿਹਾ। ਵੈਸੇ ਤਾਂ ਪਾਰਟੀਆਂ ਦਾ ਅੰਦਰੂਨੀ ਮਾਮਲਾ ਉਹ ਜੋ ਮਰਜ਼ੀ ਕਰ ਦੇਣ ਨਾ ਕਰ ਦੇਣ, ਪਰ ਘੱਟੋ ਘੱਟ ਜੇ ਆਮ ਆਦਮੀ ਪਾਰਟੀ ਨੇ ਕੀਤਾ ਸੀ ਤਾਂ ਉਹਨਾਂ ਨੇ ਡੰਕੇ ਦੀ ਚੋਟ ਤੇ ਕੀਤਾ ਸੀ। ਹੁਣ ਪੰਜਾਬ ਦੇ ਵਿੱਚ 2 ਕਰੋੜ 12 ਲੱਖ ਵੋਟਰ ਨੇ। 2 ਕਰੋੜ 12 ਲੱਖ ਵੋਟਰਾਂ ਦੇ ਵਿੱਚੋਂ ਕਿੰਨੇ ਕੁ ਟਵਿੱਟਰ ਨੂੰ ਯੂਜ਼ ਕਰਦੇ ਆ? 2 ਕਰੋੜ 12 ਲੱਖ ਦੇ ਵਿੱਚੋਂ ਕਿੰਨੇ ਕੁ ਨਿਖਿਲ ਅਲਵਾ ਦੇ ਨਾਲ ਟਵਿੱਟਰ ਦੇ ਉੱਤੇ ਜੁੜੇ ਆ? ਤੇ ਜਿਹੜੇ ਜੁੜੇ ਵੀ ਆ ਉਹਨਾਂ ਦੇ ਵਿੱਚੋਂ ਕਿੰਨਿਆਂ ਕੁ ਨੂੰ ਪਤਾ ਲੱਗਾ ਕਿ ਭਾਈ ਕੋਈ ਇਦਾਂ ਦਾ ਸਰਵੇਖਣ ਚੱਲਦਾ, ਜਾਂ ਤਾਂ ਦਿਓ 4-5 ਦਿਨ। ਤੇ ਉਹਦੇ ਵਿੱਚ ਵੀ ਟੈਲੀਫੋਨ ਦੀ ਆਪਸ਼ਨ ਜ਼ਰੂਰ ਚਾਹੀਦੀ ਹੈ, ਚਾਹੇ ਚੰਨੀ ਸਾਹਿਬ ਨੂੰ ਮੁੜ ਕੇ 99% ਕੀ 99% ਲੋਕ ਹੀ ਪਸੰਦ ਕਰ ਲੈਣ। ਪਰ ਆਹ ਜਿਹੜਾ ਟਵਿੱਟਰ ਜਿਹੜਾ ਨਾ, ਇਹ ਟਰੈਕਟਰ ਤੋਂ ਟਵਿੱਟਰ ਤੱਕ ਇੱਕ ਵਾਰੀ ਪਹਿਲਾਂ ਵੀ ਚੱਲਿਆ ਸੀ, ਤੁਹਾਨੂੰ ਯਾਦ ਹੋਣਾ, ਕਿਉਂਕਿ ਟਵਿੱਟਰ ਤਾਂ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਅਜੇ ਵਰਤੋਂ ਕਰਨੀ ਨਹੀਂ ਆਉਂਦੀ ਕਿ ਉੱਤੇ ਕਿੱਦਾਂ ਪੋਲ ਕਰਨਾ, ਕੀ ਕਰਨਾ। ਠੀਕ ਹੈ ਨਿਖਿਲ ਅਲਵਾ ਜੀ, ਕੋਈ ਘਬਰਾਉਣ ਦੀ ਲੋੜ ਨਹੀਂ, ਤੁਸੀਂ ਠੋਕ ਵਜਾ ਕੇ ਇਦਾਂ ਕਰੋ। ਪਹਿਲਾਂ ਕਿਹੜਾ ਪੰਜਾਬ ਕਾਂਗਰਸ ਦੇ ਵਿੱਚ ਘੱਟ ਪੰਗੇ, ਕਿ ਤੁਸੀਂ ਵੀ ਹੋਰ ਪਾ ਲਓ, ਜਿੱਥੇ ਬਾਕੀਆਂ ਦੇ ਗੱਡੇ ਚੱਲਦੇ ਤੁਸੀਂ ਵੀ ਤੋਰ ਲਓ। ਤੇ ਪਰ ਇੱਕ ਗੱਲ ਤੇ ਹੈਗੀ ਆ, ਹੋ ਸਕਦਾ ਵੀ ਜਦੋਂ ਇਹ ਸਾਰਾ ਕੁਝ ਨਤੀਜਾ ਸਾਹਮਣੇ ਆਇਆ ਹੋਊਗਾ, ਸਿਆਣੇ ਬੰਦਿਆਂ ਉੱਤੇ ਬਿਠਾ ਕੇ ਪੁੱਛਿਆ ਜ਼ਰੂਰ ਹੋਣਾ ਕਿ ਅਲਵਾ ਸਾਹਿਬ ਕਿਹੜੇ ਕੰਮ 'ਚ ਪਏ ਯਾਰ, ਕੋਈ ਕੰਮ ਕੋਈ ਹੋਰ ਕਰ ਲਿਆ, ਆਪਾਂ ਨੂੰ ਸਾਰੇ ਕੰਮ ਹੋ ਗਏ ਜਿਹੜਾ ਆਹ ਕੰਮ ਸ਼ੁਰੂ ਕੀਤਾ। ਇਹ ਵੀ ਹੈ ਨਾ, ਜੇ ਇੰਨਾ ਹੀ ਉਹ ਰਾਹੁਲ ਗਾਂਧੀ ਦੇ ਹੇਜ ਵਾਲੇ ਬੰਦੇ ਆ, ਮਾੜਾ ਜਿਹਾ ਯੂਪੀ 'ਚ ਵੀ ਪਵਾ ਕੇ ਦੇਖ ਲੈਂਦੇ ਕਿ ਯੂਪੀ ਦੇ ਵਿੱਚ ਆਪਾਂ ਸਕੂਟੀ ਨੂੰ ਮੁੱਖ ਮੰਤਰੀ ਬਣਾਉਣਾ ਹੈ, ਕਿ ਆਪਾਂ 1000 ਰੁਪਈਆ ਜਿਹੜਾ ਦੇਣਾ, ਕਿਉਂਕਿ ਯੂਪੀ ਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਚਿਹਰਾ ਬਣਾ ਕੇ ਪੇਸ਼ ਹੀ ਨਹੀਂ ਕਰ ਰਹੇ। ਉੱਤਰਾਖੰਡ 'ਚ ਦੇਖ ਲੈਂਦੇ, ਗੋਆ 'ਚ ਦੇਖ ਲੈਂਦੇ, ਮਣੀਪੁਰ 'ਚ ਦੇਖ ਲੈਂਦੇ, ਇਕੱਲੇ ਪੰਜਾਬ ਜੀ ਕਾਹਨੂੰ ਦੇਖਿਆ। ਆਹੋ ਇਹ ਇੱਕ ਚੱਕਰ ਹੈਗਾ। ਦੇਖੋ ਇਹ ਕਾਂਗਰਸ ਪਾਰਟੀ ਦਾ ਕਲੇਸ਼ ਹੈ, ਇਸ ਕਰਕੇ ਚੱਲ ਰਿਹਾ ਕਿਉਂਕਿ ਪਿਛਲੇ 2-3 ਦਿਨਾਂ ਤੋਂ ਇਹ ਬੜੀ ਚਰਚਾ ਵੀ ਕਦੀ ਕੋਈ ਐਮਐਲਏ ਕਹਿ ਦਿੰਦਾ, ਕਦੀ ਕੋਈ ਮੰਤਰੀ ਕਹਿ ਦਿੰਦਾ ਵੀ ਹਾਂਜੀ ਚੰਨੀ ਸਾਹਿਬ ਚੰਗਾ ਕੰਮ ਕਰ ਰਹੇ ਨੇ ਜੀ, ਉਹਨਾਂ ਨੂੰ ਚਿਹਰਾ ਬਣਾਉਣਾ ਚਾਹੀਦਾ। ਕਦੀ ਆਵਾਜ਼ ਆ ਜਾਂਦੀ ਨੇ ਜੀ ਹਾਈ ਕਮਾਨ ਦੀ ਸਿੱਧੂ ਸਾਹਿਬ ਨਾਲ ਬੜੀ ਬਣਦੀ। ਚਲੋ ਉਹ ਉਹਨਾਂ ਦਾ ਅੰਦਰੂਨੀ ਮਾਮਲਾ, ਪਰ ਕੁੱਲ ਮਿਲਾ ਕੇ ਗੱਲ ਤੇ ਹੈ ਵੀ ਇਸ ਵਕਤ ਜਿਸ ਚਿਹਰੇ ਦੀ ਉਹ ਗੱਲ ਕਰਦੇ ਵੀ ਸਭ ਤੋਂ ਵੱਧ ਵੋਟਾਂ ਨੇ, ਉਸੇ ਚਿਹਰੇ ਘੇਰੀ ਊੜਾ ਐੜਾ ਤੇ ਫਿਰ ਈੜੀ ਵਾਲੇ ਤੁਰੇ ਫਿਰਦੇ ਨੇ। ਰੌਲਾ ਤੇ ਇਹੋ ਹੀ ਹੈ ਸਾਰਾ। ਮੈਨੂੰ ਇੱਕ ਹੋਰ ਲੱਗਦਾ ਕਿਤੇ ਉਹਦੇ ਵਿੱਚੋਂ 2-4% ਨੇ ਕੈਪਟਨ ਸਾਹਿਬ ਨਹੀਂ ਕਹਿਤੇ। ਜੇ ਆਮ ਆਦਮੀ ਪਾਰਟੀ ਦੇ ਪੋਲ ਦੇ ਵਿੱਚ 3% ਨਵਜੋਤ ਸਿੰਘ ਸਿੱਧੂ ਨੂੰ ਕਹਿ ਸਕਦੇ ਆ, ਤੇ ਉਧਰ ਕਿਹੜਾ ਅੱਧੇ ਬੰਦੇ ਤਾਂ ਜੇ ਵੀ ਕਹੀ ਜਾਂਦੇ ਯਾਰ ਜਦੋਂ ਕਾਂਗਰਸ ਦੀ ਕੈਪਟਨ ਸਾਹਿਬ ਦੀ ਸਰਕਾਰ ਸੀ, ਕੈਪਟਨ ਸਾਹਿਬ ਮਾੜੇ ਹੀ ਜਾਂ ਚੰਗੇ ਹੀ, ਪਰ ਉਹ ਅਜੇ ਤੱਕ ਵੀ ਬਹੁਤੇ ਲੋਕ ਇਦਾਂ ਆ ਵੀ ਕੈਪਟਨ ਸਾਹਿਬ ਖਰੇ ਇਹਨਾਂ ਵਾਲਾ ਹੀ ਆ। ਵੈਸੇ ਗੱਲ ਹੀ ਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਦੋਂ ਕਿਹਾ ਸੀ ਇਲੈਕਸ਼ਨ ਕਮਿਸ਼ਨ ਨੂੰ ਜੀ ਬਹੁਤੇ ਪਿੰਡਾਂ ਦੇ ਵਿੱਚ ਤਾਂ ਰੇਂਜ ਵੀ ਨਹੀਂ ਹੈਗੀ, ਸਾਰੇ ਬੰਦੇ ਪੜ੍ਹੇ ਲਿਖੇ ਨਹੀਂ ਹੈਗੇ, ਆਰਥਿਕ ਤੌਰ ਤੇ ਕਮਜ਼ੋਰ ਵੀ ਹੈ, ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਕੰਪੇਨ ਕਿੱਦਾਂ ਕਰੀਏ। ਉਹ ਤਾਂ ਸਾਰੇ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਦੀ ਲੀਡਰਸ਼ਿਪ ਨੂੰ ਯਕੀਨ ਨਹੀਂ, ਤੁਸੀਂ ਇਕੱਲੇ ਟਵਿੱਟਰ ਦੇ ਉੱਤੇ ਮੁੱਖ ਮੰਤਰੀ ਚੁਣੇ ਜਾਂਦੇ ਆ। ਨਹੀਂ ਚਲੋ ਇਹ ਹੁਣ ਮੇਰਾ ਖਿਆਲ ਸਿਆਣੇ ਬੰਦੇ ਬਹਿ ਕੇ ਆਪਣੀ ਉਹ ਗੱਲ ਵਿਚਾਰ ਲੈਣਗੇ। ਇੱਕ ਬੇਨਤੀ ਹੋਰ, ਨਹੀਂ ਦੋ ਕਰੋ ਬੇਨਤੀ ਤੋਂ ਨਹੀਂ ਸਾਡੀ, ਬਸ ਕੋਈ ਇਤਰਾਜ਼ ਨਹੀਂ। ਅੱਜ ਤੇ 3-4 ਦਿਨ ਸੁਣਨੀ ਅਸੀਂ, 10-15-20 ਦਿਨ, 20 ਫਰਵਰੀ ਤੋਂ ਬਾਅਦ ਨਹੀਂ ਕੋਈ ਬੇਨਤੀ ਸੁਣਨੀ। ਨਹੀਂ ਗੱਲ ਫਿਰ ਤੁਹਾਨੂੰ ਐਂ ਟਰਾਲੀ ਆਈ ਜਾਣੀ, ਟਰਾਲੀ ਜਾਈ ਜਾਣੀ ਆ। ਸੰਧਾਲੀਆ ਸਾਹਿਬ, ਮੈਂ ਚਾਹੁੰਦਾ ਸੀ ਕਿ ਨਿਖਿਲ ਅਲਵਾ ਹੋਰੀ ਜੇ ਮੁੱਖ ਮੰਤਰੀ ਬਣਾਉਣਾ ਨਾ ਉਹਨਾਂ ਨੇ, ਬਹੁਤ ਚੰਗੀ ਗੱਲ ਹੈ, ਬਣਾਓ, ਪਰ ਉਹਦੇ ਤੋਂ ਪਹਿਲਾਂ ਇਹ ਜ਼ਰੂਰ ਪਤਾ ਅਕਸ਼ਤਾ ਦੱਸ ਦਿਓ ਕਿ ਭਾਈ ਖਡੂਰ ਸਾਹਿਬ ਤੋਂ ਟਿਕਟ ਸਿੱਕੀ ਸਾਹਿਬ ਨੂੰ ਹੀ ਦੇਣੀ ਹੈ ਜਾਂ ਫਿਰ ਮੈਂਬਰ ਪਾਰਲੀਮੈਂਟ ਜਿਹੜੇ ਜਸਵੀਰ ਸਿੰਘ ਡਿੰਪਾ ਉਹਨਾਂ ਦੇ ਕਿਸੇ ਟੱਬਰ ਦੇ ਮੈਂਬਰ 'ਚੋਂ ਦੇਣੀ ਹੈ। ਇਹ ਵੀ ਜ਼ਰੂਰ ਤੁਸੀਂ ਪਹਿਲਾਂ ਪੋਲ ਕਰਾ ਲੈਂਦੇ ਕਿ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਦੂਸਰੀ ਸੂਚੀ ਜਾਰੀ ਹੋਣੀ ਹੈ ਉਹਦੇ ਵਿੱਚ ਬਟਾਲੇ ਵਾਲੀ ਸੀਟ ਤੁਸੀਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬੇਟੇ ਰਵੀ ਨੰਦਨ ਸਿੰਘ ਬਾਜਵਾ ਨੂੰ ਦੇਣੀ ਹੈ ਕਿ ਅਸ਼ਵਨੀ ਸੇਖੜੀ ਨੂੰ ਦੇਣੀ ਹੈ। ਸੁਨਾਮ ਵਾਲੀ ਸੀਟ ਦਾਮਨਥਿੰਦ ਬਾਜਵਾ ਨੂੰ ਦੇਣੀ ਹੈ ਜਾਂ ਅਮਰਗੜ੍ਹ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਸੁਰਜੀਤ ਸਿੰਘ ਧੀਮਾਨ ਉਹਨਾਂ ਨੂੰ ਦੇਣੀ ਹੈ। ਇਹ ਵੀ ਮਾੜਾ ਜਿਹਾ ਪੋਲ ਉੱਥੇ ਕਰਾ ਲੈਂਦੇ ਕਿ ਭਾਈ ਜਾਣਾ ਕਿੱਧਰਲੇ ਪਾਸੇ ਨੂੰ ਆ। ਮਹਿੰਦਰ ਸਿੰਘ ਕੇਪੀ ਹੋਰਾਂ ਨੂੰ ਹੁਣ ਪ੍ਰਗਟ ਸਿੰਘ ਦੇ ਮੁਕਾਬਲੇ ਲੜਾਉਣਾ ਹੈ ਕਿ ਸੁਖਵਿੰਦਰ ਕੋਟਲੀ ਹੋਰਾਂ ਦਾ ਜਿਹੜਾ ਬੋਰੀਆ ਬਿਸਤਰਾ ਗੋਲ ਕਰਾ ਕੇ ਉਹਨਾਂ ਨੂੰ ਆਦਮਪੁਰੋਂ ਲੜਾਉਣਾ ਹੈ। ਜਾਣੀ ਬਹੁਤ ਸਾਰੀਆਂ ਚੀਜ਼ਾਂ ਨੇ। ਫਿਰੋਜ਼ਪੁਰ ਤੋਂ ਬੀਬੀ ਸਤਕਾਰ ਕੌਰ ਹੋਰੀ ਉਡੀਕਦੇ ਆ ਜਿਹੜੇ ਜੁੱਲੀ ਬਿਸਤਰੇ ਵਾਲੇ ਨੇ ਦਵਿੰਦਰ ਸਿੰਘ ਘੁਬਾਇਆ ਸਾਹਿਬ, ਪਤਾ ਲੱਗਾ ਕਿ ਉਹਨਾਂ ਨੂੰ ਜਲਾਲਾਬਾਦ ਭੇਜਣ ਨੂੰ ਫਿਰਦੇ ਆ ਕਿਉਂਕਿ ਜਾਖੜ ਸਾਹਿਬ ਨਹੀਂ ਚਾਹੁੰਦੇ ਕਿ ਐਤਕੀ ਉਹ ਫਾਜ਼ਿਲਕੇ ਤੋਂ ਚੋਣ ਲੜਨ। ਉਹਨਾਂ ਦਾ ਮਾੜਾ ਮੋਟਾ ਹਿਸਾਬ ਕਿਤਾਬ ਜਿਹਾ ਪਤਾ ਕਰਾ ਦਿੰਦੇ। ਅੰਗਦ ਸਿੰਘ ਨਵਾਂ ਸ਼ਹਿਰ ਤੋਂ ਉਹਨੂੰ ਪਤਾ ਨਹੀਂ ਲੱਗਦਾ ਕਿ ਕਮਲ ਦਾ ਫੁੱਲ ਸੋਹਣਾ ਹੈ ਕਿ ਕਾਂਗਰਸ ਦਾ ਹੱਥ ਸੋਹਣਾ ਹੈ। ਨਿਖਿਲ ਅਲਵਾ ਜੀ, ਜੇ ਤਾਂ ਕਾਂਗਰਸ ਪਾਰਟੀ ਦੇ ਬੰਦੇ ਤੁਸੀਂ ਵਧੀਆ ਹੋ ਤਾਂ ਘੱਟੋ ਘੱਟ ਆਹ ਜਿਹੜੇ ਹਲਕੇ ਨੇ, ਮੈਂ ਅਜੇ ਰਾਣਾ ਗੁਰਜੀਤ ਸਿੰਘ ਵਾਲਾ ਆਇਆ ਹੀ ਨਹੀਂ ਕਿਉਂਕਿ ਲੰਮਾ ਚੌੜਾ ਮਸਲਾ ਹੀ ਉਧਰ ਹੁਣ ਆ ਜਾਣਾ ਕੋਈ ਨਹੀਂ, ਵੀ ਆਹ ਸਾਰੀਆਂ ਚੀਜ਼ਾਂ ਪਹਿਲਾਂ ਜੇ ਭੋਰਾ ਕਿ ਤੁਸੀਂ ਇਹਨਾਂ ਦਾ ਪੋਲ ਕਰਾ ਲੈਂਦੇ ਕਿਉਂਕਿ ਇਹ ਬੰਦੇ ਆਪਸ ਵਿੱਚ ਲੜਨੋਂ ਹਟਣਗੇ ਤਾਂ ਤੁਸੀਂ ਮੁੱਖ ਮੰਤਰੀ ਬਣਾਓਗੇ। ਉਹ ਮੁੱਖ ਮੰਤਰੀ ਹਵਾ ਹੀ ਥੋੜੀ ਬਣਾ ਲੈਣੇ। ਇਹ ਤਾਂ ਹੁਣ ਦੇਖੋ ਇਹ ਤਾਂ ਤੁਸੀਂ ਉਹ ਗੱਲ ਕਰ ਦਿੱਤੀ ਵੀ ਅਗਲਾ ਬੰਦਾ ਛੇੜ ਬੈਠਾ ਛੇੜ। ਇਹਦਾ ਚੱਕਾ ਨੇ ਵੀ ਚੱਕੇ 'ਚੋਂ ਇੱਟ ਕੱਢ ਲਈ ਤੇ ਹੁਣ ਇਹ ਚੱਕਾ ਝੂਲਦਾ ਹੀ। ਹੁਣ ਕੁਛ ਨਹੀਂ ਪਤਾ ਲੱਗਦਾ ਵੀ ਇਹਨੇ ਕਿਤੇ ਨੂੰ ਡਿੱਗਣਾ ਤੇ ਇੱਟ ਦੁਬਾਰਾ ਉੱਥੇ ਫਸਦੀ ਨਹੀਂ। ਚਲੋ ਕੁਛ ਨਾ ਕੁਛ ਅੱਜ ਕਹਿੰਦੇ ਸ਼ਾਇਦ ਲਿਸਟ ਆ ਜਾਣੀ ਤੀਆਂ ਬੱਤੀਆਂ ਦੀ, ਉਹਦੇ 'ਚੋਂ ਪਤਾ ਲੱਗ ਜਾਊਗਾ ਵੀ ਕਿਹੜੀ ਲਿਸਟ ਦੇ ਵਿੱਚੋਂ ਕਿਹਦਾ ਦਾਲ ਲੱਗ ਗਿਆ ਤੇ ਜਾਂ ਫਿਰ ਕਿਹੜਾ ਕਹਿੰਦਾ ਚੰਗਾ ਫਿਰ ਮੈਂ ਚੱਲਿਆ, ਕਿਉਂਕਿ ਉਹਨਾਂ ਨੇ ਐਮਰਜੈਂਸੀ ਗੇਟ ਰੱਖਿਆ। ਉਹ ਕਹਿੰਦੇ ਰਾਤ ਨੂੰ 12 ਵਜੇ ਆ ਜਾਓ, ਕੋਈ ਗੱਲ ਨਹੀਂ, ਦਾਖਲਾ ਹੋ ਜਾਂਦਾ। ਅੱਛਾ, ਰਾਣਾ ਗੁਰਜੀਤ ਸਿੰਘ ਹੋਰਾਂ ਦੀ ਗੱਲ ਤੁਸੀਂ ਕੀਤੀ ਵੀ ਜਿਸ ਹਿਸਾਬ ਨਾਲ ਉਹ ਡਟ ਗਏ ਆ
ਤੇ ਜਿਹੜਾ ਚੈਲੰਜ ਉਹਨਾਂ ਨੇ ਕਰ ਦਿੱਤਾ ਉਹ ਬੜਾ ਸਿਖਰ ਲਾ। ਕਹਿੰਦੇ ਬਈ ਦੇਖੋ ਸੁਲਤਾਨਪੁਰ ਲੋਧੀ ਤੋਂ ਜੇ ਰਾਣਾ ਇੰਦਰ ਪ੍ਰਤਾਪ ਯਾਨੀ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਸਪੁੱਤਰ ਹਾਰ ਜਾਂਦੇ ਆ, ਉਹ ਕਹਿੰਦੇ ਰਾਣਾ ਇੰਦਰ ਪ੍ਰਤਾਪ ਜੇ ਹਾਰ ਗਿਆ ਤੇ ਕਪੂਰਥਲਿਓਂ ਰਾਣਾ ਗੁਰਜੀਤ ਸਿੰਘ MLA ਵੀ ਛੱਡੂਗਾ ਸ਼ਿਪ, ਜਿਵੇਂ ਜਿੱਤਣਾ ਤਾਂ ਹੈ ਹੀ। ਉਹਨਾਂ ਨੇ ਕਹਿੰਦੇ ਨਾਲ ਸਿਆਸਤ ਤੋਂ ਅਸਤੀਫਾ, ਯਾਰ ਛੱਡੋ ਖੜਾ ਤੂੰ। ਨਹੀਂ, ਇੱਕ ਕਦਮ ਅੱਗੇ ਵਧਿਆ। ਉਹ ਕਹਿੰਦੇ ਜੇ ਜਾਨੀ ਕਿ ਤੁਸੀਂ ਦੇਖੋ ਕਪੂਰਥਲੇ ਤੋਂ ਕਾਂਗਰਸੀ MLA ਕੈਬਨਿਟ ਮੰਤਰੀ ਮੌਜੂਦਾ ਉਮੀਦਵਾਰ ਆਪਣੇ ਬਿਲਕੁਲ ਗੁਆਂਢ ਦੇ ਹਲਕੇ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਬਾਰੇ ਕਹਿੰਦੇ ਤੇ ਉਹਨਾਂ ਦੇ ਨਾਲ ਬੈਠੇ ਕਹਿੰਦੇ ਟੈਲੀਫੋਨ ਤੇ ਕਿ ਜੇ ਤੇਰੀ ਜ਼ਮਾਨਤ ਜ਼ਬਤ ਨਾ ਹੋਈ ਤਾਂ ਮੈਂ ਤਾਂ ਵੀ ਸਿਆਸਤ ਛੱਡ ਦੂੰ। ਜਾਨੀ ਐਡਾ ਵੱਡਾ ਚੈਲੰਜ ਨਹੀਂ ਕੋਈ ਦਿੰਦਾ। ਦੇਖੋ ਇਹਦੇ ਬਾਅਦ ਦੀ ਗੱਲ ਹੈ। ਇੱਕ ਗੱਲ ਹੋਰ ਵੀ ਕੀ ਉਹਨਾਂ ਨੇ, ਉਹ ਕਹਿੰਦੇ ਦੇਖ ਚੀਮਾ ਤੇਜੀ ਆਨੇ ਤੇਜੀ ਆ ਨਾਲ ਚੀਮਾ ਨਾਲ ਤੇਜੀ, ਇਹ ਜਿੱਦਣ ਕਾਗਜ਼ ਦਾਖਲ ਕਰਾਉਣੇ ਆ ਨਾ ਉਦਣ ਦੇਖਾਂਗੇ ਵੀ ਤੇਰੇ ਵਾਲੇ ਕਾਗਜ਼ ਦਾਖਲ ਹੁੰਦੇ ਜਾਂ ਫਿਰ ਜਿਹੜੇ ਪਰਚੇ ਕਰਾਏ ਸੀ ਉਹ ਵਾਲੇ ਬੰਦੇ ਉੱਥੇ ਪਹੁੰਚਦੇ ਆ। ਮਤਲਬ ਕਹਿਣ ਤੋਂ ਭਾਵੇਂ ਵੀ ਇਹ ਜਿਹੜੇ ਹਲਵਾ ਸਾਹਿਬ ਨੇ ਇੱਕ ਪੋਲ ਕੱਲਾ ਇੱਥੋਂ ਦਾ ਹੀ ਪਾ ਲਓ, ਇੱਕ ਨਹੀਂ ਸੁਲਤਾਨਪੁਰ ਲੋਧੀ ਦਾ 12 ਪੋਲ ਇੱਥੋਂ ਦੇ ਪਾਉਣੇ ਆ। ਉਹਦੇ ਮੈਂ ਤਰੀਕੇ ਦੱਸਦਾ ਕਿਹੜੇ ਪਾਉਣੇ ਆ। ਇੱਕ ਤਾਂ ਇਹ ਕਿ ਕੀ ਨਵਤੇਜ ਸਿੰਘ ਚੀਮਾ ਨੂੰ ਟਿਕਟ ਦੇਣੀ ਆ ਜਾਂ ਫਿਰ ਇੰਦਰ ਪ੍ਰਤਾਪ ਸਿੰਘ ਰਾਣਾ ਨੂੰ ਟਿਕਟ ਦੇਣੀ ਆ। ਦੂਸਰਾ ਪੋਲ ਇਹ ਕਹਣਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਜ਼ਮਾਨਤ ਜ਼ਬਤ ਹੋ ਸਕਦੀ ਹੈ ਕਿ ਨਹੀਂ। ਤੀਸਰਾ ਕੀ ਤੁਹਾਨੂੰ ਲੱਗਦਾ ਹੈ ਕਿ ਵੋਟਾਂ ਰਾਣਾ ਇੰਦਰ ਪ੍ਰਤਾਪ ਦੀਆਂ ਵੱਧ ਨਿਕਲਣਗੀਆਂ ਘੱਟ ਨਿਕਲਣਗੀਆਂ। ਇੱਕ ਗੱਲ ਜਿਹੜੀ ਕਮਾਲ ਦੀ ਹੈ, ਜਦੋਂ ਬਹੁਤੇ ਕਾਂਗਰਸੀ 5 ਕੈਬਨਿਟ ਮਿਨਿਸਟਰ ਐ ਲੈਣ ਲਾ ਕੇ ਬੈਠੇ ਸੀ ਤੇ ਵਿਚਾਲੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਕਹਿੰਦੇ ਗੱਲਾਂ ਹੀ ਕੋਈ ਨਹੀਂ ਇੱਦਾਂ ਦੀ, ਸਾਡੀ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ, ਮੁੱਖ ਮੰਤਰੀ ਬੜੇ ਵਧੀਆ ਨੇ, ਸਾਨੂੰ ਡਰਾਉਣ, ਸਾਨੂੰ ਧਮਕਾਉਣ ਤੇ ਸਾਨੂੰ ਚੋਣਾਂ ਦੇ ਵਿੱਚੋਂ ਬਾਹਰ ਕਢਾਉਣ ਦੀ ਸਾਜ਼ਿਸ਼ ਹੈ। ਬਿਲਕੁਲ ਠੀਕ ਹੈ, ਪੰਜਾਬ ਦੇ ਲੋਕ ਬਿਲਕੁਲ ਨਹੀਂ ਕਹਿੰਦੇ ਕਿ ਇਦਾਂ ਦਾ ਕੁਝ ਹੋਇਆ। ਇੱਕ ਵਿਧਾਇਕ ਕਾਂਗਰਸ ਦੇ ਨਵਤੇਜ ਸਿੰਘ ਚੀਮਾ ਤੇ ਇੱਕ ਮੌਜੂਦਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੋਨੇ ਹੀ ਦੁਆਬੇ ਦੇ, ਤੇ ਦੋਨਾਂ ਦੀ ਕਨਵਰਸੇਸ਼ਨ ਦੇ ਵਿੱਚੋਂ ਗੱਲਬਾਤ ਦੇ ਵਿੱਚੋਂ ਕੀ ED ਛਾਪਾ ਮਾਰੇ ਕਿ ਨਾ ਮਾਰੇ, ਕਿਉਂਕਿ ਜਦੋਂ ਗੱਲ ਬਹੁਤ ਉੱਪਰ ਤੱਕ ਪਹਿਲਾਂ ਉਹ ਅੰਕਲ ਜੀ, ਚਾਚਾ ਜੀ, ਤਾਇਆ ਜੀ ਕਹਿੰਦੇ ਸੀ, ਉਹ ਵੀ ਬੇਟਾ ਪੁੱਤ ਕਰਕੇ ਗੱਲ ਕਰਦੇ ਸੀ, ਹੌਲੀ ਹੌਲੀ ਪਾਰਾ ਚੜ ਗਿਆ। ਉਹਨਾਂ ਨੇ ਕਿਹਾ ਕਿ ਰਾਣਾ ਜੀ ਖੱਡਾਂ, ਰੇਤਾ, ਹਾਈ ਕੋਰਟ, ਪਟੀਸ਼ਨਾਂ ਖਾ ਲਿਆ ਸਭ ਕੁਝ। ਉਹਨੇ ਵੀ ਕਿਹਾ ਠੱਗ, ਚੋਰ, ਤੇਰੇ ਖਿਲਾਫ ਐਫੀਡੈਵਿਟ, ਇੱਥੋਂ ਪੈਸੇ ਲਏ, ਬਾਬੇ ਨਾਨਕ ਦੇ ਨਾਂ ਦੇ ਉੱਤੇ ਪੈਸੇ ਖਾ ਲੈ। ਜਾਣੀ ਕਿ ਖੱਡਾਂ ਦੇ ਵਿੱਚੋਂ ਰੇਤਾ 2 ਨੰਬਰ ਦੇ ਵਿੱਚ ਕੱਢਣ ਦਾ ਦੋਸ਼ ਨਵਤੇਜ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਤੇ ਲਾਤਾ ਤੇ ਕੈਬਨਿਟ ਮੰਤਰੀ ਨੇ ਬਾਬੇ ਨਾਨਕ ਦੇ ਨਾਂ ਦੇ ਉੱਤੇ ਪੈਸੇ ਖਾਣ ਦਾ ਦੋਸ਼ ਜਿਹੜਾ ਹੈ ਉਹ ਸਿੱਧਾ ਹੀ MLA ਨਵਤੇਜ ਸਿੰਘ ਚੀਮਾ ਤੇ ਲਾਤਾ। ਤੇ ਮੈਂ ਦੋਨੇ ਚੀਜ਼ਾਂ ਦੱਸਦੇ ਆ। ਵਾਤਾਵਰਣ ਨਾਲ ਸੰਬੰਧ ਰੱਖਦੀ ਗੱਲ ਹੈ, ਉਧਰ ED ਦੇ ਛਾਪੇ ਅਜੇ ਪਈ ਜਾਂਦੇ ਆ ਤੇ ਜਦੋਂ ਤੁਹਾਡੀ ਆਪਣੀ ਪਾਰਟੀ ਦੇ ਬੰਦੇ ਹੀ ਕਹੀ ਜਾਂਦੇ ਆ। ਤੇ ਜਿਹੜੇ ਬਾਬੇ ਨਾਨਕ ਦਾ ਸਮਾਗਮ ਹੋਇਆ ਸੀ ਉਹ ਕਹਿੰਦੇ ਜੀ ਕਮੇਟੀ 'ਚ ਤੁਸੀਂ ਵੀ ਸੀਗੇ, ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਕਿਹਾ, ਕਹਿੰਦੇ ਕਮੇਟੀ ਕੋਲ ਛੱਡ ਪਰਾਂ। ਉਸ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਵੀ ਮੇਰੇ ਖਿਆਲ ਆਏ ਸੀ। ਉਹਨਾਂ ਸਮਾਗਮਾਂ ਦੇ ਬਾਬਤ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ ਕਹਿੰਦੀ ਆ ਕਿ ਅਸੀਂ ਵੀ ਬਹੁਤ ਸਾਰਾ ਯੋਗਦਾਨ ਦਿੱਤਾ ਹੈ। ਯਾਨੀ ਜੇ ਅਗਲਿਆਂ ਨੇ ਯੋਗਦਾਨ ਦਿੱਤਾ ਹੈ, ਜੇ ਇੱਕ ਕੈਬਨਿਟ ਮੰਤਰੀ ਦੋਸ਼ ਲਾਉਂਦਾ ਹੈ ਕਿ ਬਾਬੇ ਨਾਨਕ ਦੇ ਨਾਂ ਤੇ ਪੈਸੇ ਖਾਦੇ ਹੈ, ਜੇ ED ਕਿਤੇ ਐ ਕਰਦੀ ਕਪੂਰਥਲੇ ਤੋਂ ਹੋ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਦੀ ਚੱਲ ਗਈ, ਫੇਰ ਕਿਹਨੂੰ ਕਹਿਣਗੇ? ਨਹੀਂ ਉਹ ਤੇ ਕਹਿਣਗੇ, ਪਰ ਇਸ ਪਾਸੇ ਨਾ ਜਦੋਂ ਤੁਸੀਂ ਇੰਨੀਆਂ ਗੱਲਾਂ ਕੀਤੀਆਂ ਅਕਾਲੀ ਦਲ ਵਾਲੇ ਪਾਸੋਂ ਉਹਨਾਂ ਨੇ ਵਿੱਚੋਂ ਉਹਨੇ ਯਾਰ ਆਪਣੀ ਲੜਾਈ ਲੜੋ, ਆਪਣੀ ਲੜਾਈ ਲੜੋ, ਉੱਧਰ ਨਾ ਜਾਓ ਤੁਸੀਂ, ਕਿਉਂਕਿ ਚੱਕਰ ਹੈ ਨਾ ਵੀ ਉਦੋਂ ਜੋ ਇਹ ਵੀ ਰੌਲਾ ਜਿਹਾ ਪੈ ਗਿਆ ਹੈ ਵੀ ਉੱਥੇ ਪਤਾ ਨਹੀਂ ਕਿੰਨੇ ਕਰੋੜ ਦਾ ਕਿਹਨੂੰ ਠੇਕਾ ਦਿੱਤਾ ਹੈ ਤੇ ਕੌਣ ਪੈਸੇ ਕਿੰਨੇ ਲੈ ਗਿਆ। ਚਲੋ ਆਪਾਂ ਉਹਦੇ 'ਚ ਨਹੀਂ ਪੈਂਦੇ, ਟੈਂਟਾਂ ਦੀ ਗੱਲ ਤਾਂ ਨਹੀਂ ਕਰਦੇ। ਫੇਰ ਉਹ ਗੱਲਾਂ ਯਾਰ ਮੈਂ ਵਰਜਣ ਡਿਆ, ਬੰਦਾ ਹਟਦਾ ਨਹੀਂ। ਦੇਖੋ ਆਮ ਬੰਦੇ ਨੂੰ ਪਤਾ ਲੱਗਣਾ ਚਾਹੀਦਾ, ਆਮ ਬੰਦੇ ਨੂੰ ਤਾਂ ਸਾਰਾ ਕੁਝ ਪਤਾ, ਆਮ ਬੰਦੇ ਨੂੰ ਤਾਂ ਸਾਰਾ ਕੁਝ ਪਤਾ। ਆਮ ਬੰਦੇ ਨੂੰ ਪਤਾ ਕਰਕੇ ਤੇ ਚੱਕਰ ਹੈ ਵੀ ਜਿੱਦਾਂ ਚੀਮਾ ਸਾਹਿਬ ਨੇ ਇੱਕ ਇਹ ਵੀ ਸ਼ਬਦ ਵਰਤਿਆ, ਉਹ ਕਹਿੰਦੇ ਸਾਰੀ ਕਾਂਗਰਸ ਦੇ ਸਿਰ 'ਚ ਰੇਤ ਪਾਈ, ਸਾਰੀ ਕਾਂਗਰਸ ਦੇ ਸਿਰ 'ਚ ਰੇਤ ਪਾਈ। ਚਲੋ ਇਹ ਲੜਾਈ ਇਸ ਵਕਤ ਜਿੱਥੇ ਪਹੁੰਚ ਗਈ ਅਪੜ ਗਈ। ਇੱਕ ਗੱਲ ਤੇ ਪੱਕੀ ਆ ਵੀ ਕਾਂਗਰਸ ਪਾਰਟੀ ਦੇ ਵਿੱਚ ਹੁਣ ਇਹ ਨਾ ਕੋਈ ਸਮਝੇ ਭਾਈ ਸਾਹਿਬ ਵੀ ਉਹ ਇਕੱਠੀ ਆ ਤੇ ਜਾਂ ਉਹਨਾਂ ਦੇ ਵਿੱਚ ਧੜੇ ਆ। ਹੁਣ ਤੇ ਇਕੱਲੇ ਨੂੰ ਇਕੱਲਾ ਹੋਇਆ ਪਿਆ। ਅਗਲਾ ਕਹਿੰਦਾ ਵੀ ਜਿਹੜਾ ਜਿੱਤ ਗਿਆ, ਜਿਹੜਾ ਰਹਿ ਗਿਆ। ਤੇ ਕਾਂਗਰਸ ਪਾਰਟੀ ਮੈਂ ਤਾਂ ਹਾਈਕਮਾਨ ਵੀ ਚੁੱਪ ਬੈਠੀ, ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਲੜਦੇ ਆ ਆਪਸ 'ਚ, ਕਹਿੰਦੇ ਤੇ ਆ ਨਾ ਵੀ ਅਸੀਂ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਉਣੀ। ਉਹ ਕਹਿੰਦੇ ਕੋਈ ਨਹੀਂ, ਆਉਣਗੇ ਤਾਂ ਸਾਡੇ ਕੋਲ ਹੀ। ਨਹੀਂ, ਤੁਸੀਂ ਕਮਾਲ ਦੀ ਗੱਲ ਦੇਖੋ, ਨਵਤੇਜ ਸਿੰਘ ਚੀਮਾ ਹੋਰਾਂ ਨੇ 3 ਹੋਰ MLAs ਦੇ ਨਾਲ ਜਾ ਕੇ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਕਾਂਗਰਸ ਚੋਂ ਬਾਹਰ ਕੱਢਣ ਦੀ ਗੱਲ ਕੀਤੀ। ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਇਹਨਾਂ ਦੇ ਕਰਕੇ ਮੈਨੂੰ ਕੱਢ ਦੂ ਬੀਬੀ ਸੋਨੀਆ ਗਾਂਧੀ, ਤੁਹਾਡੇ ਕਰਕੇ ਮੈਨੂੰ ਕੱਢ ਦੂ ਕਹਿੰਦੇ। ਉਹਨੇ ਮਤਲਬ ਉਹ ਬੜੀ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਵੈਸੇ 'ਚ ਲੜਾਈ ਕੀ ਹੈ, ਤੇ ਲੜਾਈ ਮੋਟੀ ਜਿੰਨੀ ਕਿ ਮੈਨੂੰ ਸਮਝ ਆਈ ਉਹ ਤੇ ਇਹ ਸੀ ਵੀ ਚੀਮਾ ਸਾਹਿਬ ਨੇ ਕਿਤੇ ਕੋਸ਼ਿਸ਼ ਕੀਤੀ ਜਾਂ ਨਾਲ ਦੇ ਬੰਦੇ ਨਾਲ ਮਿਲ ਕੇ ਵੀ ਰਾਣਾ ਗੁਰਜੀਤ ਨੂੰ ਪਾਰਟੀ 'ਚੋਂ ਕਢਾ ਦਈਏ, ਤੇ ਉਹ ਕਹਿੰਦੇ ਜੇ ਤੂੰ ਮੈਨੂੰ ਪਾਰਟੀ 'ਚੋਂ ਕਢਾਉਣਾ ਤਾਂ ਮੈਂ ਹਲਕੇ 'ਚੋਂ ਕਢਾਉਂ ਤੈਨੂੰ, ਵੀ ਆ ਜਾ ਵੇਖੀਏ।
ਪਰ ਕੁੱਲ ਮਿਲਾ ਕੇ ਸੰਧਾਲੀਆ ਸਾਹਿਬ ਕੰਮ ਤਾਂ ਬੜਾ ਅਜੀਬ ਜਿਹਾ ਹੋਇਆ ਨਹੀਂ, ਫਿਰਦਾ। ਕੰਮ ਵਧੀਆ, ਲੋਕ ਜਜਾਰੇ ਲੈਂਦੇ, ਉਹ ਕਹਿੰਦੇ ਕੋਈ ਨਹੀਂ ਲੜੋ। ਕਪੂਰਥਲਿਓਂ ਬਟਾਲਾ ਬਹੁਤੀ ਦੂਰ ਨਹੀਂ, ਸੁਲਤਾਨਪੁਰ ਲੋਧੀ ਤੋਂ ਵੀ ਦੂਰ ਨਹੀਂ। ਉੱਥੇ ਵੀ ਅਸ਼ਵਨੀ ਸੇਖੜੀ ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਦਾਂ ਹੀ ਮਿਹਣੋ ਮਿਹਣੀ ਹੋਏ ਸੀ, ਇਦਾਂ ਹੀ ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਂਦੇ ਸੀ, ਇਦਾਂ ਹੀ ਉਹ ਪਰਲੇ ਪਾਸੇ। ਅਸੀਂ ਇਹ ਨਹੀਂ ਕਹਿੰਦੇ ਕਿ ਈਡੀ ਨੇ ਰੇਡ ਕਰਕੇ ਚੰਗਾ ਕੀਤਾ, ਬਿਲਕੁਲ ਨਹੀਂ ਕਹਿੰਦੇ। ਉੱਥੇ ਵੀ ਤੁਹਾਨੂੰ ਯਾਦ ਹੋਣਾ ਹੈ, ਇਦਾਂ ਹੀ ਦਵਿੰਦਰ ਸਿੰਘ ਘੁਬਾਇਆ ਹੋਰਾਂ ਨੇ ਆਪਣੇ ਗੁਆਂਢ ਦੇ ਇੱਕ ਮੰਤਰੀ ਦੇ ਉੱਤੇ ਦੋਸ਼ ਲਾਇਆ ਸੀ ਕਿ ਕੰਮ ਖਰਾਬ ਹੋਇਆ। ਫਿਰ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਟਿਕਟ ਅਜੇ ਕਲੀਅਰ ਨਹੀਂ ਸੀ ਹੋਈ ਤਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਨਾਲ ਪੰਗਾ ਪੈ ਗਿਆ ਸੀ, ਉਦੋਂ ਦੋਸ਼ ਕਿੱਡੇ ਕਿੱਡੇ ਲੱਗੇ ਸੀ। ਚਰਚਾ ਇੱਕ ਥਾਂ ਨਹੀਂ ਹੈ, ਚਰਚਾ ਬਹੁਤ ਸਾਰੇ ਥਾਵਾਂ ਤੇ ਹੈ। ਕੀ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਬਾਰੇ ਬਾਕੀ ਬੰਦੇ ਨਹੀਂ ਸੀ ਬੋਲੇ? ਕੈਪਟਨ ਅਮਰਿੰਦਰ ਸਿੰਘ 25 ਐਮਐਲਏਸ ਦੇ ਬਾਰੇ ਨਹੀਂ ਸੀ ਬੋਲੇ? ਜਾਣੀ ਸਭ ਤੋਂ ਪਹਿਲਾਂ ਕਈ ਵਾਰੀ ਹੁੰਦਾ ਨਾ ਕਿ ਆਪਦੀ ਢੋਲਕੀ ਨੂੰ ਆਟਾ ਲਾਉਣਾ ਬਹੁਤ ਜ਼ਰੂਰੀ ਹੈ, ਫਿਰ ਮੁੜ ਕੇ ਮਾਈਕ ਦੀ ਖਰਾਬੀ ਨਹੀਂ ਕੱਢੀ ਦੀ ਕਿ ਭਾਈ ਢੋਲਕੀ ਵੱਜਦੀ ਤਾਂ ਸੁਣੀ ਹੈ, ਮਾਈਕ ਦੇ ਵਿੱਚ ਦੀ ਆਵਾਜ਼ ਚੰਗੀ ਨਹੀਂ ਜਾਂਦੀ। ਕੋਈ ਗੱਲ ਨਹੀਂ, ਅਗਲੇ ਨਾ ਡਗਾ ਲਈ ਫਿਰਦੇ ਆ ਢੋਲ ਵਾਲਾ, ਉਹ ਕਹਿੰਦੇ ਕੱਲੀ ਕੱਲੀ ਢੋਲਕੀ ਦੇ ਵਿੱਚ ਖੜਕਾ ਕੇ ਵੇਖਣਾ ਵੀ ਕੀ ਕੁਝ ਬੋਲਦਾ ਹੈ। ਅੱਛਾ, ਇਹ ਗੱਲ ਇਹ ਤਾਂ ਹੁਣ ਨਿਕਲ ਗਿਆ ਕੰਮ, ਇਹ ਤਾਂ ਜਿਸ ਪਾਸੇ ਨੂੰ ਕੰਮ ਤੁਰ ਪਿਆ ਉਸ ਪਾਸੇ ਆ ਵੀ ਸੁਧੀ ਲੜਾਈ ਹੈ, ਉਹ ਅੱਜ ਹੋ ਜੇ, ਕੱਲ੍ਹ ਹੋ ਜੇ, ਪਰਸੋਂ ਹੋ ਜੇ। ਪਰ ਇੱਕ ਮੈਂ ਗ੍ਰਹਿ ਮੰਤਰੀ ਨੇ ਪੰਜਾਬ ਦੇ ਸੁਖੀ ਰੰਧਾਵਾ ਜੀ, ਉਹਨਾਂ ਦਾ ਇੱਕ ਬਿਆਨ ਪੜ੍ਹ ਰਿਹਾ ਸੀ। ਉਹ ਕਹਿੰਦੇ ਵੀ ਦੇਖੋ ਜਿਹੜੇ ਪੰਜਾਬੀ ਹੈ ਨਾ, ਅੰਗਰੇਜ਼ਾਂ ਤੋਂ ਉਹਨਾਂ ਨੇ ਮਤਲਬ ਆਜ਼ਾਦ ਕਰਾਇਆ ਮੁਲਕ ਨੂੰ, ਟੱਕਰ ਲਈ ਹੈ ਉੱਥੇ, ਮਤਲਬ ਇਸ ਤਰ੍ਹਾਂ ਦੀ ਪੰਜਾਬੀ ਕੌਮ ਆ। ਭਾਜਪਾ ਦੱਸੀ ਇਹਨਾਂ ਦਾ ਕੀ ਯੋਗਦਾਨ ਹੈ ਆਜ਼ਾਦੀ 'ਚ। ਮੈਂ ਕੁਦਰਤੀ ਸੋਚਦਾ ਸੀ ਵੀ ਪੰਜਾਬੀ ਦਾ, ਆਪਾਂ ਜੇ ਕੱਲ੍ਹ ਗੱਲ ਕੀਤੀ ਵੀ ਪੰਜਾਬੀ ਦਾ ਵਿਚਾਰੇ ਕਹਿੰਦੇ ਆ ਵੀ ਉਹਨਾਂ ਦੇ ਥੋੜ੍ਹਾ ਈਡੀ ਨੇ ਰੇਡ ਕੀਤੀ ਹੈ, ਜਾਂ ਪੰਜਾਬੀ, ਇਹ ਨਹੀਂ ਮੈਨੂੰ ਸਮਝ ਆਈ ਗੱਲਬਾਤ ਦੀ ਵੀ ਜਦੋਂ ਦਾ ਭੀੜ ਪੈਂਦੀ ਹੈ ਉਦੋਂ ਲੀਡਰ ਪੰਜਾਬੀ ਨੂੰ ਨਾਰ ਲਾ ਲੈਂਦੇ ਆ, ਤੇ ਜਦੋਂ ਵੋਟਾਂ ਲੈ ਲੈਂਦੇ ਉਦੋਂ ਦਾ 5 ਸਾਲ ਪੰਜਾਬੀਆਂ ਦਾ ਚੇਤੇ ਨਹੀਂ ਆਉਂਦਾ ਮੁੜ ਕੇ। ਇਹ ਤਾਂ ਦੇਖੋ ਹਰ ਇੱਕ ਬੰਦਾ ਨਾ, ਕਦੇ ਤੁਸੀਂ ਦਿੱਲੀ ਨਾਲ ਪੰਜਾਬ ਦੀ ਲੜਾਈ ਕਰਾ ਦਿਓ, ਕਦੇ ਤੁਸੀਂ ਪੰਜਾਬੀ ਸ਼ਬਦ ਵਰਤ ਲਓ, ਕਦੇ ਸਿੱਖ ਸ਼ਬਦ, ਸਾਰੀਆਂ ਸਿਆਸੀ ਪਾਰਟੀਆਂ ਜਿਹਦਾ ਜਿੱਥੇ ਸੂਤ ਲੱਗਦਾ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਸਾਈਕਲ ਦੀ ਟਿਊਬ ਬਾਹਰ ਕੱਢੀ ਦੀ ਹਵਾ ਨਹੀਂ ਹੁੰਦੀ ਤੇ ਉਹਨੂੰ ਜਦੋਂ ਹਵਾ ਭਰ ਕੇ ਪਾਣੀ ਦੇ ਵਿੱਚ ਦੀ ਕੱਢੀ ਦਾ ਤੇ ਪੈਂਚਰ ਉੱਥੇ ਲਾਈਦਾ ਜਿੱਥੇ ਛੇਕ ਹੋਇਆ ਹੋਵੇ, ਉੱਥੇ ਪੈਂਚਰ ਨਹੀਂ ਲਾਈਦਾ ਜਿੱਥੇ ਤੁਹਾਨੂੰ ਸੋਹਣਾ ਲੱਗਦਾ ਹੋਵੇ, ਫਿਰ ਹਵਾ ਨਹੀਂ ਰਹਿੰਦੀ ਵਿੱਚ। ਇਸ ਕਰਕੇ ਭਾਵੇਂ ਪੰਜਾਬੀ ਸ਼ਬਦ ਵਰਤ ਲਓ, ਭਾਵੇਂ ਸਿੱਖ ਸ਼ਬਦ ਵਰਤ ਲਓ, ਭਾਵੇਂ ਕੋਈ ਵਰਤ ਲਓ, 1947 ਤੋਂ ਪਹਿਲੀਆਂ ਕੁਰਬਾਨੀਆਂ ਵਰਤ ਲਓ, 66 ਦੇ ਵਿੱਚ ਹੋਇਆ ਧੱਕਾ ਵਰਤ ਲਓ, ਉਹਦੇ ਤੋਂ ਬਾਅਦ SYL ਵਾਲਾ ਨਹਿਰ ਦਾ ਮਸਲਾ ਵਰਤ ਲਓ, ਉਹਦੇ ਤੋਂ ਬਾਅਦ ਕਾਨੂੰਨ ਵਰਤ ਲਓ, ਕੋਈ ਵਰਤ ਲਓ। ਜੇ ਲੀਡਰ ਚੱਜ ਦੇ ਹੁੰਦੇ ਤਾਂ ਪੰਜਾਬ ਦੇ ਲੋਕਾਂ ਦੀਆਂ ਅੱਡੀਆਂ ਦੀ ਵਿਆਹੀ ਨਹੀਂ ਸੀ ਪੱਟਣੀ। ਨਹੀਂ, ਉਹ ਤਾਂ ਐਸੀ ਪਾਰਟੀ ਪਈ ਹੈ ਵੀ ਹੁਣ ਜੇ ਕੋਈ ਮਲਮ ਨਹੀਂ ਲਾਉਂਦੇ ਆ ਤੇ ਅੱਧੀ ਅੱਡੀ 'ਚ ਹੀ ਵੜ ਜਾਂਦੀ ਮਲਮ। ਉਹ ਕਹਿੰਦੇ ਵੀ ਜੱਡੀਆਂ ਵਿਆਹੀਆਂ ਪਾੜੀਆਂ ਛੇਤੀ ਉਹ ਸੌਖੇ ਨੇ। ਮੈਂ ਨਾ ਹੁਣ ਉਹ ਮਸ਼ਹੂਰੀ ਜੀ, ਕਿਉਂਕਿ ਜਦੋਂ ਛੋਟੇ ਹੁੰਦੇ ਸੀ, ਤੁਸੀਂ ਤਾਂ ਉਦੋਂ ਵੀ ਵੱਡੇ ਹੁੰਦੇ ਸੀ। ਨਹੀਂ, ਮੈਂ ਉਦੋਂ ਵੀ ਵਾਹਵਾ ਬਜ਼ੁਰਗ ਹੁੰਨਾ। ਉਹ ਰੌਲਾ ਕੀ ਹੈ ਕਿ ਉਦੋਂ ਪਹਿਲਾਂ ਉਹਨਾਂ ਨੇ ਇੱਕ ਨਹੀਂ ਜੇ ਫਟੀ ਏੜੀਆਂ, ਉਹਦੇ ਤੋਂ ਬਾਅਦ ਕਹਿਣਾ ਇਸ ਕਰੀਮ ਕਾ ਲੇਪ ਲਗਾਏ, ਉਹ ਤੋਂ ਬਾਅਦ ਜੇ ਮੁਲਾਇਮ ਏੜੀਆਂ। ਹੁਣ ਉਹ ਜਿਹੜੀਆਂ ਏੜੀਆਂ ਨੇ ਨਾ, ਉਹ ਸਾਡੀ ਤਾਂ ਕਰੀਮ ਇਹੀ ਖਾ ਖੂ ਜਾਂਦੇ, ਸਾਡੀਆਂ ਆਡੀਆਂ ਤਾਂ ਫਟੀਆਂ ਰਹਿੰਦੀਆਂ। ਉਹਨਾਂ ਦੇ ਵਿੱਚੋਂ ਕਿੰਨੀ ਕੁ ਦੇਰ ਹੁਣ ਪਸ਼ੂਆਂ ਦੇ ਵਿੱਚੋਂ ਗੋਹਾ ਕੂੜਾ ਕਰਕੇ ਉੱਥੋਂ ਐਂ ਕੱਢੀ ਜਾਈਏ, ਸਮਝ ਨਹੀਂ ਆਉਂਦੀ। ਆਹ ਦੇਖਿਆ ਨਾ, ਹੁਣ ਅਗਲਾ ਨੇ ਫਿਰ ਕਹਿਣਾ ਬਹਾਨੇ ਨਾ ਇਹਦੇ 'ਚ ਵੀ ਏੜੀਆਂ ਦਾ ਨਾਂ ਲੈਂਦਾ ਇਹ ਬੰਦਾ, ਅੱਡੀਆਂ ਨਹੀਂ ਕਹਿੰਦਾ, ਘੁਮਾ ਕੇ ਏੜੀਆਂ ਕਹਿੰਦਾ, ਈੜੀਆਂ ਦਾ ਤਾਂ ਅੱਗੇ ਪੰਗਾ ਪਿਆ। ਚਲੋ ਇੱਕ ਗੱਲ ਤੇ ਪੱਕੀ ਆ ਵੀ ਇਹ ਜਿੱਧਰ ਨੂੰ ਖਲਾਰਾ ਪੈ ਗਿਆ ਉਸ ਹਿਸਾਬ ਨਾਲ ਇਹ ਛੇਤੀ ਕਿਤੇ ਸਾਂਭਿਆ ਨਹੀਂ ਜਾਣਾ, ਆਉਣ ਵਾਲੇ ਦਿਨਾਂ 'ਚ ਵਧੂਗਾ। ਤੇ ਜਿੱਦਾਂ ਦੀ ਕੰਸੋ ਜਾਂ ਧੂੰਆਂ ਜਿਹਾ ਜਾਪਦਾ, ਉਹਦੇ ਤੋਂ ਇਹ ਜਾਪਦਾ ਵੀ ਅਗਲਿਆਂ ਦਾ ਹੁਣ ਹੱਥ ਹੌਲੀ ਹੌਲੀ ਪਈ ਜਾਂਦਾ। ਅਤੇ ਉਹ ਕਹਿੰਦੇ ਵੀ ਜਿਹੜਾ ਵੀ ਕੱਟਾ ਡਿੰਗਦਾ ਭਾਈ ਸਾਹਿਬ ਹੌਲੀ ਹੌਲੀ ਉਹਦੇ ਸਿੰਘਾਂ ਨੂੰ ਹੱਥ ਪਾ ਕੇ ਅਤੇ ਸੂਤ ਕਰਕੇ, ਅਤੇ ਇੱਕ ਹੁੰਦਾ ਵੀ ਕਿੱਲੇ ਨਾਲ ਬੰਨ੍ਹ ਦੇਣਾ, ਇੱਕ ਹੁੰਦਾ ਕਿੱਲੇ ਨਾਲ ਜਮਾਂ ਨਰੜ ਕੇ ਬੰਨ੍ਹਣਾ, ਥੋੜ੍ਹਾ ਰੱਸਾ ਥੋੜ੍ਹਾ ਛੱਡਣਾ ਤਾਂ ਜੋ ਬਹੁਤਾ ਦੂਰ ਜਾਵੇ ਨਾ। ਹੁਣ ਜੇ ਇੱਧਰ ਨੂੰ ਕੰਮ ਤੁਰ ਪਿਆ ਤਾਂ ਫਿਰ ਵੇਖੋ ਰੱਬ ਜਾਣੇ ਕੀ ਹੁੰਦਾ। ਧੂਰੀ ਚਲੀਏ, ਚਲੋ ਜੀ। ਦੇਖੋ ਜੀ, ਧੂਰੀ ਆਪਾਂ ਕਾਹਦਾ ਜਾਣਾ, ਉਹ ਤਾਂ ਹੁਣ ਭਗਵੰਤ ਮਾਨ ਹੋਰਾਂ ਨੇ ਜਾਣਾ। ਉਹ ਕਹਿੰਦੇ ਵੀ ਮੈਂ ਸੰਗਰੂਰ ਰਹਿਣਾ ਕਿਰਾਏ 'ਤੇ, ਧੂਰੀ ਰਹਿ ਲੂੰਗਾ ਕਿਰਾਏ 'ਤੇ, ਮੈਨੂੰ ਕੀ ਫਰਕ ਪੈਂਦਾ, ਮੈਂ ਕਿਹੜਾ ਕੋਠੀਆਂ ਬਣਾਈਆਂ ਉੱਥੇ। ਪਰ ਇੰਨਾ ਜ਼ਰੂਰ ਉਹ ਕਹਿੰਦੇ ਵੀ ਧੂਰੀ ਵਾਲਿਆਂ ਨੇ ਜਦੋਂ ਮੈਂ ਪਹਿਲਾਂ MP ਬਣਿਆ ਉਦੋਂ ਵੀ ਮੈਨੂੰ ਜਿਤਾਇਆ, ਅਤੇ ਜਦੋਂ ਮੈਂ ਹੁਣ MP ਬਣਿਆ ਉਦੋਂ ਵੀ ਮੈਨੂੰ ਜਿਤਾਇਆ। ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਜਿਹੜੇ ਉੱਥੋਂ ਕਾਂਗਰਸੀ MLA ਨੇ ਦਲਵੀਰ ਸਿੰਘ ਗੋਲਡੀ, ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਹੁਣ ਧੂਰੀ ਦੇ ਆਪਣੇ ਅਤੇ ਬਾਹਰਲਿਆਂ ਦੇ ਵਾਲੇ ਮੁਕਾਬਲਾ ਹੈ। ਕਿਉਂਕਿ ਉੱਥੋਂ ਜਿਹੜੇ ਦੋ ਕੈਂਡੀਡੇਟ ਨੇ ਅਕਾਲੀਆਂ ਵਾਲੇ ਜਿਹੜੇ ਨੇ, ਉਹ ਵੀ ਪਹਿਲਾਂ ਸੰਗਰੂਰੋਂ 2 ਵਾਰੀ ਹਰੇ ਨੇ, 1 ਵਾਰੀ ਜਿੱਤੇ ਨੇ, ਅਤੇ ਐਤਕੀ ਧੂਰੀ ਆਏ ਹੋਏ ਨੇ। ਭਗਵੰਤ ਮਾਨ ਦੇ ਬਾਰੇ ਵੀ ਉਹਨਾਂ ਨੇ ਇਹ ਕਿਹਾ ਜੀ ਭਗਵੰਤ ਮਾਨ ਹੋਰੀ ਤਾਂ ਹਲਕੇ ਤੋਂ ਬਾਹਰ ਰਹਿੰਦੇ ਨੇ, ਮੈਂ ਹਲਕੇ ਦਾ ਆਪਦਾ ਬੰਦਾ, ਭਗਵੰਤ ਮਾਨ ਹੋਰੀ ਬਾਹਰਲੇ ਬੰਦੇ। ਹਰ ਇੱਕ ਉਮੀਦਵਾਰ ਨੇ ਆਪਣੇ ਹਿਸਾਬ ਨਾਲ ਲੜਾਈ ਬਣਾਉਣੀ ਹੁੰਦੀ ਹੈ। ਉਹਦਾ ਜਵਾਬ ਭਗਵੰਤ ਮਾਨ ਹੋਰਾਂ ਨੇ ਦਿੱਤਾ, ਕਹਿੰਦੇ ਕਿਰਾਏ 'ਤੇ ਆ, 2 ਮਹੀਨੇ ਦਾ ਐਡਵਾਂਸ ਕਿਰਾਇਆ ਭਰ ਕੇ ਆਪਾਂ ਧੂਰੀ ਘਰ ਰਹਿ ਲੈਣਾ। ਗੱਲ ਕਿਹੜੀ, ਆਪਾਂ ਤਾਂ ਰਹਿਣਾ, ਲੋਕਾਂ ਦੇ ਕੰਮ ਕਰਨੇ, ਲੋਕਾਂ ਦੇ ਵਿੱਚ ਰਹਿਣਾ। ਸੰਧਾਲੀਆ ਸਾਹਿਬ, ਜਿਹੜੀ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਹੋਰੀ ਜਿੱਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਗਵੰਤ ਮਾਨ ਹੋਰਾਂ ਦਾ ਰਸੂਖ ਹੈਗਾ। ਕਿਉਂਕਿ ਜਦੋਂ 2014 ਦੇ ਵਿੱਚ ਉਹ ਜਿੱਤੇ ਹੈ ਲੋਕ ਸਭਾ ਦੀ ਚੋਣ ਸੰਗਰੂਰ ਤੋਂ, ਤੇ ਉਹਦੇ ਵਿੱਚ ਆਪਾਂ ਨੂੰ ਪਤਾ ਕਈ ਵਿਧਾਨ ਸਭਾ ਹਲਕੇ ਹੁੰਦੇ, ਤਕਰੀਬਨ 30,000 ਦੀ ਲੀਡ ਧੂਰੀ ਤੋਂ ਰਹੀ। ਉਹਦੇ ਤੋਂ ਬਾਅਦ 2019 ਦੇ ਵਿੱਚ ਫਿਰ ਤਕਰੀਬਨ ਇੰਨੀ ਕੁ ਲੀਡ ਉਹਨਾਂ ਦੀ ਧੂਰੀ ਤੋਂ ਰਹੀ।
ਪਰ ਇਹਦੇ ਵਿੱਚ ਆਪਾਂ ਇੱਕ ਗੱਲ ਚੇਤੇ ਰੱਖੀਏ ਕਿ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਭਗਵੰਤ ਮਾਨ ਸਾਹਿਬ 30,000 ਦੀ ਲੀਡ ਰਹਿੰਦੇ ਆ। 3 ਸਾਲ ਬਾਅਦ 2017 ਦੇ ਵਿੱਚ ਜੱਸੀ ਸੇਖ ਹੋਰਾਂ ਨੂੰ ਇੱਥੋਂ ਆਮ ਆਦਮੀ ਪਾਰਟੀ ਦੀ ਟਿਕਟ ਮਿਲਦੀ ਆ ਤੇ ਉਹ 2800 ਵੋਟਾਂ ਦੇ ਨਾਲ ਪਛੜ ਜਾਂਦੇ ਆ ਤੇ ਦਲਵੀਰ ਸਿੰਘ ਗੋਲਡੀ ਐਮਐਲਏ ਬਣਦੇ ਆ ਤੀਸਰੇ ਨੰਬਰ ਦੇ ਉੱਤੇ। ਫਿਰ 2 ਸਾਲਾਂ ਦੇ ਬਾਅਦ ਹੀ ਐਮਪੀ ਦੀ ਚੋਣ ਹੁੰਦੀ, ਭਗਵੰਤ ਮਾਨ ਹੋਰੀ ਖੜਦੇ ਆ ਤੇ 30,000 ਵੋਟਾਂ ਦੀ ਫੇਰ ਲੀਡ ਨਿਕਲਦੀ ਹੈ। ਹੁਣ ਜੇ ਐਤਕੀ ਭਗਵੰਤ ਮਾਨ ਸਾਹਿਬ ਚੋਣ ਜਿੱਤਦੇ ਆ ਤੇ ਵਿਧਾਨ ਸਭਾ ਦੀ ਕੋਈ ਵੀ ਚੋਣ ਅਜੇ ਤੱਕ ਨਾ ਜਿੱਤ ਸਕਣ ਦਾ ਸੋਕਾ ਉਹਨਾਂ ਦਾ ਦੂਰ ਹੋ ਜੂ ਤੇ ਨਾਲ ਦੀ ਨਾਲ ਇਹ ਵੀ ਕਹਿ ਦੇਣਗੇ ਕਿ ਨਹੀਂ ਭਾਈ ਭਗਵੰਤ ਮਾਨ ਨੂੰ ਲੋਕ ਪਿਆਰ ਬਹੁਤ ਕਰਦੇ ਆ। ਹੁਣ ਜਿਹੜੇ ਦਲਵੀਰ ਸਿੰਘ ਗੋਲਡੀ ਉਹਨਾਂ ਦੇ ਮੁਕਾਬਲੇ ਤੇ ਖੜੇ, ਮੈਂ ਦੋਵਾਂ ਦਾ ਜ਼ਿਕਰ ਕਿਉਂ ਕਰਦਾ, ਜਿਹੜੇ ਅਕਾਲੀ ਉਮੀਦਵਾਰ ਨੇ ਉਹ ਥੋੜੇ ਜਿਹਾ ਉਸ ਸਥਿਤੀ 'ਚ ਨੇ ਕਿਉਂਕਿ ਬਸਪਾ ਦੀਆਂ ਵੋਟਾਂ ਵੀ ਉੱਥੋਂ 2-2.5-3 ਹਜ਼ਾਰ ਤੋਂ ਵੱਧ ਨਹੀਂ ਨਿਕਲਦੀਆਂ ਹੁੰਦੀਆਂ। ਪਿਛਲੇ ਜੇ 2-3 ਆਪਾਂ ਦੇਖੀਏ, ਪਿਛਲੀ ਵਾਰ 49,000 ਵੋਟਾਂ 2017 ਦੇ ਵਿੱਚ ਕਾਂਗਰਸੀ ਉਮੀਦਵਾਰ ਦੀਆਂ ਸੀ। 2800 ਵੋਟਾਂ ਘਟ ਕੇ 46,000 ਕੁਛ ਵੋਟਾਂ ਜਿਹੜੀਆਂ ਸੀ ਉਹ ਜਿਹੜੀਆਂ ਆਮ ਆਦਮੀ ਪਾਰਟੀ ਦੇ ਜੱਸੀ ਸੇਖ ਹੁੰਦੀਆਂ ਸੀ। ਹਰੀ ਸਿੰਘ ਹੋਰਾਂ ਨੂੰ ਟਿਕਟ ਅਕਾਲੀਆਂ ਨੇ ਦਿੱਤੀ ਸੀ ਤੇ ਉਹ 28,000 ਵੋਟਾਂ ਤੇ ਆ ਕੇ ਅਟਕ ਗਏ ਸੀ। ਜਾਣੀ ਕਿ ਅਕਾਲੀਆਂ ਨੇ ਇੱਕ ਤਾਂ ਪਿਛਲੀਆਂ ਵੋਟਾਂ ਅੱਗੇ ਲੈ ਕੇ ਜਾਣੀਆਂ ਤੇ ਉਹ ਪਿਛਲੀਆਂ ਦੇ ਨਾਲ ਨਾਲ ਬਸਪਾ ਦੀਆਂ ਵੀ ਜੇ 2000 ਪਾ ਦੀ ਉਹਨਾਂ ਦੇ ਲਈ ਪੈਂਡਾ ਅਜੇ ਲੰਬਾ ਹੈ। ਆਪਾਂ ਇਹ ਨਹੀਂ ਕਹਿੰਦੇ ਉਹਨਾਂ ਦੀ ਸੰਭਾਵਨਾ ਨਹੀਂ। ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਲੱਗਦਾ ਹੈ ਕਿ ਮੁੱਖ ਮੁਕਾਬਲਾ ਭਗਵੰਤ ਮਾਨ ਤੇ ਦਲਬੀਰ ਗੋਲਡੀ ਦੇ ਵਿਚਾਲੇ ਹੈ। ਕਿਹਦੀ ਲਹਿਰ ਚੱਲਦੀ ਹੈ, ਕੌਣ ਜਿੱਤਦਾ ਹਰਦਾ, ਅਸੀਂ ਤਾਂ ਕਿਸੇ ਦੇ ਉੱਤੇ ਮੋਹਰ ਨਹੀਂ ਲਾਉਣੀ ਕਿਉਂਕਿ ਗੋਲਡੀ ਸਾਹਿਬ ਵੀ ਕਹਿੰਦੇ ਕਿ ਮੈਂ ਗੈਰ ਸਿਆਸੀ ਪਰਿਵਾਰ 'ਚੋਂ ਆਇਆ, ਮੈਂ ਵਿਦਿਆਰਥੀ ਪੋਲੀਟਿਕਸ 'ਚੋਂ ਆਇਆ, ਮੈਨੂੰ ਤਾਂ ਪਹਿਲੀ ਵਾਰੀ ਟਿਕਟ ਦਿੱਤੀ ਸੀ, ਮੈਂ ਹਲਕੇ 'ਚ ਕੰਮ ਕੀਤਾ ਸੀ, ਮੈਨੂੰ ਲੋਕਾਂ ਨੇ ਤਾਂ ਜਿਤਾਇਆ, ਮੈਂ ਮੁੜ ਕੇ ਲੋਕਾਂ 'ਚ ਵਿਚਰਦਾ। ਉਹਨਾਂ ਦੀ ਧਰਮ ਪਤਨੀ ਵੀ ਲਗਾਤਾਰ ਲੋਕਾਂ ਦੇ ਵਿੱਚ ਸਰਗਰਮ ਹੁੰਦੀ ਹੈ। ਪਰ 2 ਵਾਰੀ 2014 ਤੇ 19 ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਨਾਂ ਦੇ ਉੱਤੇ ਜਿੱਦਾਂ ਧੂਰੀ ਦੇ ਵਿੱਚ ਹੁੰਜਾ ਫਿਰਿਆ ਸੀ, ਉਹਨੂੰ ਦੇਖਦਿਆਂ ਲੱਗਦਾ ਕਿ ਭਗਵੰਤ ਮਾਨ ਹੋਰਾਂ ਨੂੰ ਸੇਫ ਸੀਟ ਆਮ ਆਦਮੀ ਪਾਰਟੀ ਨੇ ਦਿੱਤੀ ਹੈ। ਇਹਨੇ ਦਿੱਤੀ ਜਾਪਦੀ ਹੈ ਕਿਉਂਕਿ ਭਗਵੰਤ ਮਾਨ ਹੋਰਾਂ ਦਾ ਜਿਹੜੀ ਪਹਿਲੀ ਅਪੀਲ ਹੈ ਜਿਹੜੀ ਉਹਨਾਂ ਨੇ ਧੂਰੀ ਦੇ ਲੋਕਾਂ ਨੂੰ ਕੀਤੀ, ਜਿਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਵੀ ਉਹਨਾਂ ਨੇ ਸਗੋਂ ਧੂਰੀ ਵਾਲਿਆਂ ਨੂੰ ਵਧਾਈ ਦਿੱਤੀ ਜੀ। ਕਹਿੰਦੇ ਵਧਾਈ ਦੇ ਪਾਤਰ ਤੁਸੀਂ ਇਸ ਕਰ ਕਿਉਂਕਿ ਇੱਕ ਪਾਰਟੀ ਨੇ ਇਹ ਸੋਚਿਆ ਵੀ ਯਾਰ ਜੇ ਭਗਵੰਤ ਮਾਨ ਦੇ ਕੋਈ ਬਹੁਤੇ ਆਪਣੇ ਤੋਂ ਇਹ ਲੋਕ ਨੇ ਹੈ ਨਾ ਵੀ ਤੁਹਾਡੇ ਤੇ ਯਕੀਨ ਕੀਤਾ ਤੇ ਉਹ ਵਾਲਾ ਜਿਹੜਾ ਯਕੀਨ ਹੈ ਉਹ ਮੇਰਾ ਬਣਾ ਕੇ ਰੱਖਿਓ। ਕੋਈ ਗੱਲਾਂ ਬਣਾਉਣੀਆਂ ਆਉਂਦੀਆਂ ਬੰਦੇ ਨੇ ਸਾਰੀ ਉਮਰ ਗੱਲਾਂ ਦਾ ਤਾਂ ਖੱਟਿਆ ਖਾਧਾ ਜੀ। ਪਰ ਦੂਜੀ ਗੱਲ ਇਹ ਵੀ ਹੈ ਵਾਟ ਸਾਹਿਬ ਕਿ ਵੀ ਆਪਾਂ ਜੇ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਹਿਸਾਬ ਨਾਲ ਵੀ ਉਦੋਂ ਵੀ ਉੱਥੋਂ ਦੇ ਲੋਕ ਵੀ ਇਹ ਧੂਰੀ ਦਾ ਵੀ ਲਗਭਗ ਨਤੀਜਾ ਬਿਲਕੁਲ ਉੱਦਾਂ ਦਾ। ਉੱਥੇ ਵੀ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਉਦੋਂ ਵੀ ਉਹ ਕਹਿੰਦੇ ਵੀ ਵਿਧਾਨ ਸਭਾ ਦੀਆਂ ਵੋਟਾਂ ਚਲੋ ਜੀ ਇਹਨਾਂ ਦੀਆਂ, ਫਿਰ ਵਿੱਚ ਮੋਦੀ ਸਾਹਿਬ ਵਾਲਾ ਦੌਰ ਆਉਂਦਾ ਐਮਪੀ ਦੀਆਂ, ਉਹ ਕਹਿੰਦੇ ਨਹੀਂ ਇਹ ਭਾਜਪਾ ਦੀਆਂ। ਫਿਰ ਮੌਕਾ ਮਿਲਦਾ ਜੀ ਵਿਧਾਨ ਸਭਾ, ਉਹ ਕਹਿੰਦੇ ਨਹੀਂ ਕੇਜਰੀਵਾਲ ਦੀਆਂ। ਉੱਦਾਂ ਹੀ ਧੂਰੀ ਵਾਲਿਆਂ ਕੀਤਾ, ਉਹ ਕਹਿੰਦੇ ਜੀ ਐਮਪੀ ਵਾਲੀਆਂ ਭਗਵੰਤ ਮਾਨ ਦੀਆਂ, ਜੇ ਵਿਧਾਨ ਸਭਾ ਵਾਲੀਆਂ ਨਹੀਂ ਇਹ ਕਾਂਗਰਸ ਦੀਆਂ। ਉਹ ਕਹਿੰਦੇ ਜੀ ਐਮਪੀ ਵਾਲੀਆਂ ਕਹਿੰਦੇ ਇਹ ਫਿਰ ਭਗਵੰਤ ਮਾਨ ਦੀਆਂ। ਹੁਣ ਜਿਹੜਾ ਆਣ ਕੇ ਪੇਚਾ ਉਹ ਵੱਖਰਾ ਫਸ ਗਿਆ ਵੀ ਭਗਵੰਤ ਮਾਨ ਉਹੀ ਹੈ ਪਰ ਵੋਟਾਂ ਵਿਧਾਨ ਸਭਾ ਦੀਆਂ ਆ ਗਈਆਂ। ਹੁਣ ਇਸ ਪੇਜ ਤੇ ਧੂਰੀ ਵਾਲੇ ਕਿੱਧਰ ਨੂੰ ਵਗਦੇ ਕਿੱਧਰ ਨੂੰ ਚੱਲਦੇ ਇਹ ਦੱਸੂਗਾ ਟਾਈਮ। ਪਰ ਇੱਕ ਗੱਲ ਉਹਨਾਂ ਨੇ ਵੈਸੇ ਜਿਹੜੀ ਬਾਹਰਲੇ ਕੈਂਡੀਡੇਟ ਵਾਲੀ ਉਹ ਤੇ ਕੱਟਤੀ ਭਗਵੰਤ ਮਾਨ ਨਾਲ। ਮੈਂ ਗੱਲ ਸੁਣਦਾ ਹੈ ਉਹ ਕਹਿੰਦੇ ਬਾਹਰਲਾ ਮੈਂ ਕਿੱਦਾਂ ਹੋ ਗਿਆ, ਹਲਕਾ ਤੇ ਮੇਰਾ ਉਹੀ ਹੈ ਜੀ ਤੇ ਮੈਂ ਤੇ ਆਪਣੇ ਹਲਕੇ 'ਚ ਹੀ ਆ। ਉਹ ਗੱਲ ਵੱਖਰੀ ਵੀ ਕਿਰਾਏ ਤੇ ਮੈਂ ਸੰਗਰੂਰ ਦੇ ਵੀ ਧੂਰੀ ਹੈ, ਉਹਨੂੰ ਫਰਕ ਕੀ, ਮੈਂ ਕਿਹੜਾ ਬਾਹਰ ਗਿਆ। ਨਹੀਂ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਗਵੰਤ ਮਾਨ ਹੋਰੀ ਕਿਉਂਕਿ ਮੁੱਖ ਮੰਤਰੀ ਦੇ ਦਾਅਵੇਦਾਰ ਨੇ, ਪਾਰਟੀ ਨੇ ਅਨਾਉਂਸ ਕਰ ਦਿੱਤਾ। ਉੱਥੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਹੀਂ ਚੋਣ ਲੜੂਗਾ, ਉੱਥੋਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਦਾਅਵੇਦਾਰ ਚੋਣ ਲੜੂਗਾ। ਤੇ ਜੇ ਵਿਧਾਨ ਸਭਾ ਦੇ ਵਿੱਚੋਂ ਹਰੀ ਵੀ ਸੀ ਆਮ ਆਦਮੀ ਪਾਰਟੀ ਦੇ ਸਿਰਫ 2800 ਨਹੀਂ ਹਰੀ ਸੀ। ਉਹਦੇ ਤੋਂ ਬਾਅਦ ਉਹਨਾਂ ਨੇ ਸਾਬਤ ਵੀ ਕਰ ਦਿੱਤਾ ਕਿ 2019 'ਚ ਸਾਡੀ 30,000 ਵੋਟ ਫੇਰ ਵੱਧ ਗਈ ਹੈ। ਪਰ ਇਹਦੇ ਬਾਵਜੂਦ ਇੱਕ ਗੱਲ ਜਿਹੜੀ ਚੇਤੇ ਰੱਖਣ ਵਾਲੀ ਹੈ, ਜਿਹੜੀਆਂ ਵੋਟਾਂ ਕਈ ਵਾਰੀ ਕੱਟ ਕੁੱਟ ਕੇ ਪੈਂਦੀਆਂ ਹੁੰਦੀਆਂ ਨੇ ਕਿ ਇੱਧਰਲੀਆਂ ਵੀ ਉਹਦੇ ਨਾਲ ਜੁੜ ਗਈਆਂ, ਉੱਧਰਲੀਆਂ ਵੀ ਉਹਦੇ ਨਾਲ ਜੁੜ ਗਈਆਂ, ਉਹਦੇ ਹਿਸਾਬ ਦੇ ਨਾਲ ਬਹੁਤਾ ਜ਼ਿਆਦਾ ਹੱਥ ਤੇ ਹੱਥ ਧਰ ਕੇ ਵੀ ਨਹੀਂ ਬੈਠਣਾ ਚਾਹੀਦਾ। ਕਿਉਂਕਿ ਉਹਨਾਂ ਨੇ ਇੱਕ ਪ੍ਰਚਾਰ ਹੋਰ ਸ਼ੁਰੂ ਕੀਤਾ ਹੈ ਕਿ ਭਾਈ ਇਹ ਤਾਂ ਪਹਿਲਾਂ ਲਹਿਰੇਗਾ ਅੱਗੇ ਚੋਣ ਲੜੇ ਸੀ, ਜਲਾਲਾਬਾਦ ਤੋਂ ਲੜੇ ਸੀ, ਧੂਰੀ ਵਾਲੇ ਹੁਣ ਤੁਹਾਡੇ ਕੋਲ ਆਏ ਆ ਕਿਉਂਕਿ ਪ੍ਰਚਾਰ ਆ, ਅਗਲੇ ਬੰਦੇ ਕਰਨਗੇ। ਤੇ ਦੂਸਰੇ ਪਾਸੇ ਸਾਨੂੰ ਇਹ ਲੱਗਦਾ ਕਿ ਪੈਮਾਨਾ ਇੱਕ ਰੱਖ ਲਓ। ਸਾਨੂੰ ਨਹੀਂ ਪਤਾ ਕਿ ਦਲਵੀਰ ਸਿੰਘ ਗੋਲਡੀ ਨੇ ਕਿੰਨਾ ਕੰਮ ਕੀਤਾ, ਅਸੀਂ ਭੁੱਲ ਜਾਂਦੇ ਹਾਂ ਕਿ ਭਗਵੰਤ ਮਾਨ ਨੇ ਕਿੰਨਾ ਕੰਮ ਕੀਤਾ। ਲੋਕਾਂ ਦੇ ਦੋਨੇ ਹੀ ਚੁਣੇ ਹੋਏ ਪ੍ਰਤੀਨਿਧ ਨੇ। ਭਗਵੰਤ ਮਾਨ ਹੋਰਾਂ ਨੂੰ 8 ਸਾਲ ਹੋ ਗਿਆ ਮੈਂਬਰ ਪਾਰਲੀਮੈਂਟ ਬਣੇ ਨੂੰ, ਉਧਰਲੇ ਪਾਸੇ 5 ਸਾਲ ਹੋ ਗਿਆ ਦਲਵੀਰ ਸਿੰਘ ਗੋਲਡੀ ਨੂੰ ਐਮਐਲਏ ਬਣਿਆ ਨੂੰ। ਤੇ ਆਪਾਂ ਗਰਗ ਸਾਹਿਬ ਦੀ ਵੀ ਗੱਲ ਕਰ ਲੈਣੀ, ਜਿਹੜੇ ਅਕਾਲੀਆਂ ਦੇ ਕੈਂਡੀਡੇਟ, ਉਹਨਾਂ ਨੇ ਵੀ 5 ਸਾਲ ਸੰਗਰੂਰ ਦੇ ਵਿੱਚ ਐਮਐਲਏਸ਼ਿਪ ਹੰਢਾਈ ਹੈ। ਤਿੰਨਾਂ ਦੇ ਹੀ ਕਾਰਜਕਾਲ ਦੇ ਵਿੱਚ ਕਿਉਂਕਿ ਗੋਲਡੀ ਸਾਹਿਬ ਦੀ ਤਾਂ ਆਪਦੀ ਸਰਕਾਰ ਵੀ ਹੈ, ਉਹ ਕਿੰਨੇ ਕੁ ਕੰਮ ਹਲਕੇ ਦੇ ਲੋਕਾਂ ਦੇ ਕਰਾਉਣ 'ਚ ਕਾਮਯਾਬ ਰਹੇ, ਕਿੰਨੀਆਂ ਕੁ ਮੰਗਾਂ ਜਿਹੜੀਆਂ ਉਹਨਾਂ ਨੇ ਪਹਿਲਾਂ ਲੋਕਾਂ ਨੂੰ ਕਿਹਾ ਸੀ ਕਿ ਪੂਰੀਆਂ ਕਰਾਂਗੇ, ਪੂਰੀਆਂ ਕਰਵਾਈਆਂ। ਭਗਵੰਤ ਮਾਨ ਹੋਰਾਂ ਦੀ ਸਰਕਾਰ ਤਾਂ ਨਹੀਂ ਰਹੀ ਪਰ ਆਪਣਾ ਐਮਪੀ ਲੈਡ ਫੰਡ ਜਿਹੜਾ ਉਹਨਾਂ ਨੇ ਕਿੰਨੇ ਕੁ ਚੰਗੇ ਤਰੀਕੇ ਵੰਡਿਆ, ਵਿਧਾਨ ਲੋਕ ਸਭਾ ਦੇ ਵਿੱਚ ਜਾ ਕੇ ਕਿੰਨੀ ਕੁ ਆਵਾਜ਼ ਬੁਲੰਦ ਕੀਤੀ। ਲੋਕ ਉਹਨਾਂ ਚੀਜ਼ਾਂ ਨੂੰ ਉਹ ਤੋਲ ਲੈਣ, ਮਾਪ ਲੈਣ, ਮਿਣ ਲੈਣ, ਗਿਣ ਲੈਣ, ਮੁੜ ਕੇ ਵੋਟਾਂ ਪਾ ਦੇਣ। ਹਾਂਜੀ ਇਹ ਤਾਂ ਪਾਉਣਗੇ ਜੇ ਦਿਨ ਮੇਰੇ ਖਿਆਲ ਨਾਲ ਬਥੇਰੇ ਆ। ਜਦੋਂ ਹੌਲੀ ਹੌਲੀ ਉਹ ਉਸ ਪਾਸੇ ਕਾਗਜ਼ ਦਾਖਲ ਹੋ ਜਾਂਦੇ ਆ, ਫਿਰ ਇੱਕ ਵੇਵ ਜੀ ਬਣਦੀ ਆ। ਮੇਰਾ ਖਿਆਲ ਹੌਲੀ ਹੌਲੀ ਤਸਵੀਰ ਪਿਕਚਰ ਕਲੀਅਰ ਹੋਣ ਲੱਗ ਪੈਣੀ ਤੇ ਫਿਰ ਉਦੋਂ ਆਪਾਂ ਉਹਦੀ ਗੱਲ ਵੀ ਕਰ ਲਵਾਂਗੇ ਜੀ।
ਦੂਜੀ ਗੱਲ ਇੱਕ ਆਪਾਂ ਭੁੱਲ ਗਏ ਜਦੋਂ ਆਪਾਂ ਈਡੀ ਦੀ ਗੱਲ ਕਰਦੇ ਸੀ, ਹੁਣ ਪਤਾ ਨਹੀਂ ਕਿਉਂ ਕਹਿੰਦੇ ਸਤਲੁਜ ਦਰਿਆ ਸੁੰਨਾ ਪਿਆ ਏ, ਕਹਿੰਦੇ ਨਾ ਉੱਥੇ ਕੋਈ ਉਹ ਟਿੱਪਰ ਵਾਲਾ ਹੈ ਨਾ ਟਰਾਲੀ ਵਾਲਾ ਹੈ, ਉਹੀ ਜਿਹੜੇ ਟਿੱਪਰ ਸੀਗੇ ਕਹਿੰਦੇ ਹੋਰ ਸੜਕਾਂ 'ਤੇ ਖਲੋਤੇ ਲੈਣਾ ਲੱਗੀਆਂ ਨੇ ਤੇ ਗਲੀਆਂ ਹੋ ਜਾਣ ਸੁੰਨੀਆਂ ਦੇ ਵਿੱਚ, ਕਹਿੰਦੇ ਮਿਰਜ਼ਾ ਯਾਰ ਵੀ ਨਹੀਂ ਫਿਰਦਾ, ਉਹ ਕਹਿੰਦਾ ਨਹੀਂ ਮੇਰੇ ਕੋਲ ਟਾਈਮ ਹੈ ਨਹੀਂ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਈਡੀ ਦੀ ਕਾਰ ਫਿਰੇ ਮਿਰਜ਼ਾ ਯਾਰ ਨਹੀਂ ਈਡੀ ਦੀ ਕਾਰ ਫਿਰੇ, ਈਡੀ ਦੀ ਕਾਰ ਜਿਹੜੀ ਫਿਰਦੀ ਆ, ਇਹ ਇੱਕ ਵੱਖਰੀ ਗੱਲ ਆ। ਹੁਣ ਦੇਖੋ ਇੱਕ ਚੀਜ਼ ਤੇ ਨੋਟ ਕਰਨ ਵਾਲੀ ਆ ਨਾ, ਆਪਾਂ ਕਿਸੇ ਦਾ ਪੱਖ ਨਹੀਂ ਲੈਂਦੇ, ਕਿਸੇ ਦੇ ਵਿਰੋਧ ਦੀ ਗੱਲ ਨਹੀਂ ਕਰਦੇ, ਇੱਕ ਲੌਜਿਕ ਆ ਵੀ ਇੱਕ ਪਾਸੇ ਇੱਕ ਰੌਲਾ ਪੈਂਦਾ ਜੀ ਵੀ ਇਸ ਪਾਸੇ ਦੇ ਪੈਸੇ ਨੇ, ਇਸ ਕਰਕੇ ਇੱਕ ਪਰਟੀਕੂਲਰ ਏਜੰਸੀ ਇੱਕ ਛਾਪੇ ਮਾਰਦੀ ਆ ਜੀ, ਉਹਦੇ 'ਚ ਗੱਲ ਚੱਲਦੀ ਵੀ ਪੈਸਾ ਰੇਤਾ ਰੂਤਾ ਵਾਲਾ ਬਈ। ਹੁਣ ਇੰਨੇ ਚਿਰ ਦਾ ਤੇ ਆਪਾਂ ਵੇਖ ਲਿਆ ਸੀ ਵੀ ਕਦੀ ਉੱਥੇ ਕੋਈ ਆਪਾਂ ਅੱਗੇ ਵੀ ਜ਼ਿਕਰ ਕੀਤਾ ਵੀ ਕੋਈ ਪੋਲੀਟੀਕਲ ਪਾਰਟੀ ਨਹੀਂ ਐਸੀ ਜਿਹਦਾ ਲੀਡਰ ਉੱਥੇ ਨਾ ਗਿਆ ਹੋਵੇ, ਕੋਈ ਉੱਥੇ ਪੱਗੋ ਹੱਥੀ ਹੋ ਕੇ ਆ ਗਏ, ਕੋਈ ਉਸ ਤੋਂ ਬਾਅਦ ਬਿਆਨੋ ਬਿਆਨੀ ਹੋ ਕੇ ਆ ਗਏ, ਪਰ ਕਦੀ ਉਹ ਚੀਜ਼ ਰੁਕੀ ਨਹੀਂ, ਭਾਵੇਂ ਹੈਲੀਕਾਪਟਰ ਦੇ ਗੇੜੇ ਵੀ ਲੱਗਦੇ ਰਹੇ, ਕੈਪਟਨ ਸਾਹਿਬ ਲਾਉਂਦੇ ਰਹੇ, ਪਰ ਹੁਣ ਇੱਕ ਛਾਪੇ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੂੰ ਬ੍ਰੇਕ ਲੱਗ ਗਈ ਆ, ਕੋਈ ਤਾਰ ਤੇ ਜੁੜਦੀ ਹੋਊਗੀ, ਕਿਉਂਕਿ ਕਿਸੇ ਵੇਲੇ ਹੁੰਦਾ ਨਾ ਵੀ ਉਹ ਕਹਿੰਦਾ ਚੈੱਕ ਕਰ ਯਾਰ ਕਰੰਟ ਕਿਹਦੇ 'ਚੋਂ ਨਿਕਲਦਾ, ਉਦੋਂ ਦਾ ਗ੍ਰਿਪ ਕੱਢ ਕੇ ਵੇਖਦੇ ਸੀ ਪਰ ਉਧਰੋਂ ਬਲਬ ਨਹੀਂ ਸੀ ਬੰਦ ਹੁੰਦਾ। ਇਹ ਜਿਨ੍ਹਾਂ ਨੇ ਤਾਰ ਹੁਣ ਕੱਢੀ ਇਹਦਾ ਮਤਲਬ ਇਹਨਾਂ ਨੂੰ ਪਤਾ ਹੋਊਗਾ ਵੀ ਇਸ ਤਾਰ 'ਚ ਨੁਕਸ ਹੈ ਤਾਂ ਬਲਬ ਬੰਦ ਹੋਇਆ। ਅੱਗੇ ਨਾ ਲੋਕ ਘੁੱਗੂ ਲਾਉਂਦੇ ਹੁੰਦੇ ਸੀ, ਜਦੋਂ ਘੁੱਗੂ ਲਾਈਦਾ ਸੀ ਉਸ ਤੋਂ ਬਾਅਦ ਪਟਾਕਾ ਵੀ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ, ਨਹੀਂ ਤਾਂ ਕਰੰਟ ਮਾਰਦਾ, ਯਾਨੀ ਮੋਟਰ ਚਲਾਉਣ ਲਈ ਘੁੱਗੂ ਲਾਉਣਾ, ਉਹ ਜੇ ਪਟਾਕਾ ਪਟਕ ਦੇਣੀ ਨਹੀਂ ਸੀ ਵਜਾਉਂਦੇ ਤਾਂ ਪਤਾ ਨਹੀਂ ਹੁੰਦਾ ਸੀ ਉਹਨੇ ਪਟਾਕੇ ਨੇ ਫਿਰ ਮੁੜ ਕੇ ਕੀ ਕਰਨੇ। ਐਤਕੀ ਅਸਲ ਦੇ ਵਿੱਚ ਨਾ ਇਹਨਾਂ ਨੇ ਉਹ ਘੁੱਗੂ ਲਾ ਕੇ ਟਾਈਮ ਨਾਲ ਪਟਾਕਾ ਵਜਾ ਕੇ ਦਿਖਾ ਲਿਆ ਜੀ। ਤੁਸੀਂ ਦੇਖੋ ਕਿ ਅੱਗੇ ਬਹੁਤੇ ਬੰਦੇ ਤਾਂ ਨਹੀਂ ਛੱਡਦੇ ਹੁੰਦੇ ਕਿ ਕੋਈ ਗੱਲ ਨਹੀਂ ਆਪਣੇ ਬੰਦੇ, ਆਪਾਂ ਨੂੰ ਥੋੜ੍ਹੀ ਕਹਿਣਾ ਆਪਣੀ ਉੱਪਰਲੀ ਗੱਲ। ਐਤਕੀ ਉਹ ਕਹਿੰਦੇ ਯਾਰ ਐਤਕੀ ਤਾਂ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਮਾਸੜ ਨੇ ਐਤਕੀ ਤਾਂ ਉਹਨਾਂ ਦੇ ਆਏ ਅਸਦੇ, ਇਸ ਕਰਕੇ ਚੁੱਪ ਕਰਕੇ ਪੋਕਲੇਨ ਮਸ਼ੀਨਾਂ ਚੱਕ ਲਓ, ਚੁੱਪ ਕਰਕੇ ਟਿੱਪਰ ਚੱਕ ਲਓ, ਚੁੱਪ ਕਰਕੇ ਸਤਲੁਜ ਦੇ ਕੰਢਿਆਂ ਦੇ ਉੱਤੇ ਮਿੱਟੀ ਪਾ ਦਿਓ, ਪਤਾ ਹੀ ਨਾ ਲੱਗੇ ਕਿ ਭਾਈ ਇੱਥੇ ਕਦੇ ਈਡੀ ਦੀ ਕਾਰ ਜੇ ਫਿਰੇ ਤਾਂ ਉਹ ਕਹਿੰਦੇ ਇੱਥੇ ਦਾ ਨਾਮੋ ਨਿਸ਼ਾਨ ਹੀ ਨਹੀਂ ਭਾਈ। ਮੈਂ ਇਹ ਸੋਚਦਾ ਵੀ ਜਿਹੜੇ ਉੱਥੇ ਕਾਂ ਚਿੜੀਆਂ ਹੋਣੇ ਵਿਚਾਰੇ, ਕਿਉਂਕਿ ਦੁਪਹਿਰੇ ਰੋਟੀ ਪਾਣੀ ਉੱਥੇ ਖਾਂਦੇ ਹੋਣੇ, ਕਿਤੇ ਉਹਨਾਂ ਨੂੰ ਬੁਰਕੀ ਪੈਂਦੀ ਹੋਣੀ, ਉਹ ਵੀ ਡੀਕਦੇ ਹੋਣੇ ਵੀ ਯਾਰ ਮੁੜੇ ਹੀ ਨਹੀਂ, ਪਤਾ ਨਹੀਂ ਕੀ ਗੱਲ ਬੰਦੇ ਤਾਂ ਚੰਗੇ ਸੀ, ਆਹੋ ਉੱਡ ਕੇ ਇੱਧਰ ਉੱਧਰ ਜਾਣਾ ਪੈਣਾ, ਕੋਈ ਦਾਣਾ ਲੱਭ ਕੇ ਲਿਆਉਣਾ ਪੈਣਾ, ਅੱਜ ਕੋਈ ਰੋਟੀਆਂ ਰਾਟੀਆਂ ਬੰਨ ਕੇ ਲਿਆਏ ਨਹੀਂ ਜਵਾਨ। ਨਹੀਂ ਔਖਾ ਹੋ ਗਿਆ ਸੰਧਾਲੀਆ ਸਾਹਿਬ। ਮੈਨੂੰ 3-4 ਲੀਡਰ ਚੇਤੇ ਆਏ, ਜੇ ਅੱਜ ਵੀ ਕਿਸੇ ਨੂੰ ਇਤਰਾਜ਼ ਹੈ, ਇਤਰਾਜ਼ ਨਹੀਂ ਤਰਾਜ਼ ਹੈ ਜੇ ਕਿਸੇ ਨੂੰ ਕਿ ਭਾਈ ਈਡੀ ਵਾਲੇ ਕੀ ਕਰਨਾ ਏ, ਈਡੀ ਵਾਲੇ ਹੁਣ ਆਏ ਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਸਾਰੇ ਪੰਜਾਬ 'ਚ ਇੱਕ ਮੁਹਿੰਮ ਚਲਾਈ ਸੀ ਕਿ ਇੱਥੇ ਵੀ ਨਜਾਇਜ਼ ਮਾਈਨਿੰਗ ਹੁੰਦੀ, ਇੱਥੇ ਵੀ ਹੁੰਦੀ। ਇੱਕ ਹੋ ਗਿਆ। ਪਿਛਲੇ ਦਿਨੀ ਰਾਘਵ ਚੱਡਾ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਆਪਦੇ ਹਲਕੇ ਜਾ ਕੇ ਕਹਿੰਦੇ ਸੀ ਆਹ ਦੇਖੋ ਜੀ ਨਜਾਇਜ਼ ਮਾਈਨਿੰਗ ਚੱਲਦੀ ਹੈ। ਤੀਸਰੇ ਨੰਬਰ ਦੇ ਉੱਤੇ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਸਾਹਿਬ ਗਏ ਸੀ ਮਾਝੇ 'ਚ, ਉਹਨਾਂ ਨੇ ਕਿਹਾ ਸੀ ਆਹ ਦੇਖੋ ਜੀ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਆ, ਉਹ ਭੱਜ ਗਿਆ ਵੀਡੀਓ ਦਿਖਾਈ ਸੀ, ਮੀਡੀਆ ਨਾਲ ਸੀ। ਚੌਥੇ ਨੰਬਰ ਦੇ ਉੱਤੇ ਕੈਪਟਨ ਸਾਹਿਬ ਨੇ ਤਾਂ ਚੌਪਰ ਤੋਂ ਦੇਖ ਲਿਆ ਸੀ ਥੱਲੇ। ਜਾਣੀ ਜੇ ਅੱਜ ਦੇ ਪੰਜਾਬ ਲੋਕ ਕਾਂਗਰਸ ਦੇ ਮੁਖੀਆ ਕੈਪਟਨ ਅਮਰਿੰਦਰ ਸਿੰਘ ਵੀ ਸਾਬਤ ਕਰ ਚੁੱਕੇ ਨਜਾਇਜ਼ ਮਾਈਨਿੰਗ ਹੁੰਦੀ ਹੈ, ਜੇ ਸਾਬਕਾ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਦਾਅਵੇਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਖੁਦ ਛਾਪਾ ਮਾਰ ਕੇ ਸਾਬਤ ਕਰ ਚੁੱਕੇ ਕਿ ਨਜਾਇਜ਼ ਮਾਈਨਿੰਗ ਹੁੰਦੀ ਹੈ, ਜੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਕਰਤਾ ਧਰਤਾ ਪੰਜਾਬ ਦੇ ਰਾਘਵ ਚੱਡਾ ਸਾਹਿਬ ਵੀ ਸਾਬਤ ਕਰ ਚੁੱਕੇ ਆ, ਜੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਹੋਰੀ ਵੀ ਕਹਿ ਚੁੱਕੇ ਆ, ਜੇ ਸੁਖਪਾਲ ਸਿੰਘ ਖਹਿਰਾ ਸਾਹਿਬ ਵੀ ਕਹਿ ਚੁੱਕੇ ਆ ਕਿ ਭਾਈ ਚੰਨੀ ਸਾਹਿਬ ਵਾਲੇ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਜਦੋਂ ਆਮ ਆਦਮੀ ਪਾਰਟੀ 'ਚ ਹੁੰਦੇ ਸੀ, ਜੇ ਸਾਰੇ ਬੰਦੇ ਕਹਿ ਚੁੱਕੇ ਆ ਤੇ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਨੇ ਸਭ ਤੋਂ ਵੱਧ ਰੌਲਾ ਪਾਇਆ ਸੀ, ਜਿਹੜਾ ਕਿ ਪੰਜਾਬ ਸੱਤਾਧਾਰੀ ਪਾਰਟੀ ਦਾ ਸੂਬਾ ਪ੍ਰਧਾਨ ਹੈ, ਫਿਰ ਈਡੀ ਦੇ ਤਰਾਜ ਜਿਹੜਾ ਕਿਤੇ ਜ਼ਿਆਦਾ ਤਾਂ ਨਹੀਂ ਹੋ ਗਿਆ ਪੂਰਾ? ਇਹ ਤਾਂ ਹੁਣ ਮੈਂ ਹੋ ਸਕਦਾ ਉਹ ਸਟੇਟਮੈਂਟ ਆ ਉੱਥੇ ਦੇ ਦੇਣ ਜੀ ਅਸੀਂ ਇਕੱਲੇ ਥੋੜੀ ਕਹਿੰਦੇ ਆ, ਦੁਨੀਆ ਸਾਰੀ ਕਹਿੰਦੀ ਦੁਨੀਆ ਸਾਰੀ ਕਹਿੰਦੀ ਵੀ ਇਹ ਰੇਤਾ ਨਹੀਂ ਰਹਿੰਦੀ ਵਿੱਚ ਦਰਿਆ ਦੇ ਮਿੱਤਰਾ, ਇਹ ਕੌਣ ਕੱਢ ਕੇ ਖੜਦਾ ਹੀ। ਚਲੋ ਇਹਦੀ ਪ੍ਰਸੰਗ ਸਦ ਵਿਆਖਿਆ ਅਦਾਲਤ 'ਚ ਹੋਏਗੀ, ਇਹਦੀ ਹੋਊਗੀ। ਪਰ ਇੱਕ ਵੈਸੇ ਬੜੀ ਨਮੋਸ਼ੀ ਤੇ ਮਾੜੀ ਗੱਲ ਆ ਵੀ 2016 'ਚ ਵੀ ਇਸੇ ਤੁਹਾਡੇ ਲਈ ਕਿ ਆਮ ਲੋਕਾਂ ਲਈ? ਨਹੀਂ, ਸਾਡੇ ਲਈ, ਲੀਡਰਾਂ ਲਈ। ਓਕੇ ਠੀਕ ਹੈ। ਕਿਉਂਕਿ 2016 'ਚ ਅਸੀਂ ਹਾਰ ਚੁੱਕੇ ਇੱਕ ਰਾਂ ਜਾਂ ਅਸੀਂ ਜਿੱਤ ਚੁੱਕੇ ਇੱਕ ਰਾਂ, ਹੁਣ ਅਸੀਂ 17 ਦੇ ਵਿੱਚ ਜਾਂ ਉਸ ਤੋਂ ਬਾਅਦ 22 ਦੇ ਵਿੱਚ ਆ ਕੇ 17 ਤੋਂ ਬਾਅਦ ਫਿਰ ਉਹੀ ਮੁੱਦੇ ਦੇ ਉੱਪਰ ਲੜੀ ਜਾਂਦੇ ਆਪਸ ਦੇ ਵਿੱਚ। ਲੋਕ ਇਹਦਾ ਖਹਿੜਾ ਕਿਉਂ ਨਹੀਂ ਛੱਡਦੇ? ਛੱਡੋ ਖੜੇ ਯਾਰ, ਰੇਤ ਹੀ ਆ, ਮਿੱਟੀ, ਭੱਸਰ, ਖੇ ਤੇ ਜਾਣ ਦਿਓ ਗੁੱਸੇ ਨੂੰ ਯਾਰ, ਇਹ ਕਿਤੇ ਜਾਣੀ ਇੱਥੇ ਹੀ ਰਹਿ ਜਾਣੀ। ਰੌਲਾ ਸਿਰਫ ਇਹ ਹੈ ਕਿ ਜਦੋਂ ਅੱਗੇ ਲੋਕਾਂ ਦੇ ਸਿਰ ਪੈਂਦੀ ਸੀ, ਹੁਣ ਮੈਂ ਨਹੀਂ ਕਹਿੰਦਾ ਦੁਨੀਆ ਸਾਰੀ ਕਹਿੰਦੀ, ਫਿਰ ਮੈਂ ਇਹ ਲੀਡਰਾਂ ਦੇ ਸਿਰ ਵਿੱਚ ਪੈਂਦੀ, ਦੇਖੋ ਰੇਤਾ ਨਹੀਂ ਰਹਿੰਦੀ। ਤੇ ਅਸਲ 'ਚ ਸੰਧਾਲੀ ਸਾਹਿਬ ਗੱਲ ਪਤਾ ਕੀ ਹੈ, ਕਹਾਣੀ ਇੱਕ ਬੜੀ ਛੋਟੀ ਜਿਹੀ ਹੈ। ਤੁਸੀਂ ਕਹਿੰਦੇ ਕਿ ਲੋਕ ਛੱਡਦੇ ਕਿਉਂ ਨਹੀਂ ਮੁੱਦੇ ਨੂੰ? ਲੋਕਾਂ ਨਹੀਂ ਛੱਡਣਾ। 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਬਹੁਤ ਕੁਝ ਚੱਲਿਆ, ਪਿਛਲੇ ਦਿਨੀ ਕਿਤਾਬ ਆ ਗਈ, ਆਪਾਂ ਛੇੜਦੇ ਹੀ ਨਹੀਂ ਮੁੱਦਾ। ਬਾਈਬਲ ਕਲਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਤੇ ਕਿਸਾਨੀ ਮੋਰਚਾ ਮੁੱਕਣ ਤੋਂ ਬਾਅਦ
ਇੱਕ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਧਰਨੇ ਤੇ ਬੈਠਾ ਹੈ ਤੇ ਜਦੋਂ ਕਿਹਾ ਸੀ ਜੀ ਲੇਟ ਬੈਠੇ ਹੋ, ਉਹ ਕਹਿੰਦੇ ਜੀ ਕਿਸਾਨ ਅੰਦੋਲਨ ਚੱਲਦਾ ਹੈ। ਅਸੀਂ ਬਿਲਕੁਲ ਨਹੀਂ ਸੀ ਕਹਿੰਦੇ ਕਿ ਪੰਜਾਬ ਦੇ ਲੋਕਾਂ ਦਾ, ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦਾ ਧਿਆਨ ਵੰਡਿਆ ਜਾਵੇ। ਹੁਣ ਸੁਖਰਾਜ ਸਿੰਘ ਹੋਰੀ ਬੈਠੇ ਆ ਤੇ ਉਹ ਉਸ ਪਰਿਵਾਰ ਦੇ ਵਿੱਚੋਂ ਨੇ ਜਿਸ ਪਰਿਵਾਰ ਦਾ ਇੱਕ ਜੀ ਬਾਅਦ ਵਿੱਚ ਪੁਲਿਸ ਦੇ ਨਾਲ ਜਦੋਂ ਧਰਨਾਕਾਰੀਆਂ ਦਾ ਮਸਲਾ ਖੜਾ ਹੋਇਆ ਸੀ ਤੇ ਉਦੋਂ ਜਾਨ ਗਵਾ ਗਿਆ ਸੀ। ਹੁਣ ਸੁਖਰਾਜ ਸਿੰਘ ਹੋਰੀ ਕਈ ਹਫ਼ਤਿਆਂ ਤੋਂ ਬੈਠੇ ਆ, ਲੀਡਰ ਸਾਰੇ ਪੰਜਾਬ 'ਚ ਰੈਲੀਆਂ ਕਰੀ ਜਾਂਦੇ ਆ, ਸਾਰੇ ਕਰੀ ਜਾਂਦੇ ਆ ਵੀ ਮੁਫਤ ਦੇ ਦਿਆਂਗੇ, ਆ ਵੀ ਮੁਫਤ ਦੇ ਦਿਆਂਗੇ, ਇੱਦਾਂ ਕਰ ਦਿਆਂਗੇ, ਸਭ ਕੁਝ ਹੋਈ ਜਾਂਦਾ, ਰੇਤਾ ਦਾ ਮੁੱਦਾ ਵੀ ਉਛਲੀ ਜਾਂਦਾ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਕੋਈ ਨਹੀਂ ਸੋਚਦਾ। ਕਿੰਨੇ ਕਮਿਸ਼ਨ, ਕਿੰਨੀਆਂ ਕਮੇਟੀਆਂ, ਕਿੰਨੀਆਂ ਰਿਪੋਰਟਾਂ, ਕਿੰਨੇ ਵਿਧਾਨ ਸਭਾ ਦੇ ਸੈਸ਼ਨ। ਉਹਨਾਂ ਨੇ ਕਿਹਾ ਸੀ ਕਿ ਸਿਆਸੀ ਪਾਰਟੀਆਂ ਵਾਲੇ ਆ ਕੇ ਇੱਥੇ ਸਟੇਜ ਤੇ ਜਵਾਬ ਦੇਣ। ਕਹਿੰਦੇ ਆ ਕੋਟਕਪੁਰੇ ਵਾਲੇ ਕੁਲਤਾਰ ਸਿੰਘ ਸੰਧਵਾ ਸਾਹਿਬ ਜਾ ਕੇ ਕਹਿ ਕੇ ਆਏ ਆ ਆਪਣੇ ਵੱਲੋਂ, ਬਾਕੀ ਕੋਈ ਗਿਆ ਕਿ ਨਹੀਂ ਗਿਆ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਉਹ ਦੱਸ ਦੇਣਾ। ਹਾਂ, ਇਹ ਤਾਂ ਗੱਲ ਹੈਗੀ ਆ, ਕਿਉਂਕਿ ਸ਼ੁਰੂ 'ਚ ਚੱਲ ਗਈ ਸੀ ਤਾਂ ਸਿੱਧੂ ਸਾਹਿਬ ਤਾਂ ਸੰਧਵਾ ਸਾਹਿਬ ਵੀ ਹੋਏ। ਹੁਣ ਬਾਕੀ ਦੇ ਕੁਝ ਕੋਈ ਨਾ ਕੋਈ ਗੇੜਾ ਮਾਰ ਲੂਗਾ, ਇਹ ਤਾਂ ਟਾਈਮ ਦੱਸੂਗਾ। ਪਰ ਕਾਰਨ ਇਹ ਆ ਵੀ ਇਹ ਉਹ ਮੁੱਦੇ ਨੇ ਜਿਹੜੇ ਸਟਿਲ ਉਸੇ ਤਰ੍ਹਾਂ ਹੀ ਆ ਜੀ। ਹੁਣ ਇਹਨਾਂ ਦਾ ਜੇ ਉਦੋਂ ਮਸਲਾ ਹੱਲ ਕਰ ਲਿਆ ਜਾਂਦਾ ਤੇ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਤੇ ਲੋਕਾਂ ਦੇ ਮਨ ਨੂੰ ਸ਼ਾਂਤੀ ਹੁੰਦੀ ਨਾ ਵੀ ਚਲੋ ਯਾਰ ਇੱਥੇ ਕੋਈ ਕਸੂਰਵਾਰ ਸੀ ਤੇ ਉਸ ਕਸੂਰਵਾਰ ਨੂੰ ਸਜ਼ਾ ਮਿਲੀ। ਤੇ ਰੀਸੈਂਟਲੀ ਚੰਦ ਦਿਨ ਪਹਿਲਾਂ ਜੋ ਦਰਬਾਰ ਸਾਹਿਬ ਤੱਕ ਉਹ ਗੱਲ ਪਹੁੰਚ ਗਈ ਆਪਣੀ, ਉਹ ਨਾ ਹੁੰਦੀ ਘੱਟੋ ਘੱਟ। ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ। ਲੋਕਾਂ ਦਾ ਨਾ ਯਕੀਨ ਤੇ ਵਿਸ਼ਵਾਸ ਬਹਾਲ ਕਰਨਾ ਬਹੁਤ ਜ਼ਰੂਰੀ ਹੁੰਦਾ। ਜੇ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਬਹਾਲ ਨਾ ਹੋਵੇ ਤਾਂ ਹੌਲੀ ਹੌਲੀ ਯਕੀਨ ਵਿਸ਼ਵਾਸ ਟੁੱਟ ਜਾਂਦਾ। ਫਿਰ ਜਦੋਂ ਲੋਕ ਟੁੱਟ ਜਾਂਦੇ ਆ ਨਾ, ਜਦੋਂ ਸਬਰ ਦਾ ਪਿਆਲਾ ਛਲਕਦਾ, ਉਦੋਂ ਫਿਰ ਜੇ ਉਹ ਗਰਮ ਹੋਵੇ ਤਾਂ ਉਹਦੇ ਛਿੱਟੇ ਸਾਰੇ ਪਾਸੇ ਪੈਂਦੇ ਆ ਤੇ ਸਭ ਤੋਂ ਪਹਿਲਾਂ ਚਿੱਟੇ ਕੁੜਤੇ ਪਜਾਮੇ ਵਾਲਿਆਂ ਤੇ ਪੈ ਜਾਣੇ ਆ। ਉਸ ਗੱਲ ਤੋਂ ਥੋੜਾ ਬਹੁਤ ਬਚਾ ਰੱਖਣ। ਤੇ ਜਥੇਬੰਦੀਆਂ ਕੁਝ ਹੋਰ ਵੀ ਇਕੱਠੀਆਂ ਹੋਈਆਂ ਸੀ। ਜਥੇਬੰਦੀਆਂ ਤੇ ਕਾਫੀ ਦਿਨਾਂ ਤੋਂ ਲਗਾਤਾਰ ਇਸ ਚੀਜ਼ ਦੀ ਮੰਗ ਕਰ ਰਹੀਆਂ। ਹੁਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਦਾ ਮਸਲਾ, ਹੁਣ ਵੀ ਉਹਨਾਂ ਨੇ ਆਪਣੇ ਵੱਲੋਂ ਇਹ ਐਲਾਨ ਹੀ ਕਰ ਦਿੱਤਾ ਲਗਭਗ। ਉਹ ਕਹਿੰਦੇ ਵੀ 26 ਜਨਵਰੀ ਤੱਕ ਦਾ ਸਮਾਂ ਦੇ ਦਿੱਤਾ ਵੀ 26 ਜਨਵਰੀ ਤੱਕ ਇੱਕ ਤਾਂ ਜੇ ਕੇਜਰੀਵਾਲ ਸਾਹਿਬ ਦੇ ਕੋਈ ਹੱਥ ਵੱਸ ਹੈ ਤੇ ਉਹ ਆਪਣੇ ਤੌਰ ਤੇ ਕਰ ਦੇਣ, ਜੇ ਕੇਂਦਰ ਸਰਕਾਰ ਦੇ ਹੱਥ ਵੱਸ ਹੈ ਤੇ ਉਹ ਆਪਣੇ ਤੌਰ ਤੇ ਕਰ ਦੇਣ। ਜੇ ਨਹੀਂ ਕਰਦੇ ਉਦੋਂ ਤੱਕ ਤੇ ਫਿਰ ਇਹ ਦੋਵੇਂ ਪਾਰਟੀਆਂ ਦਾ ਆਪਾਂ ਵਿਰੋਧ ਕਰਨਾ। ਸੰਧਾਲੀਆ ਸਾਹਿਬ, ਮੈਨੂੰ ਇਹ ਲੱਗਦਾ ਕਿ ਦੇਖੋ ਅਸੀਂ ਤਾਂ ਉਸ ਕਾਨੂੰਨ ਨੂੰ ਨਹੀਂ ਜਾਣਦੇ। ਤਿੰਨ ਧਿਰਾਂ ਇਸ ਮੁੱਦੇ ਤੇ ਜ਼ਰੂਰ ਸਪਸ਼ਟੀਕਰਨ ਦੇਣ। ਪਹਿਲੀ ਗੱਲ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਹੈ ਤੇ ਬਹੁਤੀਆਂ ਜਥੇਬੰਦੀਆਂ ਦਾ ਇਹ ਇਲਜ਼ਾਮ ਹੈ ਕਿ ਉਹ ਗ੍ਰੀਨ ਸਿਗਨਲ ਨਹੀਂ ਦਿੰਦੇ, ਨਹੀਂ ਤਾਂ ਭੁੱਲਰ ਸਾਹਿਬ ਦੀ ਰਿਹਾਈ ਹੋ ਸਕਦੀ ਹੈ, ਸਜ਼ਾ ਪੂਰੀ ਕਰ ਚੁੱਕੇ ਹੈ। ਦੂਸਰੇ ਨੰਬਰ ਦੇ ਉੱਤੇ ਕਿ ਕੀ ਸੱਚੀ ਮੁੱਚੀ ਉਹ ਦਿੱਲੀ ਸਰਕਾਰ ਦੇ ਅਧਿਕਾਰ ਖੇਤਰ 'ਚ ਹੈ, ਦਿੱਲੀ ਸਰਕਾਰ ਲਿਖਤੀ ਸਪਸ਼ਟ ਕਰ ਦੇਵੇ, ਜਿੱਦਾਂ ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਬੱਸਾਂ ਦੇ ਮੁੱਦੇ ਦੇ ਉੱਤੇ ਸਪਸ਼ਟ ਹੋਇਆ ਸੀ ਕੰਮ। ਐਨ ਕਲੀਅਰ ਹੋਵੇ ਕਿ ਭਾਈ ਕੀ ਤੁਸੀਂ ਰੋਕ ਕੇ ਰੱਖਿਆ ਜਾਂ ਕੇਂਦਰ ਦੀ ਜਾਂ ਕਿਸੇ ਹੋਰ ਦੀ ਘੁੰਡੀ ਹੈ। ਦੂਸਰਾ, ਮੰਨ ਲਓ ਦਿੱਲੀ ਵਾਲੇ ਨਹੀਂ ਬੋਲਦੇ, ਕੇਂਦਰ ਸਰਕਾਰ ਵਾਲੇ ਸਪਸ਼ਟ ਕਰ ਦੇਣ ਕਿ ਸਾਡੇ ਵੱਲੋਂ ਨਹੀਂ ਕੋਈ ਵੀ ਮਸਲਾ, ਪੰਜਾਬ ਵਾਲੇ ਵੀ ਕਰਦੇ ਸਾਡੇ ਵੱਲੋਂ ਨਹੀਂ ਕੋਈ ਮਸਲਾ, ਆਹ ਦੇਖੋ ਕਾਨੂੰਨ ਦਾ ਵਰਕ ਹੈ, ਇਸ ਕਾਨੂੰਨ ਦੇ ਤਹਿਤ ਉਹ ਦਿੱਲੀ ਸਰਕਾਰ ਨਹੀਂ ਕਰਨਾ। ਜਾਂ ਦਿੱਲੀ ਸਰਕਾਰ ਕਹਿ ਦੇਵੇ ਕਿ ਭਾਈ ਸਾਡੇ ਹੱਥ ਵੱਸ ਨਹੀਂ, ਇਸ ਤਰ੍ਹਾਂ ਦੀ ਕਲੀਅਰੈਂਸ ਕਿਸੇ ਹੋਰ ਤੋਂ ਆਉਣ ਵਾਲੀ ਹੈ। ਤੀਸਰੇ ਨੰਬਰ ਤੇ ਜੇ ਤਿੰਨੇ ਹੀ ਧਿਰਾਂ ਨਹੀਂ ਬੋਲਦੀਆਂ, ਕਿਉਂਕਿ ਸਿਆਸੀ ਨੇ, ਕੋਈ ਨਾ ਕੋਈ ਕਾਨੂੰਨੀ ਮਾਹਿਰ, ਵੱਡਾ ਵਕੀਲ ਇਸ ਮੁੱਦੇ ਦੇ ਉੱਤੇ ਕਾਨੂੰਨੀ ਸਥਿਤੀ ਸਪਸ਼ਟ ਕਰ ਦੇਵੇ ਕਿ ਆਖਿਰਕਾਰ ਜੇ ਅੜਿੱਕਾ ਹੈ ਤਾਂ ਉਹਦੇ ਵਿੱਚ ਕਸੂਰ ਕਿਹਦਾ ਹੈ। ਇਹ ਬੜਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਨਾ ਦੇਖੋ ਭੰਬਲ ਭੂਸੇ ਦੇ ਵਿੱਚ ਇਹ ਵੀ ਨਹੀਂ ਕਲੀਅਰ ਹੋਣਾ ਵੀ ਕੌਣ ਕਰ ਸਕਦਾ, ਕੌਣ ਨਹੀਂ ਕਰ ਸਕਦਾ। ਹੁਣ ਮਸਲਾ ਵੇਲਾ ਇਦਾਂ ਦਾ ਵੀ ਇਸ ਵੋਟਾਂ ਦਾ ਕਰਕੇ ਹੀ ਕਹਿ ਲਓ ਵੀ ਵੋਟਾਂ ਦੇ ਬਹਾਨੇ ਜੇ ਮੰਨ ਲਓ ਉਹਨਾਂ ਦੀ ਰਿਹਾਈ ਹੋ ਜਾਂਦੀ ਹੈ ਤੇ ਇਹ ਬੜੀ ਦੇਰ ਤੋਂ ਜਿਹੜੀ ਚੱਲਦੀ ਮੰਗ ਆ ਰਹੀ ਹੈ ਵੀ ਉਹਨਾਂ ਦੀ ਮਾਨਸਿਕ ਸਥਿਤੀ ਵੀ ਠੀਕ ਨਹੀਂ ਹੈ ਜੀ, ਹੁਣ ਤਾਂ ਉਹਨੂੰ ਛੱਡ ਦੇਣਾ ਚਾਹੀਦਾ, ਉਹ ਮਸਲਾ ਹੱਲ ਹੋ ਜੂ। ਤੇ ਜੇ ਮੰਨ ਲਓ ਵੀ ਇਹ ਸਾਰਾ ਕੁਝ ਇਸੇ ਤਰ੍ਹਾਂ ਨਿਬੜ ਜਾਂਦਾ ਤੇ ਵੋਟਾਂ ਦੇ ਲੰਘ ਜਾਣੀਆਂ, ਉਦੋਂ ਬਾਅਦ ਕਿਸੇ ਨੇ ਨਾਮ ਨਹੀਂ ਲੈਣਾ। ਨਹੀਂ, ਮੁਸ਼ਕਲ ਹੋ ਜਾਣਾ ਸੰਧਾਲੀਆ ਸਾਹਿਬ। ਇਸ ਕਰਕੇ ਗੌਰ ਕਰਨ ਤਿੰਨੋਂ ਚਾਰੋਂ ਹੀ ਧਿਰਾਂ, ਨਹੀਂ ਤਾਂ ਕੋਈ ਗੈਰ ਸਿਆਸੀ ਕਾਨੂੰਨੀ ਮਾਹਿਰ ਜਿਹੜਾ ਇਸ ਮੁੱਦੇ ਦੇ ਉੱਤੇ ਲੋਕਾਂ ਦੇ ਵਿੱਚ ਸਥਿਤੀ ਸਪਸ਼ਟ ਕਰਦਾ ਹੈ। ਇੱਕ ਗੱਲ, ਦਿੱਲੀ ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਹੈ। ਮੈਂ ਥੋੜ੍ਹਾ ਜਿਹਾ ਤੁਹਾਨੂੰ ਪਛਾਣ ਲਿਜਾਵਾਂ ਤਾਂ 50-60 ਲੱਖ ਰੁਪਏ ਦਾ ਰੌਲਾ ਪਿਆ ਸੀ ਕਿ ਗੋਲਕ ਦੇ ਵਿੱਚ ਹੈ ਕਿ ਨਹੀਂ ਹੈ, ਮੁੜ ਕੇ ਰੌਲਾ ਗਿਆ। ਉਹਦੇ ਤੋਂ ਬਾਅਦ ਫਿਰ ਮਨਜਿੰਦਰ ਸਿੰਘ ਸਿਰਸਾ ਸਾਹਿਬ ਦੀ ਚਰਚਾ ਚੱਲੀ ਕਿ ਭਾਈ ਸੀਟ ਹਰ ਗਏ ਆ, ਨੋਮੀਨੇਟ ਕਰਨਾ ਹੈ। ਫਿਰ ਉਹ ਪੰਜਾਬੀ ਜਾਂ ਗੁਰਮੁਖੀ ਦੀ ਗੱਲ ਚੱਲੀ ਕਿ ਲਿਖ ਕੇ ਦਿਖਾ ਲੈਣੀ ਹੈ। ਉਹਦੇ ਤੋਂ ਬਾਅਦ ਸਿਰਸਾ ਸਾਹਿਬ ਅਚਾਨਕ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ। ਫਿਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿੱਚ ਕਹਿੰਦੇ ਮੈਂ ਅਸਤੀਫਾ ਇਸ ਕਰਕੇ ਵਾਪਸ ਲਿਆ ਕਿਉਂਕਿ ਕੰਮ ਧੰਦਾ ਨਹੀਂ ਸੀ ਹੁੰਦਾ। ਫਿਰ ਇੱਧਰਲੇ ਪਾਸਿਓਂ ਅਕਾਲੀ ਦਲ ਨੇ ਦੋਸ਼ ਲਾਇਆ ਜੀ ਸਿੱਖ ਗੁਰੂ ਧਾਮਾਂ ਦੇ ਉੱਤੇ ਭਾਜਪਾ ਕਬਜ਼ਾ ਕਰਨਾ ਚਾਹੁੰਦੀ ਹੈ। ਹੁਣ ਕੱਲ੍ਹ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਹੈ। ਅੱਜ ਅਕਾਲੀ ਦਲ ਬਾਦਲ ਨੇ ਆਪਣੇ 30 ਮੈਂਬਰਾਂ ਦਾ ਸ਼ਕਤੀ ਪ੍ਰਦਰਸ਼ਨ ਉੱਥੇ ਕੀਤਾ ਕਿ ਭਾਈ ਆ ਬੰਦੇ ਸਾਡੇ ਨੇ, ਪਰ ਕੋਈ ਪਤਾ ਨਹੀਂ ਹੁੰਦਾ ਕੀ ਹੋ ਜਾਵੇ। ਇਹਨੇ ਬੰਦੇ ਦੇ ਸਿਰਸਾ ਸਾਹਿਬ ਕਿਤੇ ਬੰਦੇ ਬਾਹਰ ਲਏ। ਅੱਛਾ, ਫਿਰ ਉਹ ਗੱਲਾਂ ਦੇਖੋ। ਗੱਲ ਇਹ ਆ ਵੀ ਜਿਹੜਾ ਕੱਲ੍ਹ ਦਾ ਦਿਨ ਹੈ ਇਹ ਬੜਾ
ਕਹਿੰਦੇ ਵੀ ਔਖਾ ਹੋ ਸਕਦਾ ਕਿਉਂਕਿ 2022 ਦੇ ਪਹਿਲੇ ਮਹੀਨੇ ਦੀ ਫਿਰ 22 ਤਰੀਕ ਹੈ। ਇਹ ਕਿਸੇ ਵੇਲੇ ਭਾਰੀ ਵੀ ਪੈ ਸਕਦੀ ਕਿਉਂਕਿ ਕੁਛ ਪਤਾ ਨਹੀਂ ਕਦੋਂ ਕੌਣ ਕਿਧਰ ਨਾ ਕਿਧਰ ਨੂੰ ਜੁੜ ਜਾਵੇ ਕਿਉਂਕਿ 2 ਤੇ 2 4 ਹੁੰਦਿਆਂ ਪਤਾ ਨਹੀਂ ਲੱਗਦਾ ਹੁੰਦਾ। ਪਰ ਜੇ ਇਹ ਇੱਦਾਂ ਹੋ ਜਾਂਦਾ ਤੇ ਫਿਰ ਇਹਨੂੰ ਕੁਝ ਸਿਆਸੀ ਹਲਕਿਆਂ ਦੇ ਵਿੱਚ ਇੱਦਾਂ ਵੀ ਪ੍ਰਚਾਰਿਆ ਜਾ ਸਕਦਾ ਕਿ ਲਓ ਜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਛੋਟਾ ਧੋਬੀ ਪਟਕਾ ਇੱਕ ਵੱਡੀ ਪਾਰਟੀ ਨੇ ਛੋਟੀ ਪਾਰਟੀ ਨੂੰ ਲਾਇਆ। ਇੱਦਾਂ ਦੀ ਖਬਰ ਬਣ ਸਕਦੀ ਹੈ। ਉਹ ਜਦੋਂ ਬਣ ਜੂਗੀ ਆਪਾਂ ਉਦੋਂ ਗੱਲ ਕਰ ਲਾਂਗੇ, ਪਹਿਲਾਂ ਨਹੀਂ ਉਦੋਂ ਹੀ ਕਰਾਂਗੇ ਜੀ। ਇੱਕ ਨਾ ਤਬਦੀਲੀ ਦੀ ਗੱਲ ਸੰਧਾਲੀਆ ਸਾਹਿਬ ਜਿਹੜੀ ਕਰਨੀ ਹੈ ਕਿਉਂਕਿ ਬਸਪਾ ਨੇ 14 ਕੈਂਡੀਡੇਟ ਐਲਾਨੇ ਆ, ਉਧਰਲੇ ਪਾਸੇ ਵੀ ਆਪਾਂ ਆਵਾਂਗੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਉਹਨਾਂ ਨੇ ਬਹੁਤਿਆਂ ਦਾ ਐਲਾਨ ਤਾਂ ਆਲਰੇਡੀ ਕੀਤਾ ਹੋਇਆ, ਹੁਣ ਰਸਮੀ ਤੌਰ ਦੇ ਉੱਤੇ ਇੱਕ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਲੋਕਾਂ ਨੂੰ ਦਿੱਤਾ ਹੈ। ਹੁਣ ਪਹਿਲਾਂ ਪੰਜਾਬ 'ਚ ਕੀ ਹੁੰਦਾ ਸੀ ਕਿ ਬਹੁਤ ਸਾਰੇ ਸ਼ਹੀਦ ਹੋਏ ਨੇ, ਆਜ਼ਾਦੀ ਘੁਲਾਟੀਏ ਹੋਏ ਨੇ, ਉਹਨਾਂ ਦੇ ਦਿਨ ਸੁਧ ਮਨਾਏ ਜਾਂਦੇ ਸੀ ਪੰਜਾਬ 'ਚ। ਮੁੱਖ ਮੰਤਰੀ ਨੂੰ ਸੱਦਣਾ, ਕੈਬਨਿਟ ਮੰਤਰੀ ਨੂੰ ਸੱਦਣਾ, MLA, ਵਿਰੋਧੀ ਧਿਰ ਦੇ ਨੇਤਾ, ਉਹ ਸ਼ਿੰਗਾਰ ਹੁੰਦੇ ਸੀ। ਪਰ 1 ਸਾਲ ਤੋਂ ਵੱਧ ਸਮਾਂ ਕਿਸਾਨ ਅੰਦੋਲਨ ਚੱਲਿਆ। ਤਬਦੀਲੀ ਦੀ ਆਹਟ ਕੀ ਹੈ, ਸਰਸਰਾਹਟ ਕੀ ਹੈ? ਠੀਕਰੀ ਵਾਲਾ ਪਿੰਡ ਹੈ, ਸ਼ਹੀਦ ਬਾਬਾ ਸੇਵਾ ਸਿੰਘ ਠੀਕਰੀ ਵਾਲੇ ਹੋਰਾਂ ਦਾ, ਉਹਨਾਂ ਦਾ ਹਰ ਸਾਲ ਸਮਾਗਮ ਮਨਾਉਂਦੇ ਆ ਤੇ ਹਰ ਵਾਰੀ ਕਦੇ ਉੱਥੇ ਮੁੱਖ ਮੰਤਰੀ ਨੂੰ ਸੱਦਾ, ਕਦੇ ਕੈਬਨਿਟ ਮੰਤਰੀ ਨੂੰ ਸੱਦਾ, ਕਦੇ ਕਿਸੇ ਨੂੰ ਸੱਦਾ। ਤੇ ਐਤਕੀ ਤਬਦੀਲੀ ਕੀ ਹੈ ਕਿਉਂਕਿ ਆਮ ਲੋਕਾਂ ਨੇ ਸਮਾਗਮ ਕਰਾਉਣਾ ਹੈ। ਉੱਥੇ ਨਾ ਤਾਂ ਉਹਨਾਂ ਨੇ ਕਿਸੇ ਵੀ ਪਾਰਟੀ ਦਾ ਸੱਤਾਧਾਰੀ ਵਿਰੋਧੀ ਦਾ ਕੋਈ ਲੀਡਰ ਨਹੀਂ ਸੱਦਿਆ। ਐਤਕੀ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ, ਵੱਡੇ ਲੀਡਰ ਦੇ ਤੌਰ ਦੇ ਉੱਤੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਪੁੱਜੇ ਹੋ ਸੀ। ਜਾਣੀ ਇਹ ਸਾਡੇ ਸਿਆਸਤਦਾਨਾਂ ਨੂੰ ਸਮਝਣਾ ਚਾਹੀਦਾ। ਸਾਨੂੰ ਨਹੀਂ ਪਤਾ ਈਡੀ ਨੇ ਰੇਡ ਚੰਗੀ ਕੀਤੀ ਹੈ ਕਿ ਮਾੜੀ। ਸਾਡੇ ਪੰਜਾਬ ਦੇ ਸਿਆਸਤਦਾਨ ਇਹ ਸਮਝਣ ਕਿ ਤੁਸੀਂ ਲੋਕਾਂ ਦੇ ਦਿਲਾਂ 'ਚੋਂ ਲਿੱਥਣ ਲੱਗ ਪਏ ਹੋ। ਤੁਸੀਂ ਲੋਕਾਂ ਦੇ ਲਈ ਉਦਾਂ ਦੇ ਜਾਲੇ ਵਰਗੇ ਰਹਿ ਜਾਂਦੇ ਆ। ਜਿਹੜਾ ਘਰ ਦੀ ਛੱਤ ਤੇ ਲੱਗਾ ਹੋਵੇ ਤਾਂ ਬੰਦਾ ਕਹਿੰਦਾ ਲਿਆ ਯਾਰ ਪਹਿਲਾਂ ਆਹ ਲਾਵਾਂ। ਕਿਤੇ ਉਹ ਗੱਲ ਨਾ ਹੋਵੇ ਜਿੱਥੇ ਪਹਿਲਾਂ ਤੁਹਾਡੀ ਥਾਂ ਹੁੰਦੀ ਸੀ ਲੋਕ ਕਿਸੇ ਹੋਰ ਨੂੰ ਦੇਣ ਲੱਗ ਪਏ। ਉਹ ਵੋਟਾਂ 'ਚ ਖੜਦੇ ਆ, ਨਹੀਂ ਖੜਦੇ, ਖੜ ਕੇ ਜਿੱਤਦੇ ਆ ਜਾਂ ਹਾਰਦੇ, ਘੱਟੋ ਘੱਟ ਉਹਨਾਂ ਦੇ ਉੱਤੇ ਦੋਸ਼ ਨਹੀਂ ਲੱਗਦਾ ਤੇ ਤੁਸੀਂ ਦੋਸ਼ਾਂ ਨਾਲ ਚਾਰੇ ਪਾਸਿਓਂ ਘਿਰੇ ਹੋ। ਇੱਕ ਜਾਂਦੇ ਜਾਂਦੇ ਫੋਨ ਕਾਲ ਦੀ ਗੱਲ ਕਰਨੀ ਹੈ। ਕਿਹੜੀ? ਉਹ ਫੋਨ ਕਾਲ ਕਹਿੰਦੇ ਦਿੱਲੀੋਂ ਆਈ ਹੈ ਪੰਜਾਬ ਨੂੰ। ਆਹ ਪ੍ਰਧਾਨ ਮੰਤਰੀ ਸਾਹਿਬ ਨੇ ਵੱਡੇ ਬਾਲ ਸਾਹਿਬ ਨੂੰ ਫੋਨ ਕੀਤਾ, ਹਾਲ ਚਾਲ ਪੁੱਛਿਆ ਕਿਉਂਕਿ ਰਿਪੋਰਟ ਆਈ ਸੀ ਨਾ ਵੀ ਕਰੋਨਾ ਪੋਜ਼ੀਟਿਵ ਹੋ ਗਏ ਨੇ ਬਜ਼ੁਰਗ ਨੇ। ਤੇ ਸ਼ਿਸ਼ਟਾਚਾਰ ਦੇ ਨਾਤੇ ਅੱਗੇ ਵੀ ਪ੍ਰਧਾਨ ਮੰਤਰੀ ਸਾਹਿਬ ਫੋਨ ਕਰਦੇ ਰਹਿੰਦੇ ਹੁੰਦੇ ਵੱਖ-ਵੱਖ ਲੀਡਰਾਂ ਨੂੰ, ਉਹਨਾਂ ਨੇ ਇਹਨਾਂ ਨੂੰ ਵੀ ਕਰ ਲਿਆ। ਪਰ ਇਸ ਫੋਨ ਕਾਲ ਨੂੰ ਜਿਸ ਹਿਸਾਬ ਨਾਲ ਪ੍ਰਚਾਰਿਆ ਜਾ ਰਿਹਾ, ਅਕਾਲੀ ਦਲ ਵਾਲੇ ਪਾਸੋਂ ਤੇ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਵੀ ਦੇਖਿਆ ਬਾਪੂ ਜੀ ਦਾ ਟੌਰ ਦੇਖਿਆ ਵੀ ਜੇ ਢਿੱਲੇ ਮੱਠੇ ਨੇ ਤੇ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਪਤਾ ਕਰਦੇ ਆ। ਦੂਜੇ ਪਾਸੇ ਬੀਜੇਪੀ ਵਾਲੇ ਪਾਸੋਂ ਕਿਤੇ ਇੱਦਾਂ ਤਾਂ ਨਹੀਂ ਪ੍ਰਚਾਰਿਆ ਜਾ ਰਿਹਾ ਵੀ ਜਿਹੜਾ ਮਾੜਾ ਮੋਟਾ ਇੱਧਰ ਉੱਧਰ ਹਵਾਵਾਂ ਦੇ ਵਿੱਚ ਰੌਲਾ ਇਹਨਾਂ ਰਲ ਜਾਣਾ ਜੇ ਇਹ ਰਲੇ ਹੀ ਆ, ਇਹ ਕਿਤੇ ਐਵੇਂ ਨਾ ਸਮਝੋ ਵੀ ਉਹ ਕਿਤੇ ਉੱਧਰ ਉੱਧਰ ਨਹੀਂ ਟਾਇਰ 'ਚ ਸੂਆ ਮਾਰਨ ਨੂੰ ਫਿਰਦੇ। ਦੇਖੋ ਪਹਿਲੀ ਗੱਲ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬੰਦਾ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਢਿੱਲਾ ਮੱਠਾ, ਸਾਰੇ ਰਾਜੀ ਹੋਣ, ਸਿਹਤਯਾਬ ਹੋਣ, ਸਾਰੇ ਬੰਦੇ ਚੰਗੇ ਕੰਮ ਕਰਨ। ਤੇ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਜਾਣੀ ਪੁੱਛਿਆ ਤਾਂ ਵਧੀਆ ਗੱਲ ਹੈ ਜੀ, ਪੁੱਛਣਾ ਚਾਹੀਦਾ ਪੁਰਾਣੇ, ਕਿਉਂਕਿ ਇੰਨਾ ਚਿਰ ਤਾਂ ਨਾਲ ਰਹੇ ਆ ਇਕੱਠੇ, ਕੋਈ ਗੱਲ ਨਹੀਂ ਇੱਦਾਂ ਦੀ। ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਇਹ ਸਿੱਖਣੀ ਚਾਹੀਦੀ ਹੈ ਕਿ ਭਾਈ ਗੁਆਂਢੀਆਂ ਦੇ ਨਾਲ ਸਦਾ ਦੀ ਲੜਾਈ ਨਹੀਂ ਹੁੰਦੀ। ਜੇ ਸਾਡੇ ਸਿਆਸਤਦਾਨਾਂ ਦੀ ਆਪਸ ਦੇ ਵਿੱਚ ਲੜਾਈ ਨਹੀਂ ਤਾਂ ਤੁਹਾਡੀ ਲੜਾਈ ਕਾਹਦੀ ਹੈ? ਬਾਕੀ ਹਾਂ ਮੌਕਾ ਕਿਸੇ ਨੂੰ ਵੀ ਮਿਲ ਸਕਦਾ ਕਹਿਣ ਦਾ ਕਿ ਭਾਈ ਕਿੰਨੇ ਕੱਡੋ ਅੱਡ ਨੇ ਆਪ ਦੇਖ ਲਓ। ਅਸੀਂ ਨਹੀਂ ਕਹਿੰਦੇ ਕਿਉਂਕਿ ਚੱਕਰ ਇਹ ਆ, ਹੁਣ ਹੋ ਸਕਦਾ ਵੀ ਇਸ ਬੰਦੇ ਨੂੰ ਆਖੇ ਨਹੀਂ ਇਹ 'ਚ ਸਿਆਸਤ ਕਾਹਦੀ। ਇਹੀ ਤੇ ਆਪਾਂ ਕਹਿ ਰਹੇ ਵੀ ਇਹ 'ਚ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇੱਕ ਦਿਨ ਦੇ ਵਿੱਚ ਵੱਡੇ ਵੱਡੇ ਲੀਡਰ 100 ਫੋਨ ਕਾਲ ਕਰਦੇ ਹੋਣੇ ਆ, ਇੱਧਰੋਂ ਉੱਧਰ ਇੱਧਰੋਂ ਉੱਧਰ, ਪਰ ਖਬਰ ਕਿਸੇ ਕਿਸੇ ਦੀ ਬਣਦੀ ਹੈ। ਤੇ ਜੇ ਖਬਰ ਬਣਦੀ ਹੈ ਤੇ ਖਬਰ ਹੀ ਹੈ ਭਾਜੀ। ਚੱਲੀਏ ਫਿਰ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਤੁਹਾਨੂੰ ਸਾਡਾ ਇਹ ਸਟਾਈਲ, ਇਹ ਦੇਸੀਪੁਣਾ, ਸਿੱਧਾ ਸਾਦਾ ਜਿਹਾ ਬੜਾ ਪਸੰਦ ਆਉਂਦਾ, ਉਹਦੇ ਲਈ ਬੜੇ ਸ਼ੁਕਰਗੁਜ਼ਾਰ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।